share is here, and then whoever joins later can find. If I can request everybody to have their cameras on, that would help me a lot. So we're going to start off with the number 7, jidi Saad wali Ashpadi hai. So Jasmine, if you can mute everybody now, and then we'll need that shlok a bit later. A question, you can always unmute yourself and ask the question. That's not a problem. ਇਸ ਅਸ਼ਪਦੀ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਪਹਿਲੀਆਂ ਜਿਹੜੀਆਂ ਅਸ਼ਪਦੀਆਂ ਆਈਆਂ ਹਨ 6 ਅਸ਼ਪਦੀਆਂ ਵਿੱਚ ਪਹਿਲੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਉਹਦੇ ਸਿਮਰਨ ਦਾ ਰੂਪ ਆਇਆ ਹੈ, ਯਾਦ ਕਰਨ ਦੇ ਫਾਇਦੇ ਉਹਦੇ। ਉਸ ਤੋਂ ਬਾਅਦ ਫਿਰ ਨਾਮ ਦਾ ਸਰੂਪ ਆਇਆ ਹੈ। ਉਸ ਤੋਂ ਬਾਅਦ ਤੀਜੀ ਅਸ਼ਪਦੀ ਵਿੱਚ ਇਹ ਦੱਸੇ ਨੇ ਕਿ ਦੂਸਰੇ ਹੋਰ ਵੀ ਬੜੇ ਤਰੀਕੇ ਹਨ ਜਿਹੜੇ ਲੋਕ ਕਰਦੇ ਸਨ ਉਸ ਵੇਲੇ। ਨਿਉਲੀ ਕਰਮ ਕਰੇ ਬਹੁ ਆਸਨ, ਉਹ ਵਾਲੇ ਰਸਤੇ ਵੀ ਬੜੇ ਹਨ, ਲੇਕਿਨ ਨਾਮ ਦਾ ਰਸਤਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਤੇ ਨਾਮ ਦਾ ਰਸਤਾ ਹੈ ਪਿਆਰ ਵਾਲਾ, ਨਾਮ ਦਾ ਰਸਤਾ ਹੈ ਪ੍ਰੇਮਾ ਭਗਤੀ ਵਾਲਾ। ਤੇ ਉਸ ਤੋਂ ਬਾਅਦ ਫਿਰ ਦੇਖੋਗੇ ਕਿ ਅਗਲੀਆਂ ਅਸ਼ਪਦੀਆਂ ਵਿੱਚ ਬਾਰ-ਬਾਰ ਇਹ ਕਿਹਾ ਗਿਆ ਕਿ ਦੇਖੋ ਤੁਹਾਨੂੰ ਪ੍ਰਮਾਤਮਾ ਨੇ ਕਿੰਨਾ ਕੁਝ ਦਿੱਤਾ ਹੈ, ਉਹਨੂੰ ਯਾਦ ਕਿਵੇਂ ਕਰਨਾ ਹੈ, ਕਿਉਂ ਉਸਨੂੰ ਭੁੱਲੇ ਪਏ ਹੋ, ਕਿਉਂ ਆਪਣੀਆਂ ਜਲਦੀਆਂ ਉਲਝੇ ਪਏ ਹੋ, ਉਹਦੇ ਉੱਤੇ ਬੜਾ ਫੋਕਸ ਕਰਕੇ ਪਿਛਲੀ ਅਸ਼ਪਦੀ ਵਿੱਚ ਜੈ ਪ੍ਰਸਾਦ ਵਾਲੀ ਅਸ਼ਪਦੀ ਵਿੱਚ ਇਹ ਫੋਕਸ ਕਰਾਇਆ ਕਿ ਉਸ ਜਿਹੜੀਆਂ ਦਾਤਾਂ ਜਿਹੜੀਆਂ ਹਨ ਜਿਹੜੀਆਂ ਦਿੱਤੀਆਂ ਉਹਦੇ ਵਿੱਚ ਉਹ ਦਾਤੇ ਨੂੰ ਯਾਦ ਕਰੋ। ਤੇ ਹੁਣ ਇੱਕ ਨਵਾਂ ਚੈਪਟਰ ਜਿਹੜਾ ਹੈ ਸ਼ੁਰੂ ਹੋਇਆ ਹੈ ਨੰਬਰ 7 ਤੋਂ, ਉਹ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਕੱਲਿਆਂ ਨਹੀਂ ਹੋ ਸਕਦੀ। ਹਾਂਜੀ, ਇੱਥੇ ਹੈਂਡ ਹੋਲਡਿੰਗ ਬਹੁਤ ਕ੍ਰਿਟੀਕਲ ਹੈ। ਔਰ ਤੁਸੀਂ ਦੇਖੋ ਦੁਨੀਆ ਵਿੱਚ ਹਰ ਜਗ੍ਹਾ ਕੋਈ ਵੀ ਇੰਪੋਰਟੈਂਟ ਚੀਜ਼ ਲੈਣੀ ਹੋਵੇ, ਕਿਸੇ ਨੇ ਕਿਸੇ ਨੇ ਗੋਲਫ ਸਿੱਖਣਾ ਹੋਵੇ, ਕਿਸੇ ਨੇ ਸੰਗੀਤ ਸਿੱਖਣਾ ਹੋਵੇ, ਕਿਸੇ ਨੇ ਕੋਈ ਵੀ ਚੀਜ਼, ਡਾਕਟਰ ਬਣਨਾ ਹੋਵੇ, ਇੰਜੀਨੀਅਰ ਬਣਨਾ ਹੋਵੇ, ਬਿਜ਼ਨਸਮੈਨ ਬਣਨਾ ਹੋਵੇ, ਕੁਛ ਵੀ ਬਣਨਾ ਹੋਵੇ ਦੁਨੀਆ ਵਿੱਚ, ਤੇ ਬੰਦਾ ਇਕੱਲਿਆਂ ਨਹੀਂ ਕਰ ਸਕਦਾ। ਇਹ ਪੋਸੀਬਲ ਨਹੀਂ ਹੈ। ਇਹ ਨਹੀਂ ਹੈ ਕਿ ਹੁਣ ਮੈਂ ਡਾਕਟਰ ਬਣਨਾ ਤੇ ਮੈਂ ਐਮਾਜ਼ਨ ਤੋਂ ਸਾਰੀਆਂ ਕਿਤਾਬਾਂ ਮੰਗਵਾ ਲਵਾਂ 40 ਤੇ ਆਪੇ ਪੜ੍ਹ ਲਵਾਂ ਤੇ ਫਿਰ ਮੈਂ 4 ਸਾਲਾਂ ਬਾਅਦ ਡਾਕਟਰ ਬਣ ਗਿਆ। there is no such thing। ਹਾਂਜੀ, you have to go to school, you got to learn, you got to have a teacher, you got to go through the process, ਐਗਜ਼ਾਮ ਹੁੰਦੇ ਨੇ, ਸਾਰਾ ਕੁਝ ਹੁੰਦਾ। ਉਸੇ ਤਰ੍ਹਾਂ ਕਿਸੇ ਨੇ ਗੋਲਫ ਸਿੱਖਣੀ ਹੋਵੇ ਤੇ ਉਹ ਐਮਾਜ਼ਨ ਤੋਂ 2 ਕਿਤਾਬਾਂ ਮੰਗਾ ਕੇ ਗੋਲਫ ਨਹੀਂ ਸਿੱਖ ਸਕਦਾ। ਤੇ ਜੇ ਆਪੇ ਹੀ ਜਾ ਕੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦੇ, ਉਹ ਵੀ ਨਹੀਂ ਕਰ ਸਕਦਾ, ਬਿਕਾਜ਼ ਜੇ ਗਲਤ ਕਰ ਰਿਹਾ ਹੋਵੇ ਤੇ ਕੌਣ ਦੱਸਣ ਵਾਲਾ ਉਹਨੂੰ। ਹਾਂਜੀ, ਤੇ ਜੇ ਸੰਗੀਤ ਦਾ ਕੋਈ ਸਟੂਡੈਂਟ ਹੋਵੇ, ਕਾਫੀ ਤੁਹਾਡੇ ਚੋਂ ਸਿੱਖਦੇ ਪਏ ਨੇ ਇਸ ਵੇਲੇ, ਹਾਂਜੀ, ਕੋਈ ਟੀਚਰ ਹੀ ਨਾ ਕੋਈ ਹੋਵੇ ਸਿਖਾਉਣ ਵਾਲਾ, ਹਾਂਜੀ, ਤੇ ਆਪੇ ਹੀ ਕਰੇ ਸੁਰਾਂ ਦੀ ਅਭਿਆਸ, ਤੇ ਉਹ ਕੋਈ ਕਲਿਆਣ ਗਾ ਰਿਹਾ ਹੋਵੇ ਤੇ ਗਲਤ ਸੁਰ ਲਗਾਈ ਜਾਏ ਤੇ ਉਹ ਗਲਤ ਹੀ ਸਿੱਖਦਾ ਜਾਏ ਤੇ ਕੀ ਪਤਾ ਲੱਗੇ ਉਹਨੂੰ ਕੀ ਹੋ ਰਿਹਾ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਮ ਦੁਨੀਆ ਵਿੱਚ ਐਜੂਕੇਸ਼ਨ ਜਿਹੜੀ ਹੈ ਜਾਂ ਸਿਖਾਈ ਜਿਹੜੀ ਹੈ ਉਹਦੇ ਵਿੱਚ ਇੱਕ ਟੀਚਰ ਦੀ ਲੋੜ ਪੈਂਦੀ ਹੈ, ਇੱਕ ਦੱਸਣ ਵਾਲੇ ਟੀਚਰ ਦੀ ਲੋੜ ਪੈਂਦੀ ਹੈ, ਇੱਕ ਗਾਈਡੈਂਸ ਦੀ ਲੋੜ ਪੈਂਦੀ ਹੈ। ਉਸੇ ਤਰ੍ਹਾਂ ਦੀ ਗਾਈਡੈਂਸ ਜਿਹੜੀ ਹੈ ਸਪਿਰਿਚੁਅਲ ਸਫੀਅਰ ਵਿੱਚ ਵੀ ਸੇਮ ਥਿੰਗਸ ਅਪਲਾਈਜ਼। ਹਾਂਜੀ, ਉਹਦੇ ਵਿੱਚ ਕੋਈ ਫਰਕ ਨਹੀਂ ਹੈ ਉੱਤੇ ਕੋਈ। ਤੇ ਇਸ ਸਫੀਅਰ ਵਿੱਚ ਬੜੇ ਜਨ ਹਨ ਜਿਹੜੇ ਜਦੋਂ ਗੁਰੂ ਆਪ ਸਨ ਦੇਹ ਰੂਪ ਵਿੱਚ, ਤੇ ਗੁਰੂ ਆਪ ਦਿੰਦੇ ਸਨ ਨਾਮ ਦੀ ਦਾਤ, ਜਿਹੜਾ ਜਾਂਦਾ ਸੀ ਉਹਨੂੰ ਬਖਸ਼ਦੇ ਸਨ ਉਹਨੂੰ। ਪਰ ਇਸ ਗੱਲ ਦਾ ਧਿਆਨ ਰਵੇ ਸਾਰਿਆਂ ਨੂੰ, ਔਰ ਮੈਂ ਇਹ ਗੱਲ ਚੇਤੇ ਕਰਾ ਦਿਆਂ ਸਾਰਿਆਂ ਨੂੰ ਕਿ ਉਸ ਵੇਲੇ ਵੀ ਅਗਰ ਗੁਰੂ ਗੋਬਿੰਦ ਮਹਾਰਾਜ ਅੰਮ੍ਰਿਤਸਰ ਜੋਗ ਜਗਾਉਂਦੇ ਸਨ ਤੇ ਸਿੱਖ ਤੇ ਕਾਬੁਲ ਵਿੱਚ ਵੀ ਸਨ, ਸਿੱਖ ਕਲਕੱਤੇ ਵੀ ਸਨ, ਸਿੱਖ ਢਾਕਾ ਵਿੱਚ ਵੀ ਸਨ, ਸਿੱਖ ਕਾਸ਼ੀ ਵਿੱਚ ਵੀ ਸਨ, ਸਿੱਖ ਦਿੱਲੀ ਵੀ ਸਨ, ਸਿੱਖ ਲਾਹੌਰ ਵੀ ਸਨ, ਸਿੱਖ ਰਾਵਲਪਿੰਡੀ ਵੀ ਸਨ। ਤੇ ਉਹ ਸਾਰੇ ਤੇ ਨਹੀਂ ਆ ਸਕਦੇ ਸਨ ਉੱਥੇ ਦੇ ਰੂਪ ਵਿੱਚ, ਸਾਰੇ ਤੇ ਨਹੀਂ ਆ ਕੇ ਗੁਰੂ ਕੋਲ, everybody couldn't stay with the Guru all the time। ਤੇ ਉੱਥੇ ਗੁਰੂ ਆਪ ਜਦੋਂ ਸਨ ਤੇ ਆਪ ਦਿੰਦੇ ਸਨ ਦੀਖਿਆ। ਤੇ ਫਿਰ ਅੱਗੇ ਜਿਹੜੇ ਗੁਰੂ ਕੇ ਪਿਆਰੇ ਜਿਹੜੇ ਗੁਰਮੁਖ ਹਨ ਜਿਹੜੇ, ਤੇ ਗੁਰਮੁਖਾਂ ਨੂੰ ਮੈਂ ਅਗੇ 2 ਕੈਟਾਗਰੀਜ਼ ਡਿਵਾਈਡ ਕਰ ਲਵਾਂ। ਇੱਕ ਗੁਰਮੁਖ ਉਹ ਜਿਹੜੇ ਪੂਰਨ ਗੁਰਮੁਖ ਹਨ ਜਿਹੜੇ ਜਿਨ੍ਹਾਂ ਦੀ ਡੈਫੀਨੇਸ਼ਨ ਇਸ ਅਸ਼ਪਦੀ ਵਿੱਚ ਆਈ ਹੈ, ਜਿਨ੍ਹਾਂ ਨੂੰ ਸਾਧ ਕਹਿ ਲੋ, ਬ੍ਰਹਮ ਗਿਆਨੀ ਕਹਿ ਲੋ, ਕੋਈ ਵੀ ਵਰਡ ਕਹਿ ਲੋ, ਉਹਨਾਂ ਵਾਸਤੇ ਜੀਵਨ ਮੁਕਤ ਕਹਿ ਲੋ, ਜਿਹੜੇ ਦੇ ਹੈਵ ਰੀਚਡ ਦੀ ਅਲਟੀਮੇਟ, ਉਹਨਾਂ ਨੇ ਉਹ ਸਟੇਟਸ ਜਿਹੜਾ ਲੈ ਲਿੱਤਾ, ਇੱਕ ਉਹ ਹਨ। ਉਹਨਾਂ ਨੂੰ ਫਿਰ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਅੱਗੇ ਜਿਹੜਾ ਕਿ ਤਾਬਿਆ ਤੋਂ ਜਿਹੜਾ ਨਾਮ ਮਿਲਿਆ ਹੈ ਦੇ ਰੂਪ ਵਿੱਚ ਜਦੋਂ ਸਨ ਆਪ ਗੁਰੂ, ਜਦੋਂ ਉਹ ਦਿੰਦੇ ਸਨ ਜਾਂ ਮੰਜੀ ਬਖਸ਼ਦੇ ਸਨ, ਤੇ ਇਹ ਗੁਰਮੁਖ ਜਾ ਕੇ ਅੱਗੇ ਨਾਮ ਵੰਡਦੇ ਸਨ ਹਰ ਜਗ੍ਹਾ। ਜਨਮ ਸਾਖੀਆਂ ਵਿੱਚ ਗੁਰੂ ਨਾਨਕ ਚਮਤਕਾਰ ਵਿੱਚ ਬੜੀ ਜਗ੍ਹਾ ਇਹ ਵਰਡ ਆਏ ਹਨ। ਜਿੱਥੇ ਜਿੱਥੇ ਬਾਬਾ ਜੀ ਗਏ ਹਨ ਉੱਥੇ ਉਹਨਾਂ ਨੇ ਜਾ ਕੇ ਮੰਜੀ ਥਾਪੀ ਹੈ। ਫੋਰ ਐਗਜ਼ਾਮਪਲ ਭਾਈ ਝੰਡਾ ਜੀ ਦੀ ਸਾਖੀ ਵਿੱਚ ਭਾਈ ਝੰਡਾ ਜੀ ਨੂੰ ਮੰਜੀ ਥਾਪੀ ਗਈ ਹੈ ਜੀ।
ਮਨਸੁਖ ਨੂੰ ਦਿੱਤੀ ਗਈ, ਭਰਤਰੀ ਨੂੰ ਦਿੱਤੀ ਗਈ, ਭਰਤਰੀ ਦੇ ਬਾਰੇ ਗੱਲ ਵੀ ਆਈ ਹੈ ਇੱਥੇ। ਹਾਂਜੀ, ਬੜੇ ਬੰਦੇ ਇਹੋ ਜਿਹੇ ਜਿਹੜੇ ਉਹਨਾਂ ਦੀ ਲਾਈਫ ਵਿੱਚ ਆਏ, ਉਹਨਾਂ ਨੂੰ ਜੋ ਦੇਖਿਆ ਵੀ ਇਹ ਠੀਕ ਹੋ ਗਏ ਨੇ ਸਾਰੇ, ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਰੁਕ ਜਾਓ, ਧਰਮਸ਼ਾਲ ਕ੍ਰੀਏਟ ਕਰੋ, ਨਾਮ ਦਾ ਵਪਾਰ ਕਰੋ, ਨਾਮ ਵੰਡੋ ਇੱਥੇ ਸਾਰਿਆਂ ਵਿੱਚ। ਜਦੋਂ ਹੁਣ ਗੁਰੂ ਜਿਹੜੇ ਹਨ ਇਸ ਵੇਲੇ, ਜਿਹੜੇ ਗੁਰੂ ਜਿਹੜੇ ਵਿਰਾਜਮਾਨ ਹਨ, ਉਹ ਸ਼ਬਦ ਰੂਪ ਵਿੱਚ ਹਨ ਆਬਵੀਅਸਲੀ। ਹਾਂਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗਿਆਨ ਰੂਪ ਵਿੱਚ ਹਨ, ਸ਼ਬਦ ਰੂਪ ਵਿੱਚ ਹਨ। ਤੇ ਸ਼ਬਦ ਰੂਪ ਦੇ ਵਿੱਚ ਗੁਰੂ ਹੋਣ ਕਾਰਨ ਹੁਣ ਗੁਰਮੁਖਾਂ ਦੀ ਲੋੜ ਹੋਰ ਜ਼ਿਆਦਾ ਹੈ, ਬਿਕੋਜ਼ ਤਾਬਿਆ ਤੇ ਉਹੀ ਬੈਠ ਸਕਦਾ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੀ ਗੱਲ ਨਹੀਂ ਕਰ ਰਿਹਾ ਫਿਜ਼ੀਕਲੀ ਜਿੱਥੇ ਅਸੀਂ ਬੈਠਦੇ ਹਾਂ, ਮੈਂ ਸ਼ਬਦ ਦੀ ਤਾਬਿਆ ਦੀ ਗੱਲ ਕਰਦਾ ਪਿਆ। ਸ਼ਬਦ ਦੀ ਗੋਦ ਵਿੱਚ ਕੌਣ ਬੈਠਾ ਹੈ ਨਾ? ਸ਼ਬਦ ਦੀ ਗੋਦ ਵਿੱਚ ਬੈਠਣ ਵਾਲਾ ਉਹ ਹੈ ਜਿਹੜਾ ਕਿ ਗੁਰਮੁਖ, ਉਹ ਗੁਰਮੁਖ ਹੈ। ਇੱਥੇ ਜਿਹੜੇ ਆਏ ਹਨ ਸਾਧ ਦੀ ਡੈਫੀਨੇਸ਼ਨ, ਇਹ ਪੂਰਨ ਗੁਰਮੁਖ ਦੀ ਡੈਫੀਨੇਸ਼ਨ ਆਈ ਹੈ। ਤੇ ਕੌਣ ਹੈ ਗੁਰਮੁਖ, ਕੌਣ ਹੈ ਸਾਧ? ਤੇ ਇਹਨਾਂ ਸਾਧਾ ਬਿਨਾ, ਇਹਨਾਂ ਗੁਰਮੁਖਾਂ ਬਿਨਾ ਅੱਗੇ ਚੱਲਣਾ ਬਹੁਤ ਔਖਾ ਹੈ। ਇਨਫੈਕਟ ਇਤਨਾ ਔਖਾ ਹੈ ਮੇਰੇ ਹਿਸਾਬ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਹਿਸਾਬ ਦੇ ਨਾਲ ਇੰਪੋਸੀਬਲ ਹੈ ਇਸ ਸਫੀਅਰ ਵਿੱਚ ਕਦਮ ਰੱਖਣਾ। ਤੇ ਇਹ ਸਾਧ ਦੀ ਅਸ਼ਪਦੀ ਵਿੱਚ ਇਸ ਗੱਲ ਦੀ ਨਿਰੂਪਣ ਕਰਦੇ ਹਨ ਬੜਾ। ਨੋਟਿਸ ਕਰੋਗੇ ਇੱਕ ਹੋਰ ਗੱਲ ਇਸ ਅਸ਼ਪਦੀ ਵਿੱਚ, ਇਸ ਅਸ਼ਪਦੀ ਵਿੱਚ ਸਾਧ ਦੀ ਕੋਈ ਇਹ ਨਹੀਂ ਕਿਹਾ ਕਿ ਸਾਧ ਬੜੇ ਵੱਡੇ ਹਨ, ਸਾਧ ਬੜੇ ਕਰਮੀ ਵਾਲੇ ਹਨ, ਉਹ ਬ੍ਰਹਮ ਗਿਆਨੀ ਦੀ ਅਸ਼ਪਦੀ ਚ ਆਏਗਾ ਅੱਗੇ। ਇੱਥੇ ਉੱਥੇ ਫੋਕਸ ਨਹੀਂ ਹੈ। ਇੱਥੇ ਫੋਕਸ ਹੈ ਕਿ ਉਹਨਾਂ ਨਾਲ ਮੇਲ ਕਰਨ ਨਾਲ ਤੁਹਾਡੀ ਜ਼ਿੰਦਗੀ ਕੀ ਤਬਦੀਲੀ ਆਏਗੀ। ਸਾਧ ਕੈ ਸੰਗ ਦੇ ਉੱਤੇ ਫੋਕਸ ਹੈ। ਹਾਂਜੀ, ਫੋਕਸ ਉਹਨਾਂ ਤੇ ਨਹੀਂ ਹੈ, ਉਹ ਤੇ ਪਹੁੰਚ ਚੁੱਕੇ ਨੇ ਆਪਣੀ ਜਗ੍ਹਾ। ਉਹਨਾਂ ਨੂੰ ਫਿਕਰ ਨਹੀਂ ਕਿਸੇ ਗੱਲ ਦੀ। ਉਹ ਤੁਸੀਂ ਕਰੋ ਨਾ, ਉਹਨਾਂ ਕੋਲ ਨਾ ਜਾਓ ਤੁਸੀਂ। ਹੁਣ ਕੋਈ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਨਾ ਪੜ੍ਹੇ, ਅਗਰ ਡਿਸਾਈਡ ਕਰ ਲੈ ਕਿ ਮੈਂ ਉਹਨਾਂ ਨੂੰ ਨਹੀਂ ਪੜ੍ਹਨਾ, ਮੈਂ ਨਹੀਂ ਪੜ੍ਹਨੀ ਕਲਗੀਧਰ ਚਮਤਕਾਰ, ਮੈਂ ਨਹੀਂ ਪੜ੍ਹਨੀ ਸੰਥਿਆ, ਹਾਂਜੀ, ਜਾਂ ਕੋਈ ਡਿਸਾਈਡ ਕਰ ਲੈ ਕਿ ਮੈਂ ਭਾਈ ਗੁਰਦਾਸ ਨੂੰ ਨਹੀਂ ਪੜ੍ਹਨਾ, ਉਹਨਾਂ ਦੀ ਕਬਿਤ ਸਵੀ ਹੈ ਮੇਰੇ ਵਾਸਤੇ ਇੰਪੋਰਟੈਂਟ ਨਹੀਂ ਹੈ, ਜਾਂ ਕੋਈ ਭਾਈ ਨੰਦ ਲਾਲ ਦੀ ਬਾਣੀ ਨੂੰ ਮੈਂ ਨਹੀਂ ਗ੍ਰਹਿਣ ਕਰਨਾ, ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਨਹੀਂ ਪੜ੍ਹਨਾ, ਮੈਂ ਬੰਦਗੀ ਨਾਮਾ ਨਹੀਂ ਪੜ੍ਹਨਾ, ਮੈਂ ਨਾ ਪੜ੍ਹੇ। ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉੱਥੇ। ਉਹ ਪਰਮੇਸ਼ਰ ਰੂਪ ਹਨ ਆਪ। ਫਰਕ ਤੁਹਾਨੂੰ ਪੈਂਦਾ ਹੈ ਲੇਕਿਨ ਬਹੁਤ ਜ਼ਿਆਦਾ ਵੱਡਾ। ਕਿਉਂ? ਕਿਉਂਕਿ ਉਹਨਾਂ ਨਾਲ ਮਿਲਦਿਆਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਬਦਲ ਸਕਦੀ ਹੈ, ਬਹੁਤ ਵੱਡੀਆਂ ਚੇਂਜਸ ਆ ਸਕਦੀਆਂ ਤੁਹਾਡੇ ਲਾਈਫ ਵਿੱਚ। ਔਰ ਇਹੋ ਜਿਹੀਆਂ ਚੇਂਜਸ ਆ ਸਕਦੀਆਂ ਹਨ ਕਿ ਤੁਸੀਂ ਸੁਪਨੇ 'ਚ ਸੋਚ ਨਹੀਂ ਸਕਦੇ ਕਦੀ। ਤੁਸੀਂ ਕਹੋਗੇ ਇਹ ਗੱਲ ਨਹੀਂ ਹੋ ਸਕਦੀ ਕਦੀ, ਸੁਰਿੰਦਰ ਸ਼ਾਇਦ ਝੂਠ ਬੋਲਦਾ ਪਿਆ। ਮੰਨੋ ਮੇਰੀ ਗੱਲ, ਇਹੋ ਜਿਹੀਆਂ ਚੇਂਜਸ ਤੁਹਾਡੀ ਲਾਈਫ ਵਿੱਚ ਆ ਸਕਦੀਆਂ, ਤੁਸੀਂ ਕਦੀ ਸੋਚ, ਤੁਹਾਡੇ ਦਿਮਾਗ 'ਚ ਕਦੀ ਗੱਲਾਂ ਨਹੀਂ ਆ ਸਕਦੀਆਂ। ਇੱਥੇ ਵੀ ਇਸ ਸ਼ਲੋਕ ਵਿੱਚ ਵੀ ਗੱਲ ਇੱਥੇ ਜਿਹੜੀ ਕੀਤੀ ਨੇ, ਅਗਮ ਅਗਾਧ ਪ੍ਰਾਰ ਬ੍ਰਹਮ ਸੋਏ, ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿੰਜ ਵਿੰਤਾ, ਇੱਥੇ ਵੀ ਵਰਡ ਅਚਰਜ ਯੂਜ਼ ਕੀਤਾ ਨੇ। ਇੱਥੇ ਵੀ ਵਰਡ ਅਚਰਜ ਆਇਆ ਹੈ। ਸਾਧ ਜਨਾ ਕੀ ਅਚਰਜ ਕਥਾ, ਹੈਰਾਨ ਕਰ ਦੇਣ ਵਾਲੀ, ਅਜੀਬੋ ਗਰੀਬ, ਇੱਕ ਇਹੋ ਜਿਹੀ ਗੱਲ ਜਿਹੜੀ ਤੁਹਾਡੇ ਕਦੀ ਦਿਮਾਗ 'ਚ ਆਈ ਨਾ ਹੋਵੇ ਕਦੀ ਗੱਲ। ਇਹੋ ਜੀ ਅਚਰਜ ਕਥਾ, ਇਹੋ ਜੀ ਇੱਕ ਅਚੰਭੇ ਵਿੱਚ ਲਿਜਾਣ ਵਾਲੀ ਕਥਾ, ਇਹੋ ਜੀ ਹੈਰਾਨ ਕਰਨ ਵਾਲੀ ਸੰਗ ਜਿਹੜਾ ਹੈ ਪ੍ਰਮਾਤਮਾ ਦਾ, ਇਤਨਾ ਪ੍ਰਭਾਵ ਹੈ ਸਤਸੰਗ ਦਾ। ਇਹੋ ਜਿਹੇ ਬੰਦੇ ਅਗਰ ਤੁਹਾਡੀ ਲਾਈਫ ਵਿੱਚ ਆ ਜਾਵਣ, ਪੂਰਨ ਪੁਰਖ ਜਿਹੜੇ ਹਨ ਜਿਹੜੇ, ਤੇ ਤੁਹਾਡੀ ਲਾਈਫ ਜਿਹੜੀ ਹੈ, ਤੁਹਾਨੂੰ ਅੰਦਾਜ਼ਾ ਨਹੀਂ ਹੈ ਤੁਹਾਡੀ ਲਾਈਫ 'ਚ ਕਿਹੜੀਆਂ ਚੇਂਜਸ ਆਉਣ ਵਾਲੀਆਂ ਨੇ। ਫਿਰ ਤੁਹਾਨੂੰ ਪਤਾ ਨਹੀਂ ਹੈ ਤੁਹਾਡੇ ਨਾਲ ਕੀ ਹੋਣ ਵਾਲਾ। ਫਿਰ ਇੱਕ ਕਿਸਮ ਦਾ ਜਾਦੂ ਹੈ, ਇਹ ਮੈਜਿਕ ਹੈ, ਅਚਰਜ ਕਥਾ ਹੈ ਬੜੀ। ਤੇ ਜਿਹੜੇ ਪੂਰਨ ਪੁਰਖ ਨਹੀਂ ਬਣੇ ਹਾਲੇ, ਉਹਨਾਂ ਨੂੰ ਇੱਕ ਲੈਵਲ ਥੱਲੇ ਮੈਂ ਲੈ ਆਵਾਂ, ਜਿਹੜੇ ਕੋਸ਼ਿਸ਼ ਕਰਦੇ ਪਏ ਉੱਥੇ ਜਾਣ ਦੀ, ਜਿਹੜੇ ਮੈਂ ਵੀ ਅੱਧੇ ਰਸਤੇ ਪਹੁੰਚ ਚੁੱਕੇ ਹਨ, ਜਾਂ 25% ਰਸਤਾ ਉਹਨਾਂ ਨੇ ਤੈਅ ਕਰ ਲਿੱਤਾ ਜਿਨ੍ਹਾਂ ਨੇ, ਉਹਨਾਂ ਵਾਸਤੇ ਵੀ ਵਰਡ ਆਏ ਹਨ। ਉਹ ਹੈ ਜਨ। ਉਹਨਾਂ ਨੂੰ ਜਨ ਕਿਹਾ ਹੈ। ਸੁਖਮਨੀ ਬੜੀ ਵਾਰੀ ਵਰਡ ਜਨ ਆਇਆ ਹੈ। ਵਰਡ ਪੂਰਨ ਨਹੀਂ ਹੋਏ ਹਾਲੇ, ਲੇਕਿਨ ਬੜੇ ਗੁਰਮੁਖ ਹਨ, ਨਾਮ ਦਾ ਅਭਿਆਸ ਕਰਦੇ ਹਨ, ਕਥਾ ਕੀਰਤਨ ਵੀ ਆਪ ਸਿੱਖਦੇ ਹਨ, ਸਿਖਾਉਂਦੇ ਹਨ, ਦੂਸਰਿਆਂ ਨੂੰ ਇਨਕਰੇਜ ਕਰਦੇ ਹਨ ਬਾਣੀ ਵਾਲੇ ਪਾਸੇ ਲਾਣ ਦੀ। ਉਹ ਜਨ ਜਿਹੜੇ ਹਨ, ਜਿਹੜੇ, ਜਾਂ ਕਈ ਵਾਰੀ ਜਨ, ਕਈ ਵਾਰੀ ਜਗਿਆਸੂ ਵੀ ਵਰਡ ਆਏ ਹਨ, ਜਿਹੜੇ ਜਗਿਆਸੂ ਹਨ, ਉਹਨਾਂ ਦੀ ਵੀ ਬੜਾ ਵੱਡਾ ਸਥਾਨ ਹੈ ਗੁਰਸਿੱਖ ਇਸ ਮੰਡਲ ਵਿੱਚ। ਉਹਨਾਂ ਨਾਲ ਬੈਠਦਿਆਂ ਉੱਠਦਿਆਂ ਨੂੰ ਵੀ ਬੜਾ ਕੁਝ ਬਦਲ ਜਾਂਦਾ ਹੈ। ਸੁਖਮਨੀ ਵਿੱਚ ਇੱਥੇ ਤੱਕ ਵਰਡ ਆਏ ਹਨ ਕਿ ਜਨ ਕੇ ਸੰਗ ਚਿਤ ਆਵੇ ਨਾਉ, ਇਹ ਵਰਡ ਆਏ ਹਨ ਸੁਖਮਨੀ ਵਿੱਚ। ਉਹਨਾਂ ਨਾਲ ਬੈਠਦਿਆਂ, ਉਹਨਾਂ ਜਨਾਂ ਨਾਲ ਬੈਠਦਿਆਂ ਪ੍ਰਮਾਤਮਾ ਯਾਦ ਆਉਂਦਾ ਹੈ, ਕੀਰਤਨ ਯਾਦ ਆਉਂਦਾ ਹੈ, ਸੁਖਮਨੀ ਯਾਦ ਆਉਂਦੀ ਹੈ। ਸੋ ਇਹ ਜਿਹੜੇ ਸਪੈਸ਼ਲ ਜਿਹੜੇ ਬੰਦੇ ਜਿਹੜੇ ਹਨ, ਜਿਹੜੇ ਪ੍ਰਮਾਤਮਾ ਨੇ ਭੇਜੇ ਹਨ ਇੱਥੇ, ਜਾਂ ਕ੍ਰੀਏਟ ਕੀਤੇ ਹਨ, ਜਾਂ ਆਏ ਹਨ ਜਿਹੜੇ, ਇਹਨਾਂ ਦਾ ਸੰਗ ਬਹੁਤ ਇੰਪੋਰਟੈਂਟ ਹੈ।
मेरे वर्ड मैं क्लास च पता नहीं कितनी बारी इस गल नूं कह चुकिया, लाइक अ ब्रोकन रिकॉर्ड, ऑलमोस्ट, कि जुड़ियां दी संगत तो बिना परमात्मा दी प्राप्ति नहीं हो सकती। तुसी करोड़ां वारी कोशिश करके देख लो, तुहाडे जीवन चो बदलाव नहीं आ सकते जद तक वो जे बंदियां दा संग तुहाडे जीवन च नहीं आंदा। ते जे हुण कोई बैठा होए इहो जी जगह जिथे कोई इहो जिहा बंदा होए ही ना कोई, ते फिर ਉਹ ਉਹਨਾਂ ਦੀਆਂ ਲਿਖਤਾਂ ਵਿੱਚੋਂ ਉਸ ਨੂੰ ਪ੍ਰਾਪਤੀ ਕਰਨ ਹੈ ਜੀ। ਫਿਰ ਉਹ ਬੰਦਗੀ ਨਾਮਾ ਭਾਈ ਨੰਦ ਲਾਲ ਜੀ ਦਾ ਪੜਨ ਤੇ ਭਾਈ ਨੰਦ ਲਾਲ ਜੀ ਦੇ ਦਰਸ਼ਨ ਉਹਨਾਂ ਚੋਂ ਕਰਨ। ਫਿਰ ਉਹ ਕਲਗੀਧਰ ਚਮਤਕਾਰ ਪੜਨ ਜਾਂ ਗੁਰੂ ਨਾਨਕ ਚਮਤਕਾਰ ਪੜਨ ਤੇ ਗੁਰੂ ਨਾਨਕ ਦੇਵ ਜੀ ਦੇ ਰੂਹ ਦੇ ਦਰਸ਼ਨ ਭਾਈ ਸਾਹਿਬ ਭਾਈ ਵੀਰ ਸਿੰਘਾਂ ਤੋਂ ਕਰਨ ਦਰਸ਼ਨ ਉਹਨਾਂ ਦੇ ਹੈ ਜੀ। ਫਿਰ ਉਹ ਸੰਥਿਆ ਪੜਨ, ਫਿਰ ਉਹ ਭਾਈ ਗੁਰਦਾਸ ਦੇ ਦਰਸ਼ਨ ਕਰਨ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਬਾਣੀ ਦੇ ਸਰੂਪ ਦੇ ਦਰਸ਼ਨ ਕਰਨ, ਦਸਮ ਬਾਣੀ ਵਿੱਚੋਂ ਅਕਾਲ ਉਸਤਤ ਦੇ ਦਰਸ਼ਨ ਕਰਨ। ਇਹਨਾਂ ਵੱਡੇ ਗੁਰਮੁਖਾਂ ਦੇ, ਮੈਂ ਗੁਰੂ ਜਨਾਂ ਦੀ ਗੱਲ ਨਹੀਂ ਕਰ ਰਿਹਾ, ਉਹ ਅਲੱਗ ਲੈਵਲ ਤੇ ਆਣ ਜੀ। ਸੋ ਆਈ ਐਮ ਗੋਇੰ ਟੂ ਲੀਵ ਆਊਟ 10 ਗੁਰੂਆਂ ਨੂੰ ਮੈਂ ਗੱਲ ਨਹੀਂ ਕਰਦਾ ਪਿਆ, ਉਹ ਪਰਮਾਤਮ ਰੂਪ ਹਨ, ਉਹ ਸਪੈਸ਼ਲ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਨਹੀਂ ਕਰ ਰਿਹਾ, ਉਹ ਸਪੈਸ਼ਲ ਹਨ। ਮੈਂ ਕਹਿ ਰਿਹਾ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਸ਼ਬਦ ਦੇ ਤਾਬਿਆਂ 'ਚ ਬੈਠਦੇ ਹਨ, ਜਿਹੜੇ ਤੇ ਤਾਬਿਆ ਇੱਕ ਹੁੰਦੀ ਹੈ ਜਿੱਥੇ ਜਗ੍ਹਾ ਜਿੱਥੇ ਮਹਾਰਾਜ ਦੀ ਭੀੜ ਦੇ ਜਿਹੜੇ ਪਿੱਛੇ ਜਿਹੜੇ ਲੋਕ, ਉਹਨੂੰ ਵੀ ਤਾਬਿਆ ਕਿਹਾ ਜਾਂਦਾ। ਇੱਕ ਸ਼ਬਦ ਦੀ ਤਾਬਿਆ ਵੀ ਹੈ, ਜਿਹੜੀ ਸ਼ਬਦ ਦੀ ਤਾਬਿਆ 'ਚ ਬੈਠਦੇ ਹਨ, ਜਿਹੜੀ ਸ਼ਬਦ ਦੀ ਗੋਦ ਵਿੱਚ ਰਹਿੰਦੇ ਹਨ ਪੂਰਨ ਪੁਰਖ। ਤੇ ਸ਼ਲੋਕ ਸੰਸਕ੍ਰਿਤੀ ਵਿੱਚ ਬੜੀ ਜਗ੍ਹਾ ਮਹਾਰਾਜ ਨੇ ਇਸ ਸਤਸੰਗ ਨੂੰ ਬੜੀ ਜਗ੍ਹਾ ਮਹਾਰਾਜ ਨੇ ਪ੍ਰੇਰਿਆ ਹੈ, ਕਿਹਾ ਹੈ ਕਿ ਸਤਸੰਗ ਜਿਹੜਾ ਹੈ, ਤੇ ਸਤਸੰਗ ਕੀ ਹੈ? ਸਤਸੰਗ ਹੈ ਜਿੱਥੇ ਜਾਂ ਤੇ ਉਹ ਪੂਰਨ ਗੁਰਮੁਖ ਬੈਠੇ ਹੋਏ ਹਨ, ਉੱਥੇ ਬੈਠੇ ਹਨ, ਉਹਨਾਂ ਦਾ ਸੰਗ ਤੁਹਾਡੇ ਤੇ ਇਫੈਕਟ ਕਰਦਾ ਹੈ, ਤੇ ਜਾਂ ਫਿਰ ਉਹ ਜਨ ਹਨ ਜਿਹੜੇ ਵਿਚਾਰੇ ਹਾਲੇ ਪਹੁੰਚੇ ਨਹੀਂ ਉੱਥੇ, ਬਟ ਕੋਸ਼ਿਸ਼ ਕਰਦੇ ਪਏ ਪਹੁੰਚਣ ਦੀ, ਜਿਹੜੇ ਅੱਧੇ ਪਹੁੰਚ ਗਏ ਹਨ, ਜਿਨ੍ਹਾਂ ਨੇ ਕਦਮ ਪੁੱਟ ਦਿੱਤਾ ਗਿਆ, ਜਿਨ੍ਹਾਂ ਦਾ ਪ੍ਰਮਾਤਮਾ ਨਾਲ ਜੀ ਲੱਗਿਆ ਹੋਇਆ ਹੈ ਬੜਾ, ਉਹਨਾਂ ਦਾ ਬੜਾ ਭਾਰੀ ਅਸਰ ਸਤਸੰਗ ਤੇ ਪੈਂਦਾ ਹੈ। ਮੈਂ ਕਹਿ ਨਹੀਂ ਸਕਦਾ ਤੁਹਾਨੂੰ ਕਿਤਨੀ ਇੰਪੋਰਟੈਂਟ ਗੱਲ ਹੈ ਜੀਵਨ ਤੁਹਾਡੇ, ਸੱਚ ਕਹਿ ਰਿਹਾ ਮੈਂ ਇਹ ਗੱਲ। ਮੈਂ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਵੀ ਕੋਟ ਕਰਾਂਗਾ ਹੁਣੇ, ਗੁਰੂ ਨਾਨਕ ਚਮਤਕਾਰ ਤੋਂ ਇਹ 2 ਹਫ਼ਤੇ ਪਹਿਲੇ ਚੈਪਟਰ 'ਚ ਇੱਕ ਫੁੱਟ ਨੋਟ ਤੇ ਮੈਨੂੰ ਅੱਛਾ ਲੱਗਿਆ, ਮੈਂ ਉਹਦੀ ਕਾਪੀ ਕਰਕੇ ਰੱਖੀ ਹੋਈ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵਾਲਾ ਫੁੱਟ ਨੋਟ ਅੱਜ, ਕਿ ਇਤਨਾ ਇੰਪੋਰਟੈਂਟ ਹੈ ਇਹ ਇਸ਼ੂ, ਇਤਨਾ ਇੰਪੋਰਟੈਂਟ ਕ੍ਰਿਟੀਕਲ ਇਸ਼ੂ ਹੈ। ਤਾਂ ਹੀ ਵਰਡ ਅਚਰਜ ਆਏ ਹਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ, ਤੇ ਅਰਦਾਸ ਵਿੱਚ ਇਹ ਵਰਡ ਐਡ ਕਰਾਏ ਗਏ। ਇਹ ਅਰਦਾਸ ਦੇ ਵਰਡ ਗੁਰਮਤ ਮਰਿਆਦਾ ਵਿੱਚ ਅੱਜ ਤੋਂ 400 ਸਾਲ 300 ਸਾਲ ਪਹਿਲੇ ਵਰਡ ਐਡ ਕਰਾਏ ਗਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਹਰ ਅਰਦਾਸ ਦੇ ਐਂਡ ਵਿੱਚ ਸਿੱਖ ਅਰਦਾਸ ਕਰਦਾ ਹੈ। ਉੱਥੇ ਇਹ ਅਰਦਾਸ ਨਹੀਂ ਹੁੰਦੀ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਕੋਈ ਹੋਰ ਨਜ਼ਰ ਆਏ, ਕੋਈ ਪੈਸੇ ਯਾਦ ਆਉਣ, ਫੈਮਿਲੀ ਯਾਦ ਆਏ, ਜਾਂ ਕੋਈ ਹੋਰ ਚੀਜ਼ਾਂ ਯਾਦ ਆਉਣ, ਉਹ ਉੱਥੇ ਉਹ ਅਰਦਾਸ ਨਹੀਂ ਹੈ। ਅਰਦਾਸ ਇੱਕੋ ਹੀ ਅਰਦਾਸ ਗੱਲ ਐਡ ਕਰਾਏ ਗਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਆਵੇ। ਕਿਉਂ ਉਹ ਪਿਆਰੇ ਕਿੱਥੋਂ ਹਨ? ਉਹ ਪਿਆਰੇ ਕੌਣ ਹਨ? ਉਹ ਪਿਆਰੇ? ਉਹ ਪਿਆਰੇ ਗੁਰਮੁਖ ਜਨ ਹਨ। ਮੇਲ ਫੀਮੇਲ ਡਜ਼ਨਟ ਮੈਟਰ, ਹਾਂਜੀ। ਉਹਨਾਂ ਦੇ ਕੋਈ ਸਪੈਸ਼ਲ ਲਿਬਾਸ ਨਹੀਂ ਪਾਇਆ, ਉਹ ਮੇਰੇ ਤੁਹਾਡੇ ਜਿਹਾ ਡਰੈਸ ਕਰਦੇ ਹਨ, ਰੈਗੂਲਰ ਪੀਪਲ ਹੈ। ਮੇਲ ਫੀਮੇਲ ਦਾ ਕੋਈ ਚੱਕਰ ਨਹੀਂ ਹੈ, ਕੋਈ ਚਿੱਟੇ ਚੋਗੇ ਨਹੀਂ ਪਾਏ ਹੋਏ ਉਹਨਾਂ ਨੇ। ਹਾਂ, ਉਹਨਾਂ ਦੀ ਮਨ ਦੀ ਅਵਸਥਾ ਹੋਰ ਹੈ, ਉਹਨਾਂ ਦੀ ਮਨ ਦੀ ਅਵਸਥਾ ਡਿਫਰੈਂਟ ਹੈ। ਇੱਕ ਤੇ ਪੂਰਨ ਹਨ, ਬਿਲਕੁਲ ਪ੍ਰਪੱਖ ਪੂਰਨ ਪੁਰਖ ਹਨ, ਜਿਨ੍ਹਾਂ ਦੀ ਡੈਫੀਨੇਸ਼ਨ ਇਸ ਅਸ਼ਪਦੀ ਵਿੱਚ ਆਈ ਹੈ। ਅਸ਼ਪਦੀ ਦੀ ਡੈਫੀਨੇਸ਼ਨ ਨਹੀਂ ਦਿੱਤੀ ਨੇ ਸੰਤਾਂ ਦੀ, ਸਾਧਾਂ ਦੀ। ਨੋਟਿਸ ਕਰੋਗੇ ਇਹਦੇ ਵਿੱਚ ਇੱਥੇ ਇਹ ਡੈਫੀਨੇਸ਼ਨ ਨਹੀਂ ਆਈ। ਹਾਂ, ਉਹਨਾਂ ਦੇ ਸੰਗ ਕਰਨ ਦੀ ਬੜਾ ਫੋਕਸ ਆਇਆ ਹੈ, ਉਹਨਾਂ ਦਾ ਸੰਗ ਕਰਨਾ ਹੈ, ਉਹਨਾਂ ਦੇ ਸੰਗ ਵਿੱਚੋਂ ਜਿਹੜਾ ਕੁਝ ਮਿਲਦਾ ਹੈ। ਤੇ ਬਿਲੀਵ ਨਹੀਂ ਕਰੋਗੇ, ਤੁਹਾਡੀ ਲਾਈਫ, ਮੈਂ ਗਾਰੰਟੀ ਦਿੰਦਾ ਤੁਹਾਨੂੰ ਇਸ ਗੱਲ ਦੀ, ਤੁਹਾਡੀ ਲਾਈਫ ਇਹੋ ਜਿਹੇ ਬੰਦੇ ਨਾਲ ਮਿਲ ਕੇ, ਇਹੋ ਜਿਹੇ ਇਨਸਾਨ, ਇਹੋ ਜਿਹੇ ਪੂਰਨ ਪੁਰਖ ਜਾਂ ਇਹੋ ਜਿਹੇ ਜਨ ਜਿਹੜੇ ਇਸ ਰਸਤੇ ਤੇ ਚੱਲ ਪਏ ਹਨ ਆਲਰੇਡੀ, ਉਹਨਾਂ ਨਾਲ ਮਿਲ ਕੇ ਤੁਹਾਡੀ ਲਾਈਫ ਬਿਲਕੁਲ ਕੰਪਲੀਟਲੀ ਬਦਲ ਜਾਂਦੀ ਹੈ ਤੁਹਾਡੀ। ਇਹ ਅਵਸ਼ ਗੱਲ ਹੈ, ਇਹ ਗੱਲ ਸ਼ੁਰੂ ਤੋਂ ਹੁੰਦੀ ਆਈ ਹੈ। ਇਸੇ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਸ ਨੂੰ ਅਚਰਜ ਕਥਾ ਲਿਖਿਆ ਹੈ। ਸਾਧ ਜਨਾ ਕੀ ਅਚਰਜ ਕਥਾ, ਹੈਰਾਨ ਕਰ ਦੇਣ ਵਾਲੀ, ਨਾ ਅਨਬਲੀਵੇਬਲ ਚੀਜ਼ਾਂ ਹੋਣ ਵਾਲੀ। ਇੱਥੇ ਤੱਕ ਆਏ ਬਾਣੀ ਵਿੱਚ ਕਿ ਸਾਧ ਦੀ ਉਪਮਾ 8ਵੇਂ ਸਟੈਂਜ਼ਾ ਵਿੱਚ ਜਾ ਕੇ ਇੱਥੇ ਤੱਕ ਲਿਖ ਦਿੱਤਾ ਨੇ ਕਿ ਸਾਧ ਦੀ ਉਪਮਾ ਕਿ ਸਾਧ ਤੋਂ ਹੀ ਹੋ ਸਕਦੀ ਹੈ, ਸਿਰਫ ਹੋਰ ਕੋਈ ਨਹੀਂ ਕਰ ਸਕਦਾ ਉਹਦੀ ਉਪਮਾ। ਕਿ ਇੱਥੇ ਤੱਕ ਆਏ ਹਨ ਵਰਡ ਅੱਗੇ ਜਾ ਕੇ
कि नानक साध प्रभ भेद ना पाई, कोई परमात्मा तो ਉਹਦੇ ਚ ਕੋਈ फर्क नहीं है। ਇਹ पूर्ण पुरख ਦੀਆਂ ਨਿਸ਼ਾਨੀਆਂ ਹਨ ਤੇ पूर्ण पुरख ਦੀਆਂ ਨਿਸ਼ਾਨੀਆਂ ਸਭ ਤੋਂ ਜ਼ਿਆਦਾ ਜਿਹੜਾ ਕੋਟਡ ਜਿਹੜਾ ਸ਼ਲੋਕ ਹੈ ਸੰਸਕ੍ਰਿਤੀ ਦਾ, which I'm going to discuss now in a second though, ਉਹਦੇ ਵਿੱਚ ਖਟ ਲਕਸ਼ਣ ਪੂਰਨ ਪੁਰਖਾ 6 ਡੈਫੀਨੇਸ਼ਨ 6 ਕੁਆਲਿਟੀਆਂ ਲਿਖੀਆਂ ਹਨ। ਇਹ 6 ਕੁਆਲਿਟੀ ਜਿਹਦੇ ਚ ਪੂਰੀ ਤਰ੍ਹਾਂ ਆ ਜਾਵਣ ਤੇ ਉਹ ਪੂਰਨ ਪੁਰਖ ਹੈ, ਸਾਧ ਹੈ, ਬ੍ਰਹਮ ਗਿਆਨੀ ਹੈ। ਹਾਂਜੀ, ਤੇ ਜੇ ਪੂਰਨ ਪੁਰਖ ਨਾ ਹੋਵੇ, ਜੇ ਉਹ ਕੁਆਲਿਟੀਆਂ ਉਹਨੂੰ ਕੋਸ਼ਿਸ਼ ਕਰ ਰਿਹਾ ਹੋਵੇ ਉੱਥੇ ਜਾਣ ਦੀ, ਉਹ ਹਾਲੇ ਪਹੁੰਚਿਆ ਨਾ ਹੋਵੇ ਉੱਥੇ, ਪਰ ਤਾਂ ਵੀ ਉਹਦਾ ਮਨ ਬ੍ਰਿਤੀਆਂ ਉਸ ਪਾਸੇ ਹੋਵਣ ਤੇ ਉਹ ਜਿਗਿਆਸੂ ਹੈ ਉੱਚ ਕੋਟੀ ਦਾ, ਤੇ ਉਹ ਜਨ ਹੈ। ਤੇ ਉਹਨਾਂ ਨਾਲ ਬੈਠਣਾ ਉੱਠਣੇ ਦੇ ਵੀ ਫਾਇਦੇ ਜਿਹੜੇ ਹਨ ਉਹ ਵੀ ਅਚਰਜ ਕਰ ਦੇਣ ਵਾਲੇ ਹਨ। ਲਾਈਫ ਚੇਂਜਿੰਗ ਇਵੈਂਟਸ ਹਨ ਸਾਰੇ ਇਹ। ਤੇ ਯਾਦ ਰੱਖਿਓ, ਜਦ ਤੱਕ ਇਹ ਲਾਈਫ, ਇਹ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਦਾ, ਉਹਨਾਂ ਜੰਨਾਂ ਦਾ, ਉਹਨਾਂ ਸਾਧ ਪੁਰਖਾਂ ਦਾ ਸੰਗ ਨਹੀਂ, ਤੁਹਾਡੀ ਜ਼ਿੰਦਗੀ ਵਿੱਚ ਤੇ ਬਦਲਾਵ ਨਹੀਂ ਆ ਸਕਦਾ ਅੰਦਰ, ਚਾਹੇ ਜਿਤਨੀ ਮਰਜ਼ੀ ਕੋਸ਼ਿਸ਼ ਕਰਕੇ ਦੇਖ ਲਓ। ਕਿਉਂਕਿ ਇਹ ਯਾਦ ਰੱਖਣਾ ਕਿ ਇਹ ਰਸਤਾ ਕੱਲਿਆਂ ਪ੍ਰਾਪਤੀ ਵਾਲਾ ਨਹੀਂ ਹੈ। ਇੱਥੇ ਜਿਸ ਤਰ੍ਹਾਂ ਹਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੈਂਡ ਹੋਲਡਿੰਗ ਹੁੰਦੀ ਹੈ, ਇੱਥੇ ਵੀ ਹਰ ਪਹਿਲੂ ਵਿੱਚ ਹੈਂਡ ਹੋਲਡਿੰਗ ਹੈ। I'm going to stop for a second, see if anybody has questions or not. If not, then we will discuss the next subject now, which is going through the shlok in Sahaskriti, the shlok with number 40th shlok hai, mantra Ram Ram. Jasmine's going to put up the shlok in a second once I've had a chance to ask the question. I'm going to wait for a second and see if anybody has a question. Viji, I have a question. ਤੁਸੀਂ ਜਿਹੜੀ ਗੁਰਮੁਖ ਦੀ ਡੈਫੀਨੇਸ਼ਨ ਦੱਸੀ ਹੈਗੀ, like it has particular like characteristics or traits, ਇਹਦੇ ਅੰਦਰ like and they dress up like us, ਤੇ we as like a normal person, like ਸਾਨੂੰ ਪਤਾ ਕਿਵੇਂ ਚੱਲੇਗਾ ਕਿ ਉਹ ਗੁਰਮੁਖ ਹੈ? like is it more like ਕਿਵੇਂ, ਮਤਲਬ ਅਗਰ ਪਤਾ ਲੱਗ ਜਾਏਗਾ ਵੀ ਜੀ ਤੁਹਾਨੂੰ। ਇਹੋ ਜਿਹੇ ਬੰਦਿਆਂ ਦੇ ਇਹ 2-3-4 ਵਾਰੀ ਮਿਲਣਗੇ ਤੇ ਪਤਾ ਲੱਗ ਜਾਏਗਾ ਤੁਹਾਨੂੰ ਵੀ ਸੱਚਾ ਹੈ ਕਿ ਨਹੀਂ ਹੈ। ਤੇ ਬਾਕੀ ਨਹੀਂ ਪਤਾ ਲੱਗਦਾ ਤੇ ਉਹ ਜਿਹੜੇ ਹੁਣ ਜਿਹੜਾ ਸ਼ਲੋਕ ਡਿਸਕਸ ਕਰਨ ਜਾ ਰਹੇ ਆ ਉਹਦੇ ਚ ਕੁਆਲਿਟੀਆਂ ਲਿਖੀਆਂ ਹੋਈਆਂ ਨੇ, ਜੇ ਇਹ ਕੁਆਲਿਟੀਆਂ ਅੱਧੀਆਂ ਵੀ ਉਹਨਾਂ ਚ ਆ ਗਈਆਂ ਤੇ ਸਮਝ ਲਓ ਕਿ ਬੰਦਾ ਠੀਕ ਹੈ ਫਿਰ ਹੈ, you know, ਉਹਨਾਂ ਦੇ ਤੇਰੇ ਤੇ ਉਹਨਾਂ ਤੋਂ ਪਤਾ ਲੱਗ ਜਾਏਗਾ। So let's discuss those qualities. Yeah, it is a question that is quite often asked, and that is why I'm addressing these issues today, ਕਿ ਉਹ qualities ਕਿਹੜੀਆਂ ਹਨ ਜਿਹੜੀਆਂ ਗੁਰੂ ਨੂੰ ਭਾਉਂਦੀਆਂ ਹਨ, ਜਿਹੜੀਆਂ ਤੇ ਬਾਕੀ ਹੁਣ ਅੱਛਾ ਟੀਚਰ ਕੌਣ ਹੁੰਦਾ ਵੀਰ ਜੀ, ਜਿਹਦੇ ਚੋਂ ਸਿੱਖਿਆ ਜਾਏ ਕੁਝ, ਹਾਂਜੀ। ਤੇ ਜੇ ਉਸ ਬੰਦੇ ਨਾਲ ਮਿਲ ਕੇ ਜਾਂ ਉਸ ਲੇਡੀ ਨਾਲ ਮਿਲ ਕੇ ਜਾਂ ਕੋਈ ਵੀ ਉਹ ਬੰਦਾ ਹੋਵੇ, ਤੁਸੀਂ ਦੇਖੋ ਕਿ ਮੇਰੇ ਚ ਬਦਲਾਵ ਆ ਗਿਆ ਯਾਰ ਬੜਾ, ਹਾਂਜੀ। ਪਹਿਲੇ ਗੁੱਸਾ ਬੜੀ ਜਲਦੀ ਚੜਦਾ ਸੀ, ਹੁਣ ਗੁੱਸਾ ਆਂਦਾ ਨਹੀਂ ਜਲਦੀ। ਪਹਿਲੇ ਸੇਵਾ ਕਰਨ ਨੂੰ ਜੀ ਨਹੀਂ ਕਰਦਾ ਸੀ, ਪਰ ਹੁਣ ਸੇਵਾ ਕਰਨ ਨੂੰ ਬੜਾ ਜੀ ਕਰਦਾ। ਹੁਣ ਪਹਿਲਾਂ ਪ੍ਰਮਾਤਮਾ ਯਾਦ ਨਹੀਂ ਆਉਂਦਾ ਸੀ, ਹੁਣ ਯਾਦ ਆਉਂਦਾ ਜ਼ਿਆਦਾ। ਪਹਿਲਾਂ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਸੀ, ਪਰ ਹੁਣ ਬੜੀ ਉਤਸੁਕਤਾ ਹੈ ਬਾਣੀ ਪੜਨ ਦੀ। ਪਹਿਲੇ ਕਦੀ ਕੀਰਤਨ ਕਰਨ ਨੂੰ ਮਨ ਨਹੀਂ ਕੀਤਾ, ਸਿੱਖਣ ਨੂੰ ਮਨ ਨਹੀਂ ਕੀਤਾ, ਪਰ ਹੁਣ ਕੀਰਤਨ ਸਿੱਖਣ ਤੇ ਕਰਨ ਚ ਬੜਾ ਮਨ ਕਰਦਾ ਹੈ ਬੜਾ। ਤੇ ਸਮਝ ਲਓ ਤੁਸੀਂ ਰਾਈਟ ਟਰੈਕ ਤੇ ਹੋ ਫਿਰ। ਤੇ ਉਹ ਅਗਰ ਤੋਂ ਲਾਈਵ ਹੈ ਬੰਦਾ, ਉਹ ਨਥਿੰਗ ਲਾਈਕ ਇਟ। ਪਰ ਕਈ ਹੁਣ ਰਿਪਦਮਨ ਵੀਰ ਜੀ ਵਰਗੇ ਡੈਨਮਾਰਕ ਬੈਠੇ ਹੋਏ ਜਿੱਥੇ ਕੋਈ ਸਿੱਖ ਹੀ ਨਹੀਂ ਹੈ ਖਾਸ, ਇੱਥੇ ਮੈਂ ਕੀ ਕਰਾਂਗਾ ਫਿਰ? ਉੱਥੇ ਫਿਰ ਉਹ ਆਪ ਐਗਜ਼ਾਮਪਲ ਬਣਨ ਨੂੰ ਜੀ। ਤੇ ਜਾਂ ਫਿਰ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਨੂੰ ਪੜ੍ਹਨ, ਭਾਈ ਗੁਰਦਾਸ ਨੂੰ ਪੜ੍ਹਨ, ਭਾਈ ਨੰਦ ਲਾਲ ਨੂੰ ਪੜ੍ਹਨ, ਉਹਨਾਂ ਤੋਂ ਪ੍ਰੇਰਣਾ ਲੈਣ ਪੜ੍ਹ ਕੇ, ਜਾਂ ਉਹਨਾਂ ਨੂੰ ਸੁਣਨ, ਜਾਂ ਕਿਸੇ ਨੂੰ ਸੁਣ ਸਕਦੇ ਹੋ, ਸੁਣ ਕੇ ਪ੍ਰੇਰਣਾ ਲੈਣ। ਲੇਕਿਨ nothing like meeting somebody like that, nothing like ਜਿਨ੍ਹਾਂ ਦਾ ਸੰਗ ਹੋਵੇ ਉਸ ਤਰ੍ਹਾਂ ਦਾ, ਉਹਨਾਂ ਜਨਾਂ ਦਾ। ਤੇ ਧੰਨ ਹੈ ਜਿਨ੍ਹਾਂ ਨੂੰ ਇਹ ਬਹੁਤ ਵੱਡੇ ਕਰਮ ਹੋਵਣ, ਬਹੁਤ ਭਾਗ ਵੱਡੇ ਹੋਵਣ, ਬਹੁਤ ਉੱਚੇ ਭਾਗ ਹੋਵਣ, ਤੇ ਇਹੋ ਜਿਹੇ ਪੂਰਨ ਪੁਰਖ ਦੇ ਦਰਸ਼ਨ ਹੁੰਦੇ ਹਨ। ਬਹੁਤ ਵੱਡੇ ਭਾਗ, ਛੋਟੇ ਮੋਟੇ ਨਹੀਂ ਕੋਈ। ਕਿਸਮਤ ਬੜੀ ਤੇਜ਼ ਹੋਵੇ ਜਿਹਦੀ, ਉਹਨੂੰ ਛੋਟੀ ਉਮਰ ਵਿੱਚ ਇਹੋ ਜਿਹੇ ਬ੍ਰਹਮ ਗਿਆਨੀਆਂ ਦੇ, ਇਹੋ ਜਿਹੇ ਸੰਤ ਪੁਰਖਾਂ ਦੇ ਤੇ ਭਾਗ ਵੱਡੇ ਹੋਵਣ, ਤੇ ਫਿਰ ਇਹੋ ਜਿਹੇ ਜਨਾਂ ਦੇ ਦਰਸ਼ਨ ਹੁੰਦੇ ਆ, ਜਿਨ੍ਹਾਂ ਦਾ ਚਿੱਤ ਪ੍ਰਮਾਤਮਾ ਨਾਲ ਲੱਗਿਆ ਹੋਇਆ ਹੈ, ਜਿਨ੍ਹਾਂ ਦਾ ਧਿਆਨ ਉਹਨਾਂ ਦੀ ਤਰਫ ਹੈ ਜਿਹੜਾ। ਤੇ ਇਹੋ ਜਿਹੇ ਜਨਾਂ ਦੇ ਨਾਲ ਜਦੋਂ ਮਿਲਦਾ ਹੈ ਤੇ ਫਿਰ ਚੇਂਜਸ ਆਬਵੀਅਸਲੀ ਆਉਂਦੀਆਂ ਹਨ। ਤੇ ਇਸ ਪੂਰੀ ਅਸ਼ਪਦੀ ਵਿੱਚ ਜਿਹੜੀ ਹੁਣ ਡਿਸਕਸ ਕਰਾਂਗੇ, ਇਸ ਪੂਰੀ ਅਸ਼ਪਦੀ ਵਿੱਚ ਸਿਰਫ ਚੇਂਜਸ ਬਾਰੇ ਡਿਸਕਸ਼ਨ ਆਈ ਹੈ। ਔਰ ਇੱਥੋਂ ਤੁਹਾਨੂੰ ਇੱਕ ਹੋਰ ਗੱਲ ਦੀ ਕਲੈਰਿਟੀ ਹੋ ਜਾਏਗੀ ਕਿ ਗੁਰੂ ਨਾਨਕ ਦੇ ਘਰ ਵਿੱਚ ਆਪ ਸੰਤ ਬਣ ਜਾਣਾ ਜਾਂ ਆਪ ਜਨ ਬਣ ਜਾਣਾ, ਆਪ ਨਾਮ ਦੀ ਦਾਤ ਮਿਲ ਜਾਣੀ,
ਆਪ ਕੀਰਤਨ ਦੀ ਦਾਤ ਮਿਲ ਜਾਣੀ, ਉਹਦੀ ਕੋਈ ਅਹਿਮੀਅਤ ਨਹੀਂ ਦਿੱਤੀ ਉਹਨਾਂ ਨੇ ਜਦ ਤੱਕ ਉਹ ਵੰਡੇ ਨਾ ਆ ਕੇ। ਤੇ ਜੇ ਸੰਤ ਬਣ ਗਿਆ ਤੇ ਘਰ-ਬਾਰ ਛੋੜ ਕੇ ਜੰਗਲਾਂ ਨੂੰ ਚਲਾ ਗਿਆ ਤੇ ਉੱਤੇ ਬੈਠਾ ਹੈ, ਆਪਣਾ ਕੰਮ ਸਿੱਧ ਕਰਦਾ ਪਿਆ, ਤੇ ਫਿਰ ਤੇ ਸਾਧ ਕੇ ਸੰਗ ਮੁਖ ਉਜਲ ਤੇ ਹੋ ਹੀ ਨਹੀਂ ਸਕਦਾ ਕਦੀ। ਉਹਦੇ ਆਇਆ ਹੀ ਨਹੀਂ ਆਮ ਬੰਦਿਆਂ 'ਚ, ਉਹਨੇ ਤੇ ਵੰਡਿਆ ਹੀ ਨਹੀਂ ਆਪਣਾ ਗਿਆਨ, ਉਹਨੇ ਤੇ ਇਫੈਕਟ ਹੀ ਨਹੀਂ ਕੀਤਾ ਕਿਸੇ ਹੋਰ ਨੂੰ। ਤੇ ਇਸ ਅਸ਼ਬਦੀ ਵਿੱਚੋਂ ਇੱਕ ਓਵਰਆਲ ਇੱਕ ਹੋਰ ਫਿਲਾਸਫੀਕਲ ਵਿਊ ਪੁਆਇੰਟ ਇਹ ਹੈ ਕਿ ਉਹਨਾਂ ਸਾਧਾਂ ਦੀ ਕੋਈ ਅਹਿਮੀਅਤ ਨਹੀਂ ਹੈ ਜਿਹੜੇ ਆਪ ਪੜ੍ਹ ਲੈਂਦੇ ਹਨ, ਆਪ ਕਰ ਲੈਂਦੇ ਹਨ ਕੰਮ ਤੇ ਅੱਗੇ ਵੰਡਦੇ ਨਹੀਂ, ਜਿਨ੍ਹਾਂ ਦੇ ਹੱਥਾਂ 'ਚ ਸੇਵਾ ਹੀ ਨਹੀਂ ਹੈ ਕੋਈ ਨਾਮ ਦੀ, ਜਿਨ੍ਹਾਂ ਦੇ ਹੱਥ 'ਚ ਸ਼ਬਦ ਦੀ ਕੋਈ ਸੇਵਾ ਨਹੀਂ ਹੈ, ਜਿਹੜੇ ਦੂਸਰਿਆਂ ਨੂੰ ਇਨਕਰੇਜ ਨਹੀਂ ਕਰਦੇ ਇਸ ਪਾਸੇ ਆਉਣ ਨੂੰ, ਉਹਨਾਂ ਦੀ ਕੋਈ ਅਹਿਮੀਅਤ ਨਹੀਂ ਦੱਸੀ ਗਈ। ਇਸੀ ਵਾਸਤੇ ਵਰਡ ਇੱਥੇ ਸਾਧ ਕੇ ਸੰਗ ਹੈ, ਹਾਂਜੀ, ਸਾਧ ਦੇ ਉੱਤੇ ਨਹੀਂ ਹੈ, ਉਹ ਬ੍ਰਹਮ ਗਿਆਨੀ ਦੀ ਅਸ਼ਬਦੀ 'ਚ ਆਏਗਾ। ਪਰ ਨੋਟਿਸ ਕਰੋਗੇ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਬਾਅਦ ਵੀ ਦਿੱਤੀ ਨੇ, ਇਹਨਾਂ ਦੇ ਆਥਰਸ ਦੀ ਬੜੀ ਡਿਸਕਸ਼ਨ ਇਹਦੇ ਉੱਤੇ, ਉਹ 8ਵੀਂ ਅਸ਼ਬਦੀ ਵਿੱਚ ਆਈ ਹੈ ਡਿਸਕਸ਼ਨ, ਉਹ ਅੱਗੇ ਜਾ ਕੇ ਦੇਣਗੇ, ਲੇਕਿਨ ਪਹਿਲੇ ਦੱਸ ਦਿੰਦੇ ਹਨ ਕਿ ਦੇਖੋ ਜੇ ਇਹਨਾਂ ਨਾਲ ਮਿਲੋਗੇ ਨਾ ਤੁਸੀਂ, ਇਹਨਾਂ ਨਾਲ ਆਪਣਾ ਜਿਹਨਾਂ ਨਾਲ ਵਰਤਾਵ ਰੱਖੋਗੇ ਤੇ ਤੁਹਾਡੀ ਲਾਈਫ ਫਿਰ ਦੇਖ ਲਓ, ਫਿਰ ਚੇਂਜਸ ਤੇ ਆਣਗੀਆਂ ਇਹੋ ਜਿਹੀਆਂ ਕਿ ਤੁਸੀਂ ਸੰਭਾਲ ਨਹੀਂ ਸਕੋਗੇ ਚੇਂਜਸ ਨੂੰ ਆਪਣੇ, ਤੁਹਾਡਾ ਅੰਦਰੋਂ ਮਨ ਬਦਲ ਜਾਏਗਾ। ਹਾਂਜੀ, so Jasmine, let's put up, anybody else has any questions before I discuss the shlok? Hanji Veer ji, question is there. I was with you to the extent that jo tusi keh rahe si ki is tarah there will be transformation that happens and a growth that happens. Fir tusi jadon gal ਕੀਤੀ ਕਿਸਮਤ ਦੀ and ਭਾਗ ਦੀ, there I got a little confused about kismat and bhag, and so je hun meri kismat nahi hai, suppose, and that in itself becomes a moot point. I mean, obviously a lot of it depends on my own effort, but if I'm not driven in that direction, then and ਦੂਜਾ ਗੱਲ ਕੁਐਸਚਨ ਮੇਰੇ ਦਿਮਾਗ 'ਚ ਇਹ ਵੀ ਆ ਰਿਹਾ ਸੀ ਕਿ ਛੋਟੇ ਹੁੰਦਿਆਂ ਤੋਂ ਅਸੀਂ ਸੋਚਦੇ ਹਾਂ ਕਿ ਛੋਟੇ ਹੁੰਦਿਆਂ ਤੋਂ ਜੇ ਰਸਤਾ ਮਿਲ ਜਾਵੇ ਇਧਰਲੇ ਪਾਸੇ ਜਾਣ ਦਾ, ਤੇ ਉਹ ਮਾਤਾ ਪਿਤਾ ਜਾਂ ਗ੍ਰੈਂਡ ਪੇਰੈਂਟਸ ਤੋਂ ਜਾਂ ਕਿਸੇ ਕੋਲੋਂ ਆਉਂਦਾ ਹੈ, ਬਟ ਉਸ ਵੇਲੇ how does a child get direction in this way? So those are a couple of thoughts that are coming to my mind. So ਵੀਰ ਜੀ, ਜਿਹੜੇ ਮੱਥੇ ਦੇ ਭਾਗ ਜਿਹੜੇ ਨੇ ਤੁਹਾਡੇ ਕਰਮ ਲਿਖਦੇ ਨੇ ਨਾ ਹੁਣ, ਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਹਾਡੇ ਮੱਥੇ ਤੇ ਭਾਗ ਕਿਹੋ ਜਿਹੇ ਹਨ, ਤੁਹਾਡੇ ਕਰਮ। ਹੁਣ ਕੋਈ ਬੰਦਾ ਹੁਣ 10 ਵਜੇ ਕਲਾਸ ਆ ਸਵੇਰੇ ਤੇ there is like whatever 50 60 70 people who join, you know, ਤੇ ਕਲਾਸ ਉੱਥੇ ਕਰਦਾ ਸੀ ਗੁਰਦੁਆਰੇ ਤੇ 50 60 people used to come, ਹਾਂਜੀ, ਤੇ you have a choice, right? You can decide ਕਿ ਮੈਂ ਨਹੀਂ ਆਣਾ ਗੁਰਦੁਆਰੇ, ਜਾਂ ਮੈਂ ਨਹੀਂ ਜਾਣਾ ਕਲਾਸ, ਜਾਂ ਮੈਂ ਕੁਝ ਨਹੀਂ ਕਰਨਾ, ਮੈਂ ਘਰ ਬੈਠਾ ਹੋਇਆ ਟੀਵੀ ਦੇਖਾਂਗਾ, ਮੈਂ ਫੁੱਟਬਾਲ ਗੇਮ ਚਲਦੀਆਂ ਪਿੰਨ ਪੜੀਆਂ, ਤੇ ਫਿਰ ਤੁਹਾਡੇ ਮੱਥੇ ਤੇ ਭਾਗ ਨਹੀਂ ਲਿਖੇ ਜਾਣਗੇ ਨਾ। ਇਹ ਕੋਈ ਕਿਸਮਤ ਲਿਖਣ ਵਾਲਾ ਪ੍ਰਮਾਤਮਾ ਹੈ, ਤੇ ਲੇਕਿਨ ਲਿਖਣ ਵਾਲਾ ਮੱਥੇ ਤੇ ਭਾਗ ਪ੍ਰਮਾਤਮਾ ਹੈ, ਲੇਕਿਨ ਪ੍ਰਮਾਤਮਾ ਲਿਖਣ ਵਾਲਾ ਕੋਈ ਲੌਜੀਕਲੀ ਲਿਖਣ ਵਾਲਾ ਹੈ, ਹਾਂਜੀ। ਇਹ ਜਿਹੜਾ ਨਾਮ ਦੇ ਵਿੱਚ ਜਿਹੜਾ ਰਸਤੇ ਜਿਹੜੇ ਮੱਥੇ ਤੇ ਭਾਗ ਜਿਹੜੇ ਨੇ, ਇਹ ਤੁਹਾਡੇ ਕਰਮ ਲਿਖਦੇ ਹਨ ਤੁਹਾਡੇ। ਆਸਾ ਕੀ ਵਾਰ ਚ ਦੂਸਰੇ ਜਿਹੜਾ ਛੱਕਾ ਜਿਹੜਾ ਆਸਾ ਕੀ ਵਾਰ ਵਿੱਚ ਵੀ ਉਹ ਇਸ ਗੱਲ ਨੂੰ ਕਲੈਰਿਟੀ ਦਿੰਦਾ ਹੈ ਕਿ ਜੰਤ ਉਪਾਏ ਕੇ ਲਿਖ ਨਾਮੈ ਧਰਮ ਬਹਾਲਿਆ, ਤਿੱਥੇ ਸੱਚੇ ਹੀ ਸੱਚ ਨਿਬੜੇ, ਲੇਕਿਨ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਉਹ ਜਿਹੜੇ ਚੁਣੇ ਜਾਂਦੇ ਹਨ ਵਿੱਚੋਂ ਤੇ ਚੋਜ਼ਨ, ਉਹ ਕੋਈ ਚੋਜ਼ਨ ਕੋਈ ਰੈਂਡਮਲੀ ਨਹੀਂ ਚੁਣੇ ਜਾਂਦੇ ਵੀਰ ਜੀ, ਰੈਂਡਮ ਪ੍ਰੋਸੈਸ ਨਹੀਂ ਹੈ ਚੁਣਨ ਦਾ ਉੱਥੇ, ਹਾਂਜੀ। ਤੁਸੀਂ ਆਏ ਹੋ ਇੱਥੇ ਤੇ ਤੁਸੀਂ ਚੁਣੇਗੇ, ਤੁਹਾਡੇ ਮੱਥੇ ਤੇ ਭਾਗ ਹੈ, ਤੁਸੀਂ ਸਤਸੰਗ ਕਰਦੇ ਪਏ ਹੋ, ਗੁਰੂ ਕੀ ਗੱਲ ਸੁਣਦੇ ਪਏ ਹੋ ਜਾਂ ਸੁਣਨ ਦੀ ਕੋਸ਼ਿਸ਼ ਕਰਦੇ ਪਏ ਹੋ, ਹੈ ਨਾ, ਕਿਉਂਕਿ ਤੁਹਾਡਾ ਮਨ ਸ਼ੁਰੂ ਤੋਂ ਇਸ ਤੁਹਾਡਾ ਤੁਸੀਂ ਹੁਣ ਚੇਂਜ ਕਰ ਲਓ ਆਪਣਾ ਮਾਈਂਡ, ਤੇ ਮੱਥੇ ਤੇ ਭਾਗ ਤੁਹਾਡੇ ਬਦਲ ਜਾਣਗੇ। ਤੁਸੀਂ ਕਰ ਲਓਗੇ ਮੈਂ ਅਗਲੇ ਹਫਤੇ ਤੋਂ ਨਹੀਂ ਆਣਾ, ਨਹੀਂ ਕਰਨਾ ਪਾਠ ਪੂਜਾ, ਨਹੀਂ ਕਰਨਾ ਇਸ ਪਾਸੇ। तो इत्थे किस्मत वीर जी कोई, I'm not, maybe I didn't use the right words and I'm sorry about that if I confuse anybody. इत्थे कोई किस्मत कोई ये नहीं है कि मेरी किस्मत च नहीं है, in the sense कि कोई randomly somebody is deciding my fate, you know. No, it's not the case like that. ਤੁਹਾਡੇ ਆਪਣੇ ਕਰਮ ਡਿਸਾਈਡ ਕਰਦੇ ਹਨ। ਹਾਂ, ਛੋਟੇ ਹੁੰਦਿਆਂ ਅਗਰ ਉਸ ਘਰ ਵਿੱਚ ਜਨਮ ਹੋਵੇ ਜਿਸ ਘਰ ਵਿੱਚ ਮਾਪਿਓ ਛੋਟੀ ਉਮਰ ਤੋਂ ਇਸ ਪਾਸੇ ਪ੍ਰੇਰ ਦੇਣ, ਅਗਰ, ਹੈ ਨਾ,
ਤੇ ਫਿਰ ਤੁਹਾਡਾ ਕੰਮ ਡੈਫੀਨਿਟਲੀ ਮਚ ਈਜ਼ੀਅਰ ਹੋ ਜਾਂਦਾ। देयर इज नो क्वेश्चन अबाउट दैट फैक्ट एट ऑल। ਪਰ ਇਹ ਸੰਗਤ ਦੀ ਖੋਜ ਵੀਰ ਜੀ ਜਿਹੜੀ ਹੈ, ਇਹ ਤੁਹਾਨੂੰ ਐਕਟਿਵ ਪਰਸੂਟ ਹੈ। ਇਹ ਸੰਗਤ ਦੀ ਖੋਜ ਇਹ ਪੈਸਿਵ ਪਰਸੂਟ ਨਹੀਂ ਹੈ ਕਿ ਮੇਰੇ ਜ਼ਿੰਦਗੀ 'ਚ ਕੋਈ ਬੰਦਾ ਆਏਗਾ ਤੇ ਫਿਰ ਮੈਂ ਦੇਖਾਂਗਾ। ਹਾਂਜੀ, ਜੇ ਕੁਝ ਕੰਮ ਕਰਨ ਦਾ ਨਹੀਂ ਹੋਏਗਾ ਤੇ ਗੁਰਦੁਆਰੇ ਜਾਵਾਂਗਾ ਜਾਂ ਬਾਣੀ ਪੜਾਂਗਾ ਜਾਂ ਕੀਰਤਨ ਸਿੱਖਾਂਗਾ। ਜੇ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ, ਕਰੋਨਾ ਵਾਇਰਸ ਆਇਆ ਹੋਇਆ ਜੀ, ਮੈਂ ਘਰ ਬੈਠਾ ਹੋਇਆ, ਹੁਣ ਮੇਰੇ ਕੋਲ ਵਿਹਲਾ, ਮੈਨੂੰ ਕੋਈ ਕੰਮ ਹੀ ਨਹੀਂ ਹੈ, ਇਸ ਵਾਸਤੇ ਮੈਂ ਕੀਰਤਨ ਸਿੱਖ ਲਾਂਗਾ। ਪਰ ਜਦੋਂ ਕਰੋਨਾ ਵਾਇਰਸ ਚਲਾ ਜਾਏਗਾ, ਬਿਜ਼ੀ ਹੋ ਜਾਵਾਂਗਾ, ਫਿਰ ਕੌਣ ਕੀਰਤਨ ਸਿੱਖੇਗਾ ਜੀ? ਫਿਰ ਕੀਰਤਨ ਦੀਆਂ ਕਲਾਸਾਂ ਪਿੱਛੇ ਰਹਿ ਜਾਣਗੀਆਂ। ਹਾਂਜੀ, ਇਹ ਅੰਦਰੋਂ ਹੈ। ਸੋ ਇਹ ਕਿਸਮਤ, when I said ਮੱਥੇ ਤੇ ਭਾਗ ਜਾਂ ਕਿਸਮਤ, I'm sorry if I confuse anybody, I never meant it that way। ਕੋਈ ਰੈਂਡਮ ਪ੍ਰੋਸੈਸ ਨਾਲ ਕੋਈ ਸਿਲੈਕਟ ਹੁੰਦਾ, ਕੋਈ ਮੱਥੇ ਤੇ ਭਾਗ ਲਿਖਣ ਵਾਲਾ ਉਹ ਹੈ। ਇਹ ਤੇ ਬਾਣੀ ਬੜੀ ਵਾਰੀ ਵਰਡ ਆਏ ਹਨ। ਹਾਂ, ਤੁਹਾਡੇ ਕਰਮ ਡਿਸਾਈਡ ਕਰਦੇ ਹਨ, ਤੁਸੀਂ ਡਿਸਾਈਡ ਕਰਦੇ ਹੋ ਅੱਗੇ ਨਾਲ। ਔਰ ਇੱਕ ਹੋਰ ਗੱਲ ਮੈਂ ਕਹਿ ਦਿਆਂ, ਮੱਥੇ ਤੇ ਭਾਗ ਜਿਹੜੇ ਮਰਜ਼ੀ ਲਿਖੇ ਹੋਣ, ਸਤਸੰਗ ਵਿੱਚ ਇਤਨੀ ਤਾਕਤ ਹੈ ਕਿ ਮੱਥੇ ਤੇ ਭਾਗ ਬਦਲੇ ਜਾ ਸਕਦੇ ਹਨ। ਇੱਥੇ ਆ ਕੇ ਕਿਸਮਤ ਬਦਲ ਜਾਂਦੀ ਹੈ। ਇੱਥੇ ਆ ਕੇ ਜਿਹੜੀ ਪ੍ਰੀ ਆਰਡੇਨਡ ਜਿਹੜੀਆਂ ਚੀਜ਼ਾਂ ਅਗਰ ਹੋਣ ਵਾਲੀਆਂ ਤੁਹਾਡੇ ਨਾਲ ਜਾਂ ਹੋਣੀਆਂ ਸਨ, ਬਿਕਾਜ਼ ਤੁਹਾਡੇ ਕਰਮ ਪਿਛਲੇ ਇਹੋ ਜਿਹੇ ਸਨ, ਉਹ ਵੀ ਬਦਲੇ ਜਾ ਸਕਦੇ ਹਨ। ਹਾਂਜੀ, ਕਿ ਜੇ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ ਹੀ ਵਰਡ ਆਏ। ਉਹਦੇ ਲੇਖੇ ਨਹੀਂ ਹੁੰਦੇ ਉਸ ਬੰਦੇ ਦੇ, ਉਹ ਕਿਸੇ ਲੇਖੇ ਜੋਖੇ ਚ ਨਹੀਂ ਆ ਸਕਦਾ। ਬਟ ਇਹੋ ਜਿਹੇ ਬੰਦੇ ਦੀ, ਲੇਕਿਨ ਗੱਲ ਉੱਥੇ ਆ ਜਾਂਦੀ ਕਿ ਇਹੋ ਜਿਹੇ ਬੰਦੇ ਦਾ ਸੰਗ ਮਿਲਣਾ ਇੰਨਾ ਈਜ਼ੀ ਨਹੀਂ ਹੈ। ਇਹੋ ਜਿਹੇ ਬੰਦੇ ਦਾ ਸੰਗ, ਇਹੋ ਜਿਹੇ ਜਨਾਂ ਦਾ ਸੰਗ। ਇਸੇ ਵਾਸਤੇ ਆਪਣੀ ਕੰਪਨੀ ਤੁਸੀਂ ਕਿਉਂ ਜੀ ਰੱਖਦੇ ਹੋ, ਉਹ ਤੁਸੀਂ ਜ਼ਰੂਰ ਦੇਖੋ ਆਪਣੀ, ਕਿ ਮੈਂ I meet these 6 people most often। I'm not trying to question, I'm not trying to pinpoint, I'm not trying to judgment नहीं है मेरी कोई judgment ਦੀ ਗੱਲ ਨਹੀਂ ਹੋ ਰਹੀ। ਬੜੇ ਲੋਕ ਮਿਸਅੰਡਰਸਟੈਂਡ ਕਰਕੇ ਕੋਈ ਜਜਮੈਂਟ ਕਰੇ ਕਿ ਕਿਉਂ ਜਮਾੜਾ ਖਰਾਬ ਹੈ। ਮੈਂ ਜਜਮੈਂਟ, ਤੁਸੀਂ ਇਹ ਗੱਲ ਸੋਚੋ ਕਿ ਮੈਂ ਇਹਨਾਂ 6 ਬੰਦਿਆਂ ਨਾਲ ਬਹੁਤ ਵਾਰੀ ਮਿਲਦਾ। ਜਦੋਂ ਮੈਂ ਇਹਨਾਂ 6 ਬੰਦਿਆਂ ਨਾਲ ਮਿਲਦਾ ਹਾਂ, ਮੈਨੂੰ ਪ੍ਰਮਾਤਮਾ ਦੀ ਤਰਫ ਜਾਣ ਵਾਸਤੇ ਮੈਨੂੰ ਬੜਾ ਉਤਸ਼ਾਹ ਪੈਦਾ ਹੁੰਦਾ ਅੰਦਰੋਂ। ਇਹਨਾਂ ਨੂੰ ਮਿਲ ਕੇ, ਜਦੋਂ ਇਹਨਾਂ ਨੂੰ ਮਿਲ ਕੇ ਵਾਪਸ ਆਂਦਾ, ਮੇਰੇ ਮਨ 'ਚ ਚਾਹ ਪੈਦਾ ਹੁੰਦਾ, ਯਾਰ ਮੈਂ ਵੀ ਕਰਾਂ ਕੁਝ, ਯਾਰ ਮੈਂ ਵੀ ਉੱਥੇ ਪਹੁੰਚ ਜਾਵਾਂ, ਯਾਰ ਮਰਨ ਤੋਂ ਪਹਿਲੇ ਕੁਝ ਅਚੀਵ ਕਰਕੇ ਜਾਵਾਂ ਇੱਥੋਂ ਮੈਂ ਵੀ। ਜੇ ਆਨਸਰ ਯੈਸ ਹੈ ਉਹਦਾ, ਤੇ ਬਹੁਤ ਚੰਗੀ ਕੰਪਨੀ ਹੈ ਫਿਰ ਉਹ। ਤੇ ਜੇ ਆਨਸਰ ਨਹੀਂ ਹੈ, ਤੇ ਫਿਰ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ। ਜੇ ਉਸ ਕੰਪਨੀ ਵਿੱਚ ਜਾ ਕੇ ਘਰ ਆ ਕੇ ਤੁਹਾਡੇ ਮਨ 'ਚ ਚਾਹ ਨਹੀਂ ਪੈਦਾ ਹੁੰਦਾ ਕਿ ਮੈਂ ਉਸ ਤਰਫ ਜਾਣਾ ਹੈ, ਤੇ ਫਿਰ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਵਾਲੀ ਅਵਸਥਾ ਨਹੀਂ ਪ੍ਰਾਪਤ ਹੋਈ ਵਾਲੀ, ਜਿਹੜੇ ਸਿੱਖ ਰੋਜ਼ ਅਰਦਾਸ ਵਿੱਚ ਕਰਦਾ ਹੈ। So hopefully I answered that question though, and I'm going to talk about the shlok now, and then we can wait for the rest of the questions later. Jasmine, if you can put up the shlok though, कि मैं पहले shlok जेड़ा है, I'm going to read that shlok though, पहले the entire shlok, and then I'm going to go through it though. The language ਦੀ ਸਹਿਸਕ੍ਰਿਤੀ ਹੈ, so pronunciation ਥੋੜੀਆਂ ਜਿਹੀਆਂ different and regular ਪੰਜਾਬੀ ਨਾਲੋਂ, ਲੇਕਿਨ ਲਿਖੀ ਜਿਹੜੀ ਹੈ ਗੁਰਮੁਖੀ ਕੈਰੈਕਟਰ ਵਿੱਚ ਹੈ, ਲੇਕਿਨ ਉਹਨੂੰ ਉਹਦੇ ਉੱਤੇ certain marks ਲਗਾਏ ਜਾਂਦੇ ਨੇ to have that certain flavor to it, ਕਿ language ਜਿਹੜੀ ਹੈ ਬਦਲੀ ਹੈ। ਤੇ when I read it you will understand it yourself। and ji, so I'm going to read the shlok first, ਕਿ ਮੰਤਰ ਰਾਮ ਨਾਮੰ ਧਿਆਨੰ ਸਰਬਤਰ ਪੂਰਨః ਗਿਆਨੰ ਸਮ ਦੁਖ ਸੁਖੰ ਜੁਕਤ ਨਿਰਮਲ ਨਿਰਵੈਣਰਾ ਦਿਆਲੰ ਸਰਬਤਰ ਜੀਆ पंच दोख विवर्जिता भोजनं गोपाल कीर्तनं अल्प माया जल कमल रहता उपदेशं सम मित्र सत्र भगवंत भगत भावनी पर निंदा न स्रोत श्रवणं आप त्याग सगल रेणुका खट लक्षण पूरन पुरखा नानक नाम साध सोजन। A number 40th shlok है in the series of the Sanskrit series which ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਗ 1357 ਤੇ ਇਹ ਸ਼ਲੋਕ ਜਿਹੜਾ ਹੈ ਉੱਥੇ ਦਰਜ ਹੈ। ਗੁਰੂ ਨਾਨਕ ਮਹਾਰਾਜ ਦੀ ਬਾਣੀ ਮਹੱਲੇ 5ਵੇਂ ਦੀ ਸ਼ਲੋਕ ਸੰਸਕ੍ਰਿਤੀ ਮਹੱਲੇ 5ਵੇਂ ਦੇ ਹਿੱਸੇ ਦੇ ਵਿੱਚੋਂ ਹੈ। ਤੇ ਪੰਡਤਾਂ ਨੇ ਕੁਐਸਚਨ ਕੀਤਾ ਉੱਥੇ ਕਿ ਮਹਾਰਾਜ ਬਾਰ-ਬਾਰ ਕਹਿ ਰਹੇ ਹੋ ਸਤਸੰਗ ਦਾ ਸੰਗ, ਸੰਤਾਂ ਦਾ ਸੰਗ, ਸੰਤ ਕੌਣ ਹਨ? ਸੰਤ ਦੀ ਡੈਫੀਨੇਸ਼ਨ ਦੱਸੋ, ਕੀ ਹਨ ਸੰਤ, ਕੌਣ ਹਨ ਪੂਰਨ ਪੁਰਖ? ਜਿਸ ਪੂਰਨ ਪੁਰਖ ਦੀ ਗੱਲ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਆਈ ਹੈ, ਜਿਸ ਪੂਰਨ ਪੁਰਖ ਦੀ ਗੱਲ ਹੁਣ ਇਸ ਸਾਧ ਵਾਲੀ ਅਸ਼ਪਦੀ ਚ ਆਈ ਹੈ, ਕੌਣ ਹੈ ਪੂਰਨ ਪੁਰਖ? ਕੌਣ ਹੈ? ਕੀ ਹੈ ਡੈਫੀਨੇਸ਼ਨ? ਕੀ ਇਹਨਾਂ ਚ ਕੀ ਖਾਸੀਅਤ ਹੈ ਜਿਹੜੀ ਸਾਡੇ ਚ ਨਹੀਂ ਹੈ? ਜਿਹੜੀ
ਮਹਾਰਾਜ ਇੱਥੇ ਖੱਟ ਲਕਸ਼ਣ 6 ਲਕਸ਼ਣ ਦੱਸੇ ਹਨ, 6 ਕੁਆਲਿਟੀਜ਼ ਵੱਡੀਆਂ ਕੁਆਲਿਟੀਜ਼ ਦਸੀਆਂ ਹਨ ਤੇ ਉਹਨਾਂ ਵਿੱਚੋਂ ਪਹਿਲੀ ਕੁਆਲਿਟੀ ਤੋਂ ਹੀ ਜਿਹੜੀ ਹੈ ਉਹ ਇੱਕ ਸਟੇਜ ਸੈੱਟ ਹੋ ਜਾਂਦੀ ਹੈ। ਉਹ ਹੈ ਕਿ ਮੰਤਰ ਰਾਮ ਰਾਮ ਰਮਣੰ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ। ਪੂਰਨਾ ਮਨੇ ਪੂਰਨ, ਪੂਰਨ ਪੁਰਖ ਤੇ ਹਮੇਸ਼ਾ ਜਿਹੜਾ ਕੰਪਲੀਟ ਹੋਵੇ, ਪੂਰਨ ਜਿਹੜਾ ਅੱਧਾ ਨਾ ਹੋਵੇ, ਪੂਰਾ ਨਾ ਹੋਵੇ। ਤੇ ਜਿਹੜਾ ਪ੍ਰਮਾਤਮਾ ਜਿਹੜਾ ਪਹਿਲੇ ਵੀ ਪੂਰਨ ਸੀ, ਜੈਸੇ ਕਿ ਵਾਰ ਦੀਆਂ ਬਿਗਨਿੰਗ ਲਾਈਨਸ ਹਨ, ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਆਦ ਮਨੇ ਉਹ ਟਾਈਮ ਕੱਢਣ ਤੋਂ ਪਹਿਲੇ ਵੀ ਪੂਰਾ ਸੀ ਤੇ ਮਧ ਵਿੱਚ ਵੀ ਪੂਰਾ ਸੀ, ਉਹ ਅੰਤ ਵਿੱਚ ਵੀ ਪੂਰਾ ਸੀ, ਉਹ ਹਮੇਸ਼ਾ ਪੂਰਾ ਰਿਹਾ। ਭਾਵ ਇੱਕ ਪ੍ਰਮਾਤਮਾ ਜਿਨ੍ਹਾਂ ਦਾ ਮੰਤਰ ਕਹਿੰਦੇ ਹਨ, ਇੱਕ ਟ੍ਰੈਡੀਸ਼ਨਲ ਟਾਈਮ 'ਚ ਮੰਤਰ ਦਾ ਮੀਨਿੰਗ ਹੁੰਦਾ ਕੋਈ ਮੰਤਰ ਦਾ ਜਾਪ ਕਰ ਲੈਣਾ। ਇੱਥੇ ਮੰਤਰ ਆਇਆ ਹੈ ਵਰਡ ਪ੍ਰਮਾਤਮਾ ਦੇ ਸ਼ਬਦ ਬਾਰੇ, ਜਿਨ੍ਹਾਂ ਦਾ ਅੰਦਰੋਂ ਧਿਆਨ ਪ੍ਰਮਾਤਮਾ ਦੇ ਸ਼ਬਦ ਵਿੱਚ ਪੂਰੀ ਤਰ੍ਹਾਂ ਰਹਿੰਦਾ ਹੈ। ਪਰ ਭਾਵ ਜਿਨ੍ਹਾਂ ਦਾ ਧਿਆਨ ਹਮੇਸ਼ਾ ਪ੍ਰਮਾਤਮਾ 'ਚ ਰਹਿੰਦਾ ਹੈ। ਭਾਵ ਜਿਨ੍ਹਾਂ ਦੀ ਯਾਦ ਇਤਨੀ ਸਟਰੋਂਗ ਹੈ, ਸਿਮਰਨ ਇਤਨਾ ਸਟਰੋਂਗ ਹੈ ਕਿ ਉਹਨਾਂ ਦਾ ਧਿਆਨ ਕਦੀ ਪ੍ਰਮਾਤਮਾ ਤੋਂ ਹਟਦਾ ਹੀ ਨਹੀਂ ਕਦੀ। ਤੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਕੰਮ ਉਹ ਕਰਨੇ ਛੋੜ ਦਿੰਦਾ ਬੰਦਾ। ਹਾਂਜੀ, ਇਹਦਾ ਮਤਲਬ ਇਹ ਨਹੀਂ ਕਿ ਸੰਤ ਜਿਹੜੇ ਹਨ ਉਹ ਮੇਰੇ ਵਰਗੇ ਜਾਂ ਤੁਹਾਡੇ ਵਰਗੇ ਬੰਦੇ ਨਹੀਂ ਬਣ ਸਕਦੇ ਜਾਂ ਕੋਈ ਹੋਰ ਨਹੀਂ ਬਣ ਸਕਦਾ, ਕਿਉਂਕਿ ਉਹ ਜੀ ਉਹ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਲਾਇਰ ਹੈ, ਤਾਂ ਆਪਣੇ ਕੰਮ ਤੇ ਜਾਂਦਾ, ਉਹਦੇ ਕੰਮ ਤੇ ਕਿਸਾਂ ਜਾਏਗਾ? ਨਹੀਂ, ਉਂਝ ਨਹੀਂ ਹੈ। ਉਹ ਗੱਲਾਂ ਵੀ ਕਰੇਗਾ, ਉਹ ਆਫਿਸ ਵੀ ਜਾਏਗਾ, ਤਾਂ ਵੀ ਉਹਦੀ ਯਾਦ ਅੰਦਰੋਂ ਨਿਰੰਤਰ ਬਣੀ ਰਹੇਗੀ। ਤੇ ਨਾਮਦੇਵ ਜੀ ਦਾ ਸ਼ਬਦ ਅਸੀਂ ਰਾਮਕਲੀ ਰਾਗ ਚ ਗਾਉਂਦੇ ਹੁੰਦੇ ਹਾਂ, ਸ਼ਬਦ ਸਿੱਖਿਆ ਵੀ ਹੋਇਆ, ਜਿਹਦੇ ਵਿੱਚ 2 3 4 5 6 ਐਗਜ਼ਾਮਪਲ ਦੇ ਕੇ ਸਮਝਾਇਆ। ਜਿਸ ਤਰ੍ਹਾਂ ਮਾਂ ਦਾ ਧਿਆਨ ਬੱਚੇ ਵਿੱਚ ਹੁੰਦਾ ਹੈ, ਪੂਰੇ ਘਰ ਵਿੱਚ ਜਾਂਦੀ ਹੈ, ਲੇਕਿਨ ਮਾਂ ਦਾ ਧਿਆਨ ਹਮੇਸ਼ਾ ਬੱਚੇ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਗਾਂ ਦਾ ਧਿਆਨ ਹਮੇਸ਼ਾ ਬਛੜੇ ਵਿੱਚ ਹੁੰਦਾ ਹੈ, ਚਾਹੇ ਗਾਂ ਚਰਨ ਵੀ ਦੂਰ ਚਲੀਆਂ ਜਾਣ। ਬੜੀਆਂ ਐਗਜ਼ਾਮਪਲ ਦੇ ਕੇ, ਜਿਸ ਤਰ੍ਹਾਂ ਸੁਨਿਆਰੇ ਦਾ ਧਿਆਨ ਕਨਿਕ ਉਹ ਸੋਨੇ ਵਿੱਚ ਹੁੰਦਾ ਹੈ, ਚਾਹੇ 10 ਬੰਦੇ ਆਪਸ ਬੈਠੇ ਹੋਣ, ਉਹਦਾ ਧਿਆਨ ਸੋਨੇ ਤੋਂ ਕਦੀ ਹਟਦਾ ਨਹੀਂ ਹੈ। ਉਸੇ ਤਰ੍ਹਾਂ ਪ੍ਰਮਾਤਮਾ ਦੇ ਜਿਹੜੇ ਪੂਰਨ ਪੁਰਖ ਹਨ, ਜਿਹੜੇ ਉਹਨਾਂ ਦਾ ਸਿਮਰਨ ਇਤਨਾ ਸਟਰੋਂਗ ਹੈ, ਉਹਨਾਂ ਦੀ ਯਾਦ ਇਤਨੀ ਸਟਰੋਂਗ ਹੈ, ਉਹਨਾਂ ਦਾ ਧਿਆਨ ਇਤਨਾ ਸਟਰੋਂਗ ਹੈ ਕਿ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਾ। ਉਹਨਾਂ ਦਾ ਧਿਆਨ, ਉਹਨਾਂ ਦਾ ਫੋਕਸ, ਉਹ ਪ੍ਰਮਾਤਮਾ ਦੀ ਯਾਦ, ਉਹਨਾਂ ਦੀ ਮੇਰੇ ਤੁਹਾਡੇ ਵਰਗੇ ਇੰਟਰਮਿਟੈਂਟ ਯਾਦ ਨਹੀਂ ਹੈ। ਹਾਂਜੀ, ਸਵੇਰੇ ਯਾਦ ਆ ਗਿਆ, ਦੁਪਹਿਰੇ ਭੁੱਲ ਗਿਆ, ਫਿਰ ਇੱਕ ਦਿਨ 2 ਦਿਨ ਨਾ ਯਾਦ ਆਇਆ, ਫਿਰ ਇੱਕ ਦਿਨ ਕਲਾਸ ਅਟੈਂਡ ਕੀਤੀ ਤੇ ਯਾਦ ਆ ਗਿਆ ਥੋੜਾ, ਫਿਰ ਉਹ ਪਾਠ ਕੀਤਾ ਤੇ ਕਦੀ ਯਾਦ ਆ ਗਿਆ, ਫਿਰ ਸ਼ਾਮੀ ਫਿਰ ਭੁੱਲ ਗਿਆ, ਫਿਰ ਉਹ ਯਾਦ ਆ ਗਿਆ। ਇਹ ਉਸ ਤਰ੍ਹਾਂ ਦਾ ਨਹੀਂ ਹੈ, ਇਹ ਨਿਰੰਤਰ ਧਿਆਨ ਹੈ, ਇਹ ਨਿਰੰਤਰ ਮੰਤਰ ਹੈ ਉਹਨਾਂ ਦਾ। ਇਹ ਪਹਿਲਾ ਲੱਖਣ ਹੈ ਸਾਧ ਪੁਰਖਾਂ ਦਾ ਕਿ ਉਹਨਾਂ ਦੀ ਯਾਦ ਜਿਹੜੀ ਹੈ, ਉਹਨਾਂ ਦਾ ਸਿਮਰਨ ਜਿਹੜਾ ਹੈ, ਉਹਨਾਂ ਦੀ ਪ੍ਰੇਮਾ ਭਗਤੀ ਜਿਹੜੀ ਹੈ, ਉਹ ਨਿਮਖ ਹਰ ਟਾਈਮ ਤੇ, ਹਰ ਐਵਰੀ ਬਿਟ, ਜਿਹੜੇ ਵੀ ਟਾਈਮ ਸਪੈਨ ਹੈ, ਉਸ ਟਾਈਮ ਸਪੈਨ 'ਚ ਇੱਕੋ ਜਿਹਾ ਰਹਿੰਦਾ ਉਹਨਾਂ ਦਾ ਉੱਪਰ ਦਾ ਘਟਦਾ ਵੱਧਦਾ ਨਹੀਂ ਹੈ, ਉਹਨਾਂ ਦਾ ਧਿਆਨ ਹਮੇਸ਼ਾ ਪ੍ਰਮਾਤਮਾ 'ਚ ਰਹਿੰਦਾ ਹੈ। ਤੇ ਦੂਸਰੀ ਕੁਆਲਿਟੀ ਜਿਹੜੀ ਲਿਖੀ ਨੇ ਉਹ ਹੈ ਕਿ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਣ ਰਾ। ਉਹਨਾਂ ਦਾ ਗਿਆਨ, ਉਹਨਾਂ ਦੀ ਨੌਲੇਜ, ਉਹਨਾਂ ਦਾ ਬਿਹੇਵੀਅਰ ਦੁੱਖ ਸੁੱਖ ਵਿੱਚ ਇੱਕੋ ਜਿਹਾ ਹੁੰਦਾ ਹੈ। ਹਾਂਜੀ, ਸੁੱਖ ਆਉਣ ਨਾਲ ਬਹੁਤ ਜ਼ਿਆਦਾ ਖੁਸ਼ ਹੋ ਕੇ ਤੇ ਪ੍ਰਮਾਤਮਾ ਨੂੰ ਭੁੱਲ ਨਹੀਂ ਜਾਂਦੇ, ਤੇ ਦੁੱਖ ਆਉਣ ਨਾਲ ਰੋਣਾ ਨਹੀਂ ਸ਼ੁਰੂ ਕਰ ਦਿੰਦੇ ਤੇ ਕਹਿੰਦੇ ਹਾਏ ਮੇਰੇ ਨਾਲ ਕੀ ਹੋ ਗਿਆ, ਇਹ ਕੀ ਹੋ ਗਿਆ, ਉਹ ਕੀ ਹੋ ਗਿਆ। ਉਸ ਵੇਲੇ ਫਿਰ ਨੱਸੇ ਜਾਂਦੇ ਨੇ ਪ੍ਰਮਾਤਮਾ ਕੋਲ, ਤੇ ਉਹਨਾਂ ਦਾ ਦੁੱਖ ਸੁੱਖ ਵਿੱਚ ਇੱਕੋ ਜਿਹੇ ਰਹਿੰਦੇ ਹਨ ਜੀ। ਉਹ ਪਿਛਲੇ ਹਫਤੇ ਐਗਜ਼ਾਮਪਲ ਦੇਖੀ ਹੈ ਨਾ, ਤਤੀ ਤਵੀ ਤੇ ਬੈਠਣ ਵਾਲਿਆਂ ਦੀ, ਗਰਮ ਰੇਤੇ ਸਹਿਣ ਵਾਲਿਆਂ ਦੀ, ਚੱਕਣੀਆਂ ਤੇ ਚੜਨ ਵਾਲਿਆਂ ਦੀ। ਵੱਡੇ ਘੱਲੂਘਾਰੇ 'ਚ 50,000 ਸਿੱਖ ਸ਼ਹੀਦ ਹੋ ਜਾਣੇ ਤੇ ਇਹ ਕਹਿ ਦੇਣਾ ਕਿ ਸਿਰਫ ਖੋਟ ਗਿਆ ਹੈ, ਖਾਲਸ ਰਹਿ ਗਿਆ ਹਾਲੇ। ਇਹ ਗਿਆਨੰ ਸਮ ਦੁੱਖ ਸੁਖੰ ਹੈ। ਦੁੱਖ ਸੁੱਖ ਵਿੱਚ ਇੱਕੋ ਜਿਹਾ ਵਿਵਹਾਰ ਕਰਨਾ, ਦੁੱਖ ਸੁੱਖ ਵਿੱਚ ਗਿਆਨ ਦਾ ਬਦਲਾਵ ਨਾ ਆਉਣਾ। ਭਾਵ ਦੁੱਖ ਸੁੱਖ ਨੂੰ ਉਸ ਪ੍ਰਮਾਤਮਾ ਦਾ ਹੁਕਮ ਵਿੱਚ ਮੰਨਣ ਲੈਣਾ, ਉਸਨੂੰ ਦੁੱਖ ਸੁੱਖ ਵਿੱਚ ਸੇਮ ਨਿਰੰਤਰ ਰਹਿ ਜਾਣਾ ਇੱਕ ਰੂਪ ਵਿੱਚ। ਤੇ ਇਹ ਉਹ ਕਰ ਸਕਦਾ ਹੈ ਜਿਹਦੀ ਜੁਗਤ ਨਿਰਮਲ ਨਿਰਵੈਣ ਰਾ ਹੋਵੇ। ਉਹ ਕੌਣ ਹੈ? ਜੁਗਤ ਹੁੰਦਾ ਰਹਿਣ ਦਾ ਤਰੀਕਾ, ਡੇਲੀ ਲਿਵਿੰਗ। ਜਿਨ੍ਹਾਂ ਦੀ ਡੇਲੀ ਲਿਵਿੰਗ ਵਿੱਚ ਨਿਰਮਲਤਾ ਹੋਵੇ, ਪਿਓਰਿਟੀ ਹੋਵੇ, ਜੁਗਤ ਨਿਰਮਲ ਹੋਵੇ, ਜਿਨ੍ਹਾਂ ਦੀ ਡੇਲੀ ਲਿਵਿੰਗ ਵਿੱਚ ਓਨੈਸਟ ਲਿਵਿੰਗ ਹੋਵੇ, ਜਿਨ੍ਹਾਂ ਦੀ ਤੇ ਓਨੈਸਟ ਲਿਵਿੰਗ ਜਿਨ੍ਹਾਂ ਦੀ ਹੁੰਦੀ ਹੈ, ਉਹ ਆਪਣੇ ਆਪ ਹੀ ਫਿਰ ਨਿਰਵੈਰ ਦੀ ਤਰ੍ਹਾਂ, ਭਾਵ ਕਿਸੇ ਨਾਲ ਹੇਟ ਨਹੀਂ ਕਰਦੇ ਹੋ। ਉਹ ਚਾਹੇ ਕੋਈ ਵੀ ਆ ਜਾਏ ਉੱਥੇ ਅੱਗੇ, ਉੱਥੇ ਚਾਹੇ ਫਿਰ ਔਰੰਗਜ਼ੇਬ ਵੀ ਹੋਵੇ, ਉਹਨੂੰ ਵੀ ਜ਼ਫਰਨਾਮੇ ਵਿੱਚ ਚਿੱਠੀ ਲਿਖ ਕੇ
ਤੇ ਇਹ ਕਿਹਾ ਜਾਂਦਾ ਹੈ ਕਿ ਹਾਂ ਤੇਰੇ 'ਚ ਇਹ ਬੜੀ ਮਾੜੀਆਂ ਗੱਲਾਂ ਹਨ ਤੇਰੇ 'ਚ, ਪਰ ਤੇਰੇ ਚੰਗਿਆਈਆਂ ਵੀ ਹਨ। ਬਿਲਕੁਲ ਨਿਰਵੈਰ ਰਹਿੰਦੇ ਹਨ। ਫਿਰ ਉਹ ਭਾਈ ਕਨ੍ਹਈਆ ਵਰਗੇ ਜਿਨ੍ਹਾਂ ਨੂੰ ਅੱਗੇ ਪਠਾਨ ਸੋਲਜਰ ਵੀ ਨਜ਼ਰ ਆਏ ਤੇ ਧਿਰਾਇਆ ਹੋਵੇ ਤੇ ਪਾਣੀ ਦੇਣ 'ਚ ਕਤਰਾਂਦਾ ਨਹੀਂ ਉਹ ਬੰਦਾ, ਕਿਉਂਕਿ ਉਹਨਾਂ ਦੀ ਜੁਗਤ ਨਿਰਮਲ, ਉਹ ਸੱਚੇ ਸੰਤ ਹੋਣ ਕਾਰਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਾ, ਉਹਨਾਂ ਦਾ ਗਿਆਨ ਦੁੱਖ ਤੇ ਸੁੱਖ ਵਿੱਚ ਇੱਕੋ ਜਿਹਾ ਰਹਿੰਦਾ ਹੈ। ਉਹਨਾਂ ਦੀ ਰਹਿਣੀ ਬਹਿਣੀ ਬੜੀ ਪਵਿੱਤਰ ਹੈ, ਉਹਨਾਂ ਦੀ ਰਹਿਣੀ ਬਹਿਣੀ ਵਿੱਚ ਨਿਰਵੈਰ ਭਾਵਨਾ ਹੈ। ਉਹ ਨਿਰਵੈਰ ਰਹਿੰਦੇ ਹਨ, ਉਹ ਨਹੀਂ ਵੈਰ ਕਰਦੇ ਕਿਸੇ ਨਾਲ, ਚਾਹੇ ਮਾੜਾ ਤੋਂ ਮਾੜਾ ਬੰਦਾ ਵੀ ਹੋਵੇ ਵੈਰ ਨਹੀਂ ਕਰਦੇ। ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਕਮਜ਼ੋਰ ਹੋ ਜਾਂਦੇ ਨੇ ਅੱਗੇ, ਇਹਦਾ ਮਤਲਬ ਇਹ ਨਹੀਂ ਹੋਏ ਕਿ ਲੋੜ ਪਵੇ ਤੇ ਤਲਵਾਰ ਨਹੀਂ ਖਿੱਚ ਲੈਂਦੇ ਆਪਣੀ ਸੱਚ ਦੀ ਲੜਾਈ ਵਾਸਤੇ। ਕਮਜ਼ੋਰ ਨਹੀਂ ਹਨ ਲੇਕਿਨ ਨਿਰਵੈਰ ਨਹੀਂ ਹਨ, ਹੇਟ ਨਹੀਂ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਇਤਨੇ ਤਸੀਹੇ ਦਿੱਤੇ ਗਏ। ਲਾਸਟ ਟਾਈਮ ਮੈਂ ਤੁਹਾਨੂੰ ਸੂਰਜ ਪ੍ਰਕਾਸ਼ ਤੋਂ ਪੜ੍ਹ ਕੇ ਸੁਣਾਇਆ, ਤੇ ਉਹਦੇ ਵਿੱਚੋਂ ਵੀ ਕੋਈ ਇਹ ਨਹੀਂ ਗੱਲ ਕਿ ਉਹਨਾਂ ਦੇ ਮੂੰਹੋਂ ਕੋਈ ਉਹ ਜਿਹੀ ਗੱਲ ਨਿਕਲੀ ਹੋਵੇਗੀ ਤੇਰਾ ਕੱਖ ਨਾ ਰਹੇ ਤੇਰਾ, ਜਾਂ ਤੇਰੇ ਕੋਈ ਬਦਦੁਆ ਦਿੱਤੀ ਹੋਏ ਮੂੰਹੋਂ। ਤੇ ਜੀਸਸ ਕ੍ਰਾਈਸਟ ਦੀ ਲਾਈਫ ਨੂੰ ਲਾ ਲਓ, ਉੱਥੇ ਵੀ ਆਈ ਮੀਨ ਉਹਨਾਂ ਨੂੰ ਜਦੋਂ ਚੜਾਇਆ ਗਿਆ ਤਾਂ ਉਹਨਾਂ ਨੇ ਮੂੰਹ ਤੇ ਇਹ ਨਹੀਂ ਕਿਹਾ ਨਾ ਕਦੀ ਕਿ ਮੇਰੇ ਨਾਲ ਕੀ ਹੋ ਰਿਹਾ, ਜਾਂ ਤੁਹਾਡੇ ਨਾਲ ਇਹ ਹੋ ਜਾਏ, ਤੁਹਾਡਾ ਕੰਮ ਸਾਰਾ ਖਰਾਬ ਹੋ ਜਾਏ। ਉਹਨੇ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ ਮੂੰਹ। ਉਹਨਾਂ ਨੂੰ ਪਤਾ ਨਹੀਂ ਕੀ ਕਰਦੇ ਪਏ, ਇਹਨਾਂ ਨੂੰ ਮਹਾਰਾਜ ਇਹਨਾਂ ਨੂੰ ਬਖਸ਼ ਦਿਓ, ਉਹਨਾਂ ਨੂੰ ਪਤਾ ਨਹੀਂ ਕੀ ਕਰਦੇ ਪਏ। ਸੋ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਾ। Jasmine, the screen still went away from here somehow. Anyway, I'm going to continue though whenever she can put it back. Dyalang sarvatra jiya panch dokh bivarjita. ਇਹ ਤੀਸਰਾ ਗੁਣ ਹੈ। ਦਿਆਲੰ ਸਰਬਤਰ ਜੀਆ, ਚਾਹੇ ਕੋਈ ਵੀ ਜੀ ਹੋਵੇ, ਚਾਹੇ ਉਹ ਵੈਜੀਟੇਸ਼ਨ ਹੋਵੇ, ਚਾਹੇ ਉਹ ਪੇੜ ਹੋਵਣ, ਚਾਹੇ ਉਹ ਘਾਹ ਹੋਵੇ, ਚਾਹੇ ਉਹ ਸੱਪ ਹੋਵੇ, ਚਾਹੇ ਉਹ ਕਿਸੇ ਵੀ ਕਿਸਮ ਦਾ ਜਾਨਵਰ ਹੋਵੇ, ਮਛਲੀ ਹੋਵੇ, ਚਾਹੇ ਇਨਸਾਨ ਹੋਵੇ, ਕਿਸੇ ਵੀ ਕਿਸਮ ਦਾ ਰੰਗ ਹੋਵੇ, ਮੈਨ ਹੋਏ ਵੂਮਨ ਹੋਏ, ਡਜ਼ਨਟ ਮੈਟਰ, ਲਾਲ ਪੀਲਾ ਕਾਲਾ, ਕਿਸੇ ਰਿਲੀਜਨ ਦਾ ਹੋਵੇ, ਦਿਆਲੰ ਸਰਬਤਰ ਜੀਆ। ਉਹ ਹਰ ਇੱਕ ਉਸਦੀ ਕ੍ਰੀਏਸ਼ਨ ਦੀ ਤਰਫ ਉਹ ਹਮੇਸ਼ਾ ਕਾਇੰਡ ਰਹਿੰਦੇ ਹਨ, ਆਪਣੇ ਉਹਨੂੰ ਬੜੇ ਦਿਆਲ ਹੁੰਦੇ ਹਨ ਉਹਦੀ ਤਰਫ, ਉਹਨਾਂ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦੇ ਹਨ। ਉਹ ਸੁੱਕੇ ਪੇੜ ਨੂੰ ਦੇਖ ਕੇ ਉਹਨਾਂ ਨੂੰ ਉਤਨਾ ਹੀ ਦੁੱਖ ਹੁੰਦਾ ਜਿੰਨਾ ਰੋਟੀ ਜਿਹਨੂੰ ਇਨਸਾਨ ਨੂੰ ਨਹੀਂ ਮਿਲਦੀ ਹੈ ਜੀ। ਉਹ ਪੇੜਾਂ ਨਾਲ ਤੇ ਪਹਾੜਾਂ ਨਾਲ ਤੇ ਨਦੀਆਂ ਨਾਲ ਤੇ ਉਹ ਜਾਨਵਰਾਂ ਨਾਲ ਉਨਾ ਹੀ ਪਿਆਰ ਕਰਦੇ ਹਨ ਜਿਤਨਾ ਇਨਸਾਨਾਂ ਨਾਲ ਕਰਦੇ ਹਨ ਆਪਣੇ ਨਾਲ। ਘੱਟ ਹਨ ਦੁਨੀਆ 'ਚ ਬੜੇ ਇਹੋ ਜਿਹੇ ਲੋਕ। ਦਿਆਲੰ ਸਰਬਤਰ ਜੀਆ, ਸਾਰੇ ਜੀਆਂ ਦੇ ਨਾਲ ਦਿਆਲ ਕਾਈਂਡਨੈਸ ਰੱਖਦੇ ਹਨ। ਉਹ ਕਿਉਂ ਕਰ ਸਕਦੇ ਹਨ? ਕਿਉਂਕਿ ਉਹ ਪੰਜ ਦੁੱਖ ਬਿਵਰਜਿਤਾ ਮਨੇ ਅਲੱਗ ਕਰ ਚੁੱਕੇ ਹਨ ਆਪਣੀ ਲਾਈਫ ਤੋਂ। ਇਹਨਾਂ ਚੋਰਾਂ ਨੂੰ ਇਹ ਜਿਹੜੇ ਪੰਜ ਦੋਖ ਜਿਹੜੇ ਚੁਣੇ ਹੋਏ ਹਨ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਜਿੱਤ ਪਾ ਲਿੱਤੀ ਉਹਨਾਂ ਨੇ, ਇਹਨਾਂ ਦੇ ਉੱਤੇ ਕਾਬੂ ਹੈ। ਇਹਨਾਂ ਤੇ ਕਾਬੂ ਹੋਣ ਦੇ ਕਾਰਨ ਦਿਆਲੰ ਸਰਬਤਰ ਜੀਆ ਹੈ। ਇਹ ਹਮੇਸ਼ਾ ਕਾਈਂਡਨੈਸ ਇਹਨਾਂ ਦੀ ਇੱਕ ਰਹੀ ਹੈ ਜੀ। ਤਾਂ ਅੱਜ ਦੁਨੀਆ ਦੀ ਹਰ ਅਖਬਾਰਾਂ ਵਿੱਚ ਖਾਲਸੇ ਦਾ ਜ਼ਿਕਰ ਹੈ, ਸੇਵਾ ਦਾ। ਕਿਉਂ? ਕਿਉਂਕਿ ਖਾਲਸੇ ਨੇ ਇਹ ਤੇ ਨਹੀਂ ਦੇਖਣਾ ਨੇ ਕੌਣ ਲੰਗਰ ਛਕਣ ਆ ਰਿਹਾ ਜੀ, ਕਿਹਨੂੰ ਛਕਾਣਾ, ਕੌਣ ਆ ਰਿਹਾ ਜੀ, ਬ੍ਰਾਹਮਣ ਆ ਰਿਹਾ ਹੈ, ਖੱਤਰੀ ਆ ਰਿਹਾ, ਮੁਸਲਮਾਨ ਆ ਰਿਹਾ, ਕੋਈ ਜੂਸ਼ ਬੰਦਾ ਆ ਰਿਹਾ, ਕੌਣ ਆ ਰਿਹਾ ਜੀ, ਕੋਈ ਅਫਰੀਕਨ ਅਮਰੀਕਨ ਹੈ ਜਾਂ ਕੌਣ ਕਿਸ ਕਿਸਮ ਦਾ ਹੈ, ਉਹਨਾਂ ਨੇ ਦੇਖਣਾ ਨਹੀਂ, ਉਹਨਾਂ ਕੋਈ ਮਤਲਬ ਨਹੀਂ ਸਾਨੂੰ। ਦਿਆਲੰ ਸਰਬਤਰ ਜੀ, ਉਹ ਹਰ ਇੱਕ ਜੀ ਨੂੰ ਪ੍ਰਮਾਤਮਾ ਦੀ ਬਣਾਈ ਹੋਈ ਹਰ ਚੀਜ਼ ਦੇ ਉੱਤੇ ਉਦੋਂ ਦੀ ਕਾਈਂਡਨੈਸ ਰਹਿੰਦੀ ਉਹਨਾਂ ਤੇ। ਉਹ ਉਹਨਾਂ ਦੀ ਤਕਲੀਫ ਨੂੰ ਆਪਣੀ ਤਕਲੀਫ ਸਮਝਦੇ ਹਨ, ਉਹਨਾਂ ਦੀਆਂ ਜ਼ਰੂਰਤਾਂ ਨੂੰ ਆਪਣੀਆਂ ਜ਼ਰੂਰਤਾਂ ਸਮਝਦੇ ਹਨ। ਕਾਈਂਡਨੈਸ ਉਹਨਾਂ ਦੀ ਲਾਈਫ ਦਾ ਹਿੱਸਾ ਹੈ। ਦਿਆਲੰ ਸਰਬਤਰ ਜੀਆ ਪੰਜ ਦੋਖ ਬਿਵਰਜਿਤਾ, ਕਿਉਂਕਿ ਪੰਜਾਂ ਦੇ ਉੱਤੇ ਉਹਨਾਂ ਦਾ ਕਾਬੂ ਹੈ। ਬਿਵਰਜਿਤਾ ਦੂਰ ਕਰ ਲਿੱਤਾ ਹੈ ਉਹਨਾਂ ਨੇ ਆਪਣੇ ਆਪ ਨੂੰ। ਤੇ ਚੌਥੇ ਦਾ ਤੇ ਪਰਸਨਲੀ ਲਾਈਫ ਦੇ ਨਾਲ ਮੇਰਾ ਬੜਾ ਪਿਆਰ ਹੈ, ਉਹ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ। ਤੇ ਉਹਨਾਂ ਦਾ ਖਾਣ ਪੀਣ ਦਾ, ਜਿਸ ਤਰ੍ਹਾਂ ਲੋਕਾਂ ਨੂੰ ਭੋਜਨ ਕਰਕੇ ਤ੍ਰਿਪਤੀ ਮਿਲਦੀ ਹੈ, ਜਿਸ ਨੂੰ ਖਾਣ ਪੀਣ ਨਾਲ ਲੋਕਾਂ ਨੂੰ ਸ਼ੌਕ ਕਰਕੇ ਤ੍ਰਿਪਤੀ ਮਿਲਦੀ ਹੈ, ਤੇ ਇਹਨਾਂ ਦੇ ਲੋਕਾਂ ਦੀ ਤ੍ਰਿਪਤੀ ਕੀਰਤਨ ਤੋਂ ਆਉਂਦੀ ਹੈ, ਪ੍ਰਮਾਤਮਾ ਦੀ ਕੀਰਤੀ ਤੋਂ ਮਿਲਦੀ ਹੈ। ਇਹ ਪ੍ਰਮਾਤਮਾ ਦਾ ਕੀਰਤਨ ਦਿਨ ਰਾਤ ਕਰਦੇ ਹਨ। ਭੋਜਨੰ ਗੋਪਾਲ ਕੀਰਤਨੰ, ਕੀਰਤਨ ਹੀ ਉਹਦੀ ਕਰਨੀ। ਸਾਡੇ ਵਿੱਚ ਕੀਰਤਨ ਦਾ ਮਤਲਬ ਹੈ ਪ੍ਰਮਾਤਮਾ ਦੇ ਗੁਣ ਗਾਣੇ ਜੋ ਗੁਰਬਾਣੀ 'ਚ ਲਿਖੇ ਹੋਏ ਹਨ, ਗੁਰਬਾਣੀ ਦੇ ਸ਼ਬਦਾਂ ਨੂੰ ਰਾਗਾਂ ਦੇ ਦੁਆਰਾ ਗਾਣਾ। ਭੋਜਨੰ ਗੋਪਾਲ ਕੀਰਤਨੰ, ਉਹਨਾਂ ਦਾ ਭੋਜਨ ਮਾਨੋ ਇਸ ਤਰ੍ਹਾਂ ਹੈ
ਜਿਸ ਤਰ੍ਹਾਂ ਉਹ ਗੋਪਾਲ ਦਾ ਕੀਰਤਨ ਹਮੇਸ਼ਾ ਕਰਦੇ ਹਨ, ਉਸ ਤਰ੍ਹਾਂ ਉਹਨਾਂ ਦੀ ਨਰਿਸ਼ਮੈਂਟ ਕੀਰਤਨ ਹੈ, ਲੈਟ ਮੀ ਪੁੱਟ ਇਟ ਦਿਸ ਵੇ। ਉਹਨਾਂ ਦਾ ਨਿਊਟ੍ਰੀਸ਼ਨ ਕੀਰਤਨ ਹੈ, ਉਹਨਾਂ ਦਾ, ਇਹਨਾਂ ਬੰਦਿਆਂ ਦਾ ਇਤਨਾ ਪਿਆਰ ਹੈ ਕੀਰਤਨ ਨਾਲ ਉਹਨਾਂ ਨੂੰ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ, ਤੇ ਬਹੁਤਾ ਲਾਲਚ ਨਹੀਂ ਕਰਦੇ। ਇਹਨਾਂ ਵਿੱਚ ਧੀਰਜ ਬਹੁਤ ਵੱਡਾ ਹੈ, ਇਹਨਾਂ ਵਿੱਚ ਧੈर्य ਬੜਾ ਵੱਡਾ ਹੈ। ਇਹ ਸੰਤੋਖੀ ਹਨ ਬੜੇ, ਇਹ ਸੇਵਾ ਕਰਨ ਵਾਲੇ ਹਨ। ਅਲਪ ਮਾਇਆ ਜਲ ਕਮਲ ਰਹਿਤਾ, ਇਹ ਆਸ-ਪਾਸ ਦੇਖਦੇ ਨਹੀਂ ਹਨ ਕਿ ਕਿਤਨਾ ਲੋਕਾਂ ਕੋਲ ਕਿਤਨਾ ਪੈਸਾ ਹੈ। ਘੱਟ ਪੈਸੇ ਵਿੱਚ ਵੀ ਜਿਸ ਤਰ੍ਹਾਂ ਕਮਲ ਫੁੱਲ ਪੈਸੇ ਦੇ ਪਾਣੀ ਦੇ ਵਿੱਚੋਂ ਖੜਿਆ ਰਹਿੰਦਾ ਹੈ, ਉਸੇ ਤਰ੍ਹਾਂ ਇਹਨਾਂ ਦਾ ਮਨ ਵੀ ਸੰਤੋਖੀ ਹੋਣ ਦੇ ਕਾਰਨ ਅਲਪ ਮਾਇਆ ਵਿੱਚ ਵੀ ਖੁਸ਼ ਰਹਿੰਦਾ ਹੈ, ਘੱਟ ਸੁੱਖ ਵਿੱਚ ਹੀ ਖੁਸ਼ ਰਹਿੰਦਾ ਹੈ। ਔਰ ਮੈਂ ਬੜੀ ਵਾਰੀ ਤੁਹਾਨੂੰ ਪਹਿਲੇ ਗੱਲ ਕਹਿ ਦਿੱਤੀ ਹੈ ਕਿ unfortunately money you need for survival, unfortunately money is not the source of happiness. I know a lot of people who make millions and millions of dollars a month, and they have 4 psychologists, psychiatrists that they go and visit also, ਸੁਖੀ ਪਦਾਰਥਾਂ ਤੋਂ ਸੁਖ ਨਹੀਂ ਹੈ, ਲੇਕਿਨ ਪਦਾਰਥ ਚਾਹੀਦੇ ਹਨ ਜੀਵਨ ਵਾਸਤੇ। ਹਾਂਜੀ, ਪਦਾਰਥ ਲੇਕਿਨ ਸੁਖ ਹੋਵਣ ਨਾ ਹੋਵਣ, ਇਹ ਉਹ ਦੇਣ ਵਾਲਾ, ਸੁਖ ਦਾ ਪ੍ਰਦਾਨ ਉਹ ਹੈ। ਇਸੇ ਵਾਸਤੇ ਕੀਰਤਨ ਜੀ ਹਮੇਸ਼ਾ ਅਸੀਂ ਕਈ ਵਾਰੀ ਉਹ ਸ਼ਬਦ ਪੜ੍ਹਦੇ ਹੁੰਦੇ ਹਾਂ ਕਿ ਸ਼ਬਦ ਹੈ ਕਿ ਜਿਹੜੇ ਕਿ ਤੁਸੀਂ ਦਿਓ ਪਦਾਰਥ ਮੈਨੂੰ, ਇਹ ਤੁਸੀਂ ਸੁਖ ਮੈਨੂੰ ਦਿਓ, ਲੇਕਿਨ ਜੇ ਤੁਸੀਂ ਰਲ ਜਾਓਗੇ ਇਹਨਾਂ ਸੁੱਖਾਂ ਵਿੱਚ, ਜੇ ਤੁਸੀਂ ਇਸ ਸੁੱਖ ਵਿੱਚ ਰਲੋਗੇ ਤੇ ਤਾਂ ਉਹ ਸੁੱਖ ਮੈਨੂੰ ਪ੍ਰਦਾਨ ਹੋਣਗੇ। ਕਿਉਂਕਿ ਪਦਾਰਥਾਂ ਵਿੱਚ ਉਹ ਸੁੱਖ ਨਹੀਂ ਹੈ, ਸੁੱਖ ਦੇਣ ਵਾਲਾ ਉਹ ਹੈ। ਪਦਾਰਥ ਜਿਹੜੇ ਹਨ ਉਹ ਸਿਰਫ ਮੀਡੀਅਮ ਹੈ ਤੁਹਾਡੀ ਲਾਈਫ ਚਲਾਉਣ ਵਾਸਤੇ, ਸੁੱਖ ਦੇਣ ਵਾਲਾ ਉਹ ਹੈ। ਤਾਂ ਸ਼ਬਦ ਅਸੀਂ ਉਹ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ, ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਤਾਂ ਹੀ ਹੋ ਸਕਦੀਆਂ ਜੇ ਉਹ ਨਦਰ ਕਰੇ ਤਾਂ, ਨਹੀਂ ਤੇ ਫਿਰ ਘਰ 'ਚ ਵੱਡੀ ਤੋਂ ਵੱਡੀ ਖੁਸ਼ੀ ਆਈ ਹੋਵੇ, ਵਿਆਹ ਹੋਵੇ ਘਰ, ਵੱਡੀ ਤੋਂ ਵੱਡੀ ਖੁਸ਼ੀ ਹੋਵੇ, ਤੇ ਉਹਨਾਂ ਖੁਸ਼ੀਆਂ 'ਚ ਬੰਦਾ ਮਾਣ ਨਹੀਂ ਸਕਦਾ ਖੁਸ਼ੀ ਕਈ ਵਾਰੀ। ਇਸੇ ਵਾਸਤੇ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ। ਤੇ ਅਗਲਾ ਜਿਹੜਾ ਹੈ, ਪੰਜਵਾਂ ਜਿਹੜਾ ਦਿੰਦੇ ਹਨ ਗੁਣ ਜਿਹੜਾ ਹੈ, ਉਹ ਹੈ, ਇਹ ਸਭ ਤੋਂ ਮੁਸ਼ਕਿਲ ਹੈ ਮੇਰਾ ਖਿਆਲ ਨਾਲ, ਉਪਦੇਸੰ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ। ਉਪਦੇਸੰ ਉਪਦੇਸ਼ ਦੇਣਾ ਕਿਸੇ ਨੂੰ ਕਹਿਣਾ ਵੀ ਐ ਨਾ ਕਰ ਤੇ ਉਹ ਕਰ। ਸਮ ਮਤਲਬ ਇੱਕੋ ਜਿਹਾ, ਮਿੱਤਰ ਮਨੇ ਦੋਸਤ ਤੇ ਸਤਰ ਮਨੇ ਦੁਸ਼ਮਣ। ਮਿੱਤਰ ਤੇ ਸਤਰ, ਜਿਹਨੂੰ ਦੋਸਤ ਸਮਝੇ ਜਾਂ ਸ਼ਤਰੂ ਸਮਝੇ, ਦੋਨਾਂ ਨੂੰ ਇੱਕੋ ਜਿਹਾ ਉਪਦੇਸ਼ ਦੇ। ਡਜ਼ਨਟ ਮੈਟਰ ਹੂ ਦੈਟ ਇਜ਼। ਜੇ ਮਿੱਤਰ ਆ ਜਾਏ ਤਾਂ ਵੀ ਉਹੀ ਉਪਦੇਸ਼ ਦੇਵੇ, ਜੇ ਸ਼ਤਰੂ ਆ ਜਾਏ ਕੋਈ ਤਾਂ ਵੀ ਉਹੀ ਉਪਦੇਸ਼ ਦੇ। ਇਹਦਾ ਇੰਟਰਨਲ ਮੀਨਿੰਗ ਹੈ, ਉਹਨਾਂ ਦਾ ਨਾ ਕੋਈ ਮਿੱਤਰ ਹੈ ਤੇ ਨਾ ਕੋਈ ਸ਼ਤਰੂ ਹੈ, ਸਭ ਨੂੰ ਆਪਣਾ ਮਿੱਤਰ ਸਮਝਦੇ ਨੇ, ਉਹਨਾਂ ਦੇ ਕੋਈ ਬੇਗਾਨਾ ਨਹੀਂ ਹੈ ਕੋਈ ਉਹਨਾਂ ਵਾਸਤੇ। ਇਸੇ ਵਾਸਤੇ ਲਾਹੌਰੋਂ ਚੱਲ ਕੇ ਮੀਆਂ ਮੀਰ ਜੀ ਨੇ ਆ ਕੇ ਨੀ ਦਰਬਾਰ ਸਾਹਿਬ ਰੱਖੀ, ਤੇ ਜੇ ਇਹ ਸਮਝਦੇ ਕਿ ਉਹ ਮੁਸਲਮਾਨ ਹਨ ਜੀ, ਉਹ ਫਕੀਰ ਹਨ, ਨਮਾਜ਼ ਪੜ੍ਹਨ ਵਾਲੇ, ਸਾਡਾ ਕੀ ਮਤਲਬ ਉਹਨਾਂ ਨਾਲ। ਜੇ ਇਹ ਗੱਲ ਹੁੰਦੀ ਤੇ ਫਿਰ ਇਹ ਗੱਲ ਨਾ, ਤੇ ਜੇ ਭਗਤਾਂ ਦੀ ਬਾਣੀ ਬਾ ਫਰੀਦ ਜੀ ਦੀ ਬਾਣੀ ਚੜਾਈ ਤੇ ਕਹਿੰਦੇ ਜੀ ਉਹਦੇ ਨਮਾਜ਼ ਪੜ੍ਹਨ ਵਾਲੇ ਹਨ, ਪਾਕ ਪੱਟਨ ਰਹਿਣ ਵਾਲੇ ਹਨ। ਹਾਂਜੀ, ਹਿੰਦੂ ਤੇ ਨਹੀਂ ਹਨ, ਸਿੱਖ ਤੇ ਨਹੀਂ ਹਨ, ਕਿਉਂ ਬਾਣੀ ਚੜਾਈ ਹੈ ਜੀ ਉਹਨਾਂ ਦੀ। ਹਾਂਜੀ, ਤੇ ਜੇ ਇਹ ਬਾਕੀ ਨਾਮਦੇਵ ਹਨ, ਦੂਸਰੇ ਭਗਤ ਹਿੰਦੂ ਭਗਤ ਹਨ, ਕਈਆਂ ਨੇ ਕ੍ਰਿਸ਼ਨ ਬਾਰੇ ਵੀ ਲਿਖਿਆ, ਨਾਮਦੇਵ ਜੀ ਨੇ ਕ੍ਰਿਸ਼ਨ ਦੇ ਵੀ ਭਗਤ ਰਹੇ, ਉਹਨਾਂ ਕ੍ਰਿਸ਼ਨ ਬਾਰੇ ਵੀ ਆਇਆ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ, ਉਹਨਾਂ ਦੀ ਬਾਣੀ ਵਿੱਚ ਸਪੈਸੀਫਿਕਲੀ। ਤੇ ਜੇ ਚਾਹੁੰਦੇ ਜੀ ਨਹੀਂ ਅਸੀਂ ਨਹੀਂ ਕਰਨੀ ਜੀ, ਇਹਨਾਂ ਦੀ ਬਾਣੀ ਨਹੀਂ ਝਾੜਨੀ ਅਸੀਂ, ਨਹੀਂ, ਉਹ ਗੱਲ ਨਹੀਂ ਹੈ। ਕਿਉਂਕਿ ਇਹ ਗੱਲ ਉਹਨਾਂ ਨੇ ਕਰਕੇ ਦਿਖਾਈ ਹੈ ਕਿ ਉਪਦੇਸੰ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ। ਇਹ ਤਾਂ ਹੋ ਸਕਦਾ ਹੈ ਕਿਉਂਕਿ ਉਹਨਾਂ ਦੀ ਭਗਤ ਤੇ ਭਾਵਨੀ ਰੂਪ ਹੈ, ਭਾਵ ਪਿਆਰ ਬੜਾ ਹੈ ਉਹਨਾਂ ਦੇ ਅੰਦਰ, ਉਹਨਾਂ ਦੇ ਪ੍ਰਮਾਤਮਾ ਦੇ ਅੰਦਰ ਸੱਚੀ ਭਗਤੀ ਦਾ ਪਿਆਰ ਹੈ, ਪ੍ਰੇਮਾ ਭਗਤੀ ਵਿੱਚ ਡੁੱਬੇ ਹੋਏ ਹਨ। ਪ੍ਰੇਮਾ ਭਗਤੀ ਚ ਡੁੱਬਣ ਵਾਲਿਆਂ ਨੂੰ ਪ੍ਰਮਾਤਮਾ ਦੇ ਉਹਨਾਂ ਦੀ ਕ੍ਰੀਏਸ਼ਨ ਚ ਹਰ ਰੂਪ ਵਿੱਚ ਉਹ ਨਜ਼ਰ ਆਉਂਦਾ ਹੈ। ਇਸ ਵਾਸਤੇ ਉਪਦੇਸੰ ਸਮ ਮਿੱਤਰ ਸਤਰ ਹੈ, ਉਹਨਾਂ ਦਾ ਉਪਦੇਸ਼ ਮਿੱਤਰ ਤੇ ਸਤਰ ਦੋਨਾਂ ਵਾਸਤੇ ਇੱਕੋ ਜਿਹਾ ਹੈ, ਉਹਨਾਂ ਦੇ ਫਰਕ ਨਹੀਂ ਪੈਂਦਾ ਉਹਨਾਂ ਦੋਨਾਂ ਨੂੰ, ਉਹਨਾਂ ਦੋਨਾਂ ਨੂੰ, ਭਾਵ ਉਹਨਾਂ ਦੇ ਜੀਵਨ ਚ ਕੋਈ ਮਿੱਤਰ ਸਤਰ ਨਹੀਂ ਹੈ ਕੋਈ, ਸਭ ਨੂੰ ਇੱਕੋ ਜਿਹਾ ਦੇਖਦੇ ਹਨ, ਇੱਕੋ ਜਿਹਾ ਉਪਦੇਸ਼ ਦਿੰਦੇ ਹਨ। ਤੇ ਲਾਸਟ ਹੈ, I wish everybody can follow including myself, ਉਹ ਹੈ ਕਿ ਪਰ ਨਿੰਦਾ ਨਾ ਸਰੋਤ ਸ਼ਰਵਣੰ ਆਪ ਤਿਆਗ ਸਗਰ ਰੇਣੂਕ। ਦੂਸਰਿਆਂ ਦੀ ਨਿੰਦਾ ਨਾ ਸੁਣਦੇ ਹਨ ਤੇ ਨਾ ਕਰਦੇ ਹਨ। ਕਿਉਂ ਨਹੀਂ ਕਰਦੇ ਉਹ ਦੂਸਰਿਆਂ ਦੀ ਨਿੰਦਾ? ਇਸ ਵਾਸਤੇ ਨਹੀਂ ਕਰਦੇ
ਕਿਉਂਕਿ ਉਹ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦੇ ਹਨ। ਆਪ ਤਿਆਗ ਸਗਲ ਰੇਣੂਕਾ, ਰੇਣੂਕਾ ਮਨੇ ਧੂੜ, ਉਹਨਾਂ ਦੀ ਡਸਟ ਜਿਹੜੀ ਹੈ ਫੀਟ ਦੀ, ਉਹ ਆਪੇ ਆਪ ਨੂੰ ਸਭ ਤੋਂ ਨੀਵਾਂ ਗਿਣਦੇ ਹਨ ਤੇ ਨਿੰਦਾ ਨਹੀਂ ਕਰਦੇ ਕਿਸੇ ਦੂਸਰੇ ਦੀ। ਤੇ ਨਿੰਦਾ ਦੀ ਡੈਫੀਨੇਸ਼ਨ ਜਿਹੜੀ ਹੈ, ਇੱਕ ਤੇ ਹੈ ਕਿ ਬੰਦਾ ਖਰਾਬ ਹੈ ਤੇ ਉਹਨੂੰ ਚੰਗੇ ਪਾਸੇ ਲਾਣਾ, ਉਹ ਨਿੰਦਾ ਨਹੀਂ। ਹਾਂਜੀ, ਉਹ ਮੈਂ ਕਲੀਅਰ ਕਰ ਦਿਆਂ ਇੱਥੇ ਗੱਲ। ਇੱਕ ਬੰਦਾ ਚੰਗਾ ਹੈ, ਇੱਕ ਬੰਦਾ ਖਰਾਬ ਹੈ ਜੀ, ਉਹ ਨੀਵੇਂ ਪਾਸੇ ਜਾ ਰਿਹਾ ਜ਼ਿੰਦਗੀ ਵਿੱਚ, ਲੇਕਿਨ ਉਹਦੀ ਕਿਸੇ ਚੌਥੇ ਬੰਦੇ ਦੇ ਸਾਹਮਣੇ ਜਾ ਕੇ ਬੁਰਾਈ ਕਰਨੀ, ਉਹ ਨਿੰਦਾ ਹੈ। ਜੀ ਉਹਨੂੰ ਸਮਝਾ ਦੇਣਾ ਕਿ ਇਹ ਨਾ ਕਰ, ਇਹ ਨਾ ਕਰ, ਇਹ ਠੀਕ ਹੋ ਜਾ, ਉਹ ਨਿੰਦਾ ਨਹੀਂ। ਤੇ ਇੱਕ ਬੰਦਾ ਚੰਗਾ ਹੋਵੇ, ਉਹ ਹੋਵੇ ਹੀ ਨਾ ਖਰਾਬ, ਤੇ ਉਹਦੀ ਨਿੰਦਾ ਕਰਨ ਦੇਣੀ, ਉਹ ਤੇ ਬਹੁਤ ਵੱਡਾ ਘੋਰ ਅਪਰਾਧ ਹੈ, ਬੜਾ ਵੱਡਾ। ਇਹਦੇ ਨਾਲ ਆਪਣੀ ਆਤਮਾ ਬੜੀ ਕਮਜ਼ੋਰ ਹੁੰਦੀ ਹੈ। ਇਸ ਵਾਸਤੇ ਪੂਰਨ ਪੁਰਖ ਦੀ ਇਹ ਇੱਕ ਨਿਸ਼ਾਨੀ ਹੋਰ ਵੀ ਹੈ ਕਿ ਪਰ ਨਿੰਦਾ ਨਾ ਸਰੋਤ ਸਰਵਣਮ, ਆਪ ਤਿਆਗ ਸਗਲ ਰੇਣੂਕਾ, ਆਪ ਚਰਨਾਂ ਦੀ ਧੂਲ ਵਿੱਚ ਰਹਿੰਦੇ ਹਨ ਤੇ ਦੂਸਰਿਆਂ ਦੀ ਨਿੰਦਾ ਨਹੀਂ ਕਰਦੇ। ਇਹੋ ਜਿਹੇ ਪੁਰਖ ਜਿਹੜੇ ਹਨ, ਖਟ ਲਖਣ ਪੂਰਨ ਪੁਰਖਾ, ਇਹੋ ਜਿਹੇ 6 ਲੱਛਣ ਜਿਹਦੇ ਚ ਆ ਜਾਵਣ, ਨਾਨਕ ਨਾਮ ਸਾਧ ਸਵਜਨਾ, ਇਹਨਾਂ ਦਾ ਨਾਮ ਸਾਧ ਹੈ, ਇਹਨਾਂ ਦਾ ਨਾਮ ਸਵਜਨ ਹੈ, ਇਹਨਾਂ ਦਾ ਨਾਮ ਪੂਰਨ ਪੁਰਖ ਹੈ। ਤੇ ਕਿਹੜੇ ਹਨ, ਮੈਂ ਦੁਬਾਰਾ ਰਿਵਾਈਜ਼ ਕਰਦੇ ਹਾਂ, ਜਿਨ੍ਹਾਂ ਦਾ ਸਿਮਰਨ ਹਮੇਸ਼ਾ ਪੂਰਾ ਰਹਿੰਦਾ ਹੈ, ਜਿਹੜੇ ਪੂਰੇ ਵਿੱਚ ਧਿਆਨ ਦਿੰਦੇ ਹਨ, ਜਿਨ੍ਹਾਂ ਦੀ ਯਾਦ ਨਿਰੰਤਰ ਹੈ, ਜਿਨ੍ਹਾਂ ਦਾ ਸਮ ਦੁੱਖ ਤੇ ਸੁੱਖ ਵਿੱਚ ਇੱਕੋ ਜਿਹੇ ਰਹਿੰਦੇ ਹਨ, ਜਿਨ੍ਹਾਂ ਨੇ ਪੰਜਾਂ ਨੂੰ ਜਿੱਤਿਆ ਹੋਇਆ ਹੈ, ਜਿਨ੍ਹਾਂ ਦੀ ਦਇਆ ਸਾਰਿਆਂ ਤੇ ਹੈ, ਬੜੇ ਦਿਆਲੂ ਹਨ, ਜਿਹੜੇ ਜਿਨ੍ਹਾਂ ਦੀ ਨਰਿਸ਼ਮੈਂਟ ਪ੍ਰਮਾਤਮਾ ਦੀ ਕੀਰਤੀ ਤੋਂ ਆਉਂਦੀ ਹੈ, ਜਿਨ੍ਹਾਂ ਦੀ ਨਰਿਸ਼ਮੈਂਟ ਪ੍ਰਮਾਤਮਾ ਦੀ ਕੀਰਤਨ ਤੋਂ ਆਉਂਦੀ ਹੈ, ਤੇ ਬੜੇ ਸੰਤੋਖ ਵਿੱਚ ਆਪਣੀ ਜੀਵਨ ਬਤੀਤ ਕਰਦੇ ਹਨ, ਜਿਨ੍ਹਾਂ ਦੇ ਜੀਵਨ ਚ ਕੋਈ ਮਿੱਤਰ ਸ਼ਤਰੂ ਨਹੀਂ ਹੈ, ਜਿਨ੍ਹਾਂ ਦੇ ਜੀਵਨ ਚ ਕੋਈ ਬੇਗਾਨਾ ਨਹੀਂ ਹੈ, ਜਿਨ੍ਹਾਂ ਦੇ ਜੀਵਨ ਚ ਕੋਈ ਦੁਸ਼ਮਣ ਨਹੀਂ ਹੈ, ਜਿਨ੍ਹਾਂ ਦਾ ਕੋਈ, ਸਭ ਨੂੰ ਇੱਕੋ ਜਿਹਾ ਸਮਝਦੇ ਹਨ ਤੇ ਇੱਕੋ ਜਿਹਾ ਉਪਦੇਸ਼ ਦਿੰਦੇ ਹਨ ਤੇ ਭਾਵਨੀ ਦਾ ਜੀਵਨ ਬਤੀਤ ਕਰਦੇ ਹਨ। ਤੇ ਜਿਹੜੇ ਦੂਸਰਿਆਂ ਦੀ ਨਿੰਦਾ ਨਹੀਂ ਕਰਦੇ, ਸ਼ਰਵਣ ਆਪਣੇ ਨਾ ਸੁਣਦੇ ਹਨ ਤੇ ਨਾ ਕਹਿੰਦੇ ਹਨ, ਤੇ ਨਿਮਰਤਾ ਵਾਲਾ ਜੀਵਨ ਜਿਹੜਾ ਬਤੀਤ ਕਰਦੇ ਹਨ, ਸਗਲ ਰੇਣੂਕਾ ਵਾਲਾ ਜੀਵਨ, ਇਹ ਇੱਕ ਪੂਰਨ ਪੁਰਖ ਦੀਆਂ ਨਿਸ਼ਾਨੀਆਂ ਹਨ। ਜੇ ਗੁਰੂ ਗੋਬਿੰਦ ਮਹਾਰਾਜ ਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੀ ਆਪ ਇਸ ਸ਼ਲੋਕ ਨੂੰ ਲਿਖ ਕੇ ਤੇ ਸਾਡੇ ਮਨ ਵਿੱਚ ਜਿੰਨੀਆਂ ਵੀ ਵਹਿਮ ਸਨ ਵੀ ਕੌਣ ਹਨ ਸੰਤ, ਤੇ ਇਹਦੇ ਵਿੱਚ ਤੁਸੀਂ ਦੇਖੋਗੇ ਇੱਕ ਜਗ੍ਹਾ ਨਹੀਂ ਗੱਲ ਆਈ ਵੀ ਉਹ ਕਿਹੜੇ ਕੱਪੜੇ ਪਾਏ ਉਹਨਾਂ ਨੇ, ਦੱਸੋ ਮੈਨੂੰ ਕਿਤੇ ਲਿਖਿਆ ਹੋਵੇ। ਇੱਕ ਜਗ੍ਹਾ ਦੱਸ ਦਿਓ ਲਿਖਿਆ ਹੋਵੇ ਕਿ ਉਹ ਸਿੱਖ ਹੀ ਹੋਵੇ ਤਾਂ ਹੈ ਜੀ ਇਹ ਗੱਲ, ਹਾਂਜੀ। ਇੱਕ ਜਗ੍ਹਾ ਲਿਖਿਆ ਹੋਵੇ ਕਿ ਔਰਤ ਨਹੀਂ ਹੋ ਸਕਦੀ, ਮਰਦ ਹੋ ਸਕਦਾ, ਖਾਲੀ ਲਿਖਿਆ ਹੋਵੇ ਕਿਤੇ ਦਿਖਾ ਦਿਓ, ਇੱਕ ਲਾਈਨ, ਇੱਕ ਵਰਡ ਮੈਨੂੰ ਦੱਸ ਦਿਓ ਕਿਤੇ ਲਿਖਿਆ ਹੋਵੇ ਕਿਤੇ ਕਿ ਉਹ ਮੁਸਲਮਾਨ ਨਹੀਂ ਹੋ ਸਕਦਾ ਜੀ ਕਦੀ ਪੂਰਨ ਸੰਤ, ਜਾਂ ਕ੍ਰਿਸਚਨ ਨਹੀਂ ਹੋ ਸਕਦਾ, ਜਾਂ ਜੂਇਸ਼ ਨਹੀਂ ਹੋ ਸਕਦਾ, ਜਾਂ ਸਿਰਫ ਸਿੱਖ ਹੀ ਹੋ ਸਕਦਾ ਖਾਲੀ, ਜਾਂ ਹਿੰਦੂ ਨਹੀਂ ਹੋ ਸਕਦਾ। ਇਹ ਵਹਿਮ ਹੈ ਸਾਡੇ, ਨਾ ਪਤਾ ਹੋਣ ਦੇ ਕਾਰਨ ਇਹ ਚੀਜ਼ਾਂ ਪੈਦਾ ਹੁੰਦੀਆਂ ਹਨ ਸਾਰੀਆਂ। ਇਹ ਸੱਚੇ ਦੀਆਂ ਨਿਸ਼ਾਨੀਆਂ ਹਨ, ਕਿਉਂਕਿ ਆਪ ਉਸ ਅਵਸਥਾ ਵਿੱਚ ਸਨ। ਤੇ ਇਹ ਖਟ ਲਕਸ਼ਣ ਜਿਹੜੇ ਹਨ ਸ਼ਲੋਕ ਸੰਸਕ੍ਰਿਤੀ ਵਿੱਚ, ਇਹ ਸ਼ਲੋਕ ਬਹੁਤ ਆਫਨ ਕੋਟਡ ਹੈ। ਹਾਂਜੀ ਜੈਸਮਿਨ, we can take the ਸ਼ਲੋਕ। ਇਹ ਆਫਨ ਕੋਟਡ ਸ਼ਲੋਕ ਹੈ ਜਿਹੜਾ ਬਾਣੀ ਵਿੱਚ ਬੜੀ ਵਾਰੀ ਜਿਹੜਾ ਨਿਰੂਪਣ ਕੀਤਾ ਗਿਆ ਇਸ ਸ਼ਲੋਕ ਦੇ ਉੱਤੇ। ਤੇ ਇਹ ਸ਼ਲੋਕ ਜਿਹੜਾ ਹੈ ਬਾਰ-ਬਾਰ ਆਥਰ ਇਸ ਸ਼ਲੋਕ ਨੂੰ ਕੋਟ ਕਰਦੇ ਹਨ, ਤੇ ਤਾਂ ਮੈਂ ਇਸ ਸ਼ਲੋਕ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। I'm going to stop for a few minutes and see if anybody has any questions on the definition of Puran Purkhi, ਕੌਣ ਹੈ ਸਾਧ ਸਵਜਨ। And then ਸੁਖਮਨੀ ਦੀ ਅਗਲੀਆਂ ਅਸ਼ਪਦੀਆਂ ਵਿੱਚ, ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਅੱਗੇ ਜਾ ਕੇ ਫਿਰ ਅਪਰਸ ਦੀ ਡੈਫੀਨੇਸ਼ਨ ਦੇਣਗੇ, ਭਗਉਤੀ ਦੀ ਡੈਫੀਨੇਸ਼ਨ ਦੇਣਗੇ, ਪੰਡਿਤ ਦੀ ਡੈਫੀਨੇਸ਼ਨ ਦੇਣਗੇ, ਜੀਵਨ ਮੁਕਤ ਦੀ ਡੈਫੀਨੇਸ਼ਨ ਦੇਣਗੇ। ਉਹਨਾਂ ਡੈਫੀਨੇਸ਼ਨਸ ਵਿੱਚੋਂ ਵੀ ਇੱਕ ਪੂਰਨ ਪੁਰਖ ਦੀ ਡੈਫੀਨੇਸ਼ਨ ਤੁਹਾਨੂੰ ਮਿਲ ਜਾਏਗੀ। ਫਿਰ ਅੱਗੇ ਜਾ ਕੇ ਅਸ਼ਪਦੀ ਨੰਬਰ 9 ਵਿੱਚ ਤੋਂ ਜਦੋਂ ਜੀਵਨ ਮੁਕਤ ਦੀ ਡੈਫੀਨੇਸ਼ਨ ਦੇਣਗੇ, ਉਹ ਸਭ ਤੋਂ ਉੱਚੀ ਅਵਸਥਾ ਹੈ, ਦੈਟ ਇਜ਼ ਉਹ ਸਿਖਰ ਹੈ ਇੱਕ ਦਾ, ਉਹ ਬਿਲਡ ਅਪ ਕਰਦੇ ਪਏ ਹਨ ਆਪਣਾ ਕੇਸ, 7 ਤੋਂ ਲੈ ਕੇ ਉਸ ਪੁਆਇੰਟ ਤੱਕ। ਹਾਂਜੀ, I'm going to stop for a few seconds and see what others have to say or any questions or something like that. Thank you, Surinder ji. Question ਹੈ ਸੀ, ਇਹ ਜਿਹੜੀਆਂ ਕੁਆਲਿਟੀਆਂ ਤੁਸੀਂ ਦੱਸੀਆਂ ਹੁਣ ਸਾਰੀਆਂ,
ਇਹ ਸੰਸਕ੍ਰਿਤੀ ਸ਼ਲੋਕ ਮੇਰਾ ਖਿਆਲ 13ਵਾਂ ਹੈਗਾ ਜਿਹਦੇ ਵਿੱਚੋਂ ਆਇਆ ਹੈ ਕਿਰਪੰਥ ਹਰੀਨ 40th 40 ਨਹੀਂ ਵੀਰ ਜੀ, ਮੈਂ ਉਹ 13ਵੇਂ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਹੈ ਕਿਰਪੰਥ ਹਰੀਨ ਮਤਤ ਗਿਆਨਨ ਵਿਕਸੀਤ ਬੁੱਧਾ ਕੁਸਲ ਥਾਨਨ। ਉਹ ਸ਼ਲੋਕ ਵਿੱਚ, ਉਸ ਸ਼ਲੋਕ ਵਿੱਚ ਪੂਰਨ ਪੁਰਖ ਦੇ ਮਿਲਾਪ ਨਾਲ ਜਿਹੜੀਆਂ ਚੇਂਜਸ ਹੁੰਦੀਆਂ ਹਨ, ਪੂਰਨ ਪੁਰਖ ਦੇ ਮਿਲਣ ਨਾਲ ਜਿਹੜੀਆਂ ਚੇਂਜਸ ਹੁੰਦੀਆਂ ਹਨ, ਉਹਨਾਂ ਚੇਂਜਸ ਦੀ ਗੱਲ ਆਈ ਹੈ। ਇਸ ਸ਼ਲੋਕ ਵਿੱਚ ਉਸ ਪੂਰਨ ਪੁਰਖ ਦੀ ਡੈਫੀਨੇਸ਼ਨ ਆਈ ਹੈ। ਸੋ ਫਰਕ ਇਹ ਹੈ ਕਿ ਉਸ ਸ਼ਲੋਕ ਵਿੱਚ ਆਇਆ ਹੈ ਕਿ ਅਗਰ ਉਹਨਾਂ ਨਾਲ ਤੁਹਾਡਾ ਮੇਲ ਜੋਲ ਬਹੁਤਾ ਵੱਧ ਜਾਵੇ ਤੇ ਇਹ ਫਿਰ ਚੇਂਜਸ ਤੁਸੀਂ ਰੋਕ ਨਹੀਂ ਸਕਦੇ, ਚੇਂਜਸ ਤੁਹਾਡੇ ਜੀਵਨ 'ਚ ਆਉਣਗੀਆਂ। ਉਹ 13ਵੇਂ ਸ਼ਲੋਕ ਵਿੱਚ ਉਸ ਗੱਲ ਦਾ ਫੋਕਸ ਜ਼ਿਆਦਾ ਹੈ ਤੇ ਇੱਥੇ ਫੋਕਸ ਹੈ ਕਿ ਉਹ ਸਾਧ ਸਵਜਨ ਕੌਣ ਹੈ। ਹਾਂਜੀ, ਸੋ ਦੈਟ ਇਜ਼ ਦ ਡਿਫਰੈਂਸ ਵਿੱਚ। ਸੋ ਇਹ ਕਿਰਪਾ ਮਹਾਰਾਜ ਦੀ ਹੋਏਗੀ ਤਾਂ ਹੀ ਇਹ ਕੁਆਲਿਟੀਜ਼ ਆਣਗੀਆਂ ਨਾ ਵੀਰ ਜੀ। ਕਿਰਪਾ ਹੁੰਦੀ ਹੈ ਤਾਂ ਜਦੋਂ ਇਹ ਪੂਰਨ ਪੁਰਖ ਦੀ ਸਭ ਤੋਂ ਵੱਡੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਨਾਲ ਮਿਲਦਾ ਹੈ ਬੰਦਾ, ਜਦੋਂ ਇਸ ਪੂਰਨ ਪੁਰਖ ਨਾਲ ਮੁਲਾਕਾਤ ਹੁੰਦੀ ਹੈ ਤੇ ਪੂਰਨ ਪੁਰਖ ਨਾਲ ਸਹੀ ਜਨ ਨਾਲ ਮੁਲਾਕਾਤ ਹੁੰਦੀ ਹੈ, ਜਗਿਆਸੂ ਨਾਲ ਮੁਲਾਕਾਤ ਹੁੰਦੀ ਹੈ। ਇਹ ਵੀ ਉਹਦੀ ਕਿਰਪਾ ਹੈ, ਬਹੁਤ ਵੱਡੀ ਕਿਰਪਾ ਹੈ, ਬਹੁਤ ਵੱਡੀ। ਇਹ ਅਨਇਮੈਜਿਨੇਬਲ ਕਿਰਪਾ ਹੈ ਜਿਹਦੇ ਉੱਤੇ ਟੁੱਟ ਜਾਏ ਉਹ, ਜਿਹੜੀਆਂ ਬਹੁਤੀਆਂ ਅਰਦਾਸਾਂ ਕਰੇ ਕਿ ਮੇਰੇ ਜੀਵਨ ਵਿੱਚ ਬਦਲਾਵ ਲੈ ਕੇ ਆਓ, ਹੈ ਮਹਾਰਾਜ ਮੈਨੂੰ ਬਖਸ਼ਿਸ਼ ਕਰੋ ਮੇਰੇ ਤੇ, ਮੇਰੇ ਜੀਵਨ ਵਿੱਚ ਕਿ ਇਹੋ ਜਿਹੇ ਇਨਸਾਨ ਦੇ ਦਰਸ਼ਨ ਕਰਾਓ ਮੈਨੂੰ, ਜਾਂ ਮੈਨੂੰ ਕਿਤਾਬਾਂ ਦੇ ਥਰੂ ਕਰਾਓ, ਜਾਂ ਮੈਨੂੰ ਟੇਪਾਂ ਦੇ ਥਰੂ ਕਰਾਓ, ਜਾਂ ਮੈਨੂੰ ਸੀਡੀਜ਼ ਦੇ ਥਰੂ ਕਰਾਓ, ਜਾਂ ਮੈਨੂੰ ਗੁਰਦੁਆਰੇ ਦੇ ਥਰੂ ਕਰਾਓ, ਜਾਂ ਮੇਰੇ ਜੀਵਨ 'ਚ ਇਹੋ ਜਿਹੇ ਪੁਰਖ ਲੈ ਕੇ ਆਓ ਜਿਸ ਜੀਵਨ ਦੇ ਪੁਰਖ ਆਉਣ ਕਾਰਨ ਮੇਰੇ ਜੀਵਨ 'ਚ ਬਦਲਾਵ ਆਵੇ। ਇਹ ਬਹੁਤ ਵੱਡੀ ਅਪਾਰ ਕਿਰਪਾ ਹੈ ਉਹਦੀ, ਜੇ ਉਹ ਬਖਸ਼ ਦੇਵੇ ਤੁਹਾਨੂੰ ਇਹ ਵਾਲਾ ਬੰਦਾ। ਬਹੁਤ ਉਹਦੀ ਜੇ ਬਹੁਤ ਟੁੱਟ ਜਾਏ ਤੁਹਾਡੇ ਤੇ ਤਾਂ ਇਹ ਗੱਲ ਬਣਦੀ ਹੈ ਯਾਰ। ਥੈਂਕ ਯੂ। ਨੋ ਪ੍ਰੋਬਲਮ ਵੀਰ ਜੀ, ਇੱਕ ਨਾ ਨਿੰਦਿਆ ਦੇ ਬਾਰੇ ਕੁਐਸਚਨ ਆਉਂਦਾ ਮਨ ਦੇ ਵਿੱਚ, ਉਹਦੀ ਥੋੜੀ ਜਿਹੀ ਕਲੈਰਿਟੀ ਚਾਹੀਦੀ ਹੈ। ਮੰਨ ਲਓ ਕਿ ਮੈਂ ਟਰੰਪ ਦੇ ਬਾਰੇ ਕੋਈ ਨੈਗੇਟਿਵ ਗੱਲ ਸੁਣੀ ਜਾਂ ਕਹਿ ਦਿੱਤੀ, ਜਾਂ ਮੰਨ ਲਓ ਇਹ ਜਿਹੜੇ ਪਿੱਛੇ ਇਨਸੀਡੈਂਟ ਹੋਇਆ ਹੈਗਾ ਕਿ ਕੋਈ ਜਿਹੜੇ ਪੁਲਿਸ ਵਾਲਿਆਂ ਨੇ ਏਦਾਂ ਦਾ ਕੋਈ ਹਰਕਤ ਕੀਤੀ, ਮੰਨ ਲਓ ਮੈਂ ਉਹਦੇ ਨਾਲ ਸਹਿਮਤੀ ਰੱਖ ਕੇ ਤੇ ਉਹਦੇ ਬਾਰੇ ਕੋਈ ਗੱਲ ਦੂਸਰੇ ਨਾਲ ਕਰ ਦਿੱਤੀ ਵੀ ਉਹ ਪੁਲਿਸ ਵਾਲੇ ਨੇ ਮਾੜਾ ਕੀਤਾ, ਤੇ ਵੀਰ ਜੀ ਉਹ ਨਿੰਦਿਆ ਹੋ ਜਾਂਦੀ ਹੈ? ਨਹੀਂ, ਉਹ ਨਿੰਦਿਆ ਨਹੀਂ ਹੈ ਵੀਰ ਜੀ, ਕਿਉਂਕਿ ਉਹ ਸੱਚ ਕਹਿ ਰਹੇ। ਨਾਲੇ ਤੁਹਾਨੂੰ you don't have the ability to go to the police person and explain that to him, so that part is okay, but ਕਿਸੇ ਦੀ ਇੱਥੇ ਨਿੰਦਿਆ ਦਾ ਵੀਰ ਜੀ ਇਹ ਹੈ ਕਿ ਤੁਸੀਂ ਸਮਝ ਲਓ ਕਿ ਉਹ ਕਰਨ ਨਾਲ ਜਿਹੜੇ ਤੁਹਾਡੇ ਮਨ ਵਿੱਚ ਨੈਗੇਟਿਵਿਟੀ ਵਧੇ, ਹਾਂਜੀ, ਉਹ ਨਿੰਦਿਆ ਨਹੀਂ ਚਾਹੀਦੀ। ਫੋਰ ਐਗਜ਼ਾਮਪਲ ਕੋਈ ਹੋਵੇ ਉਹ ਜਿਹਾ ਬੰਦਾ ਜਿਹੜਾ ਠੀਕ ਨਾ ਹੋਵੇ ਜਾਂ ਠੀਕ ਵੀ ਹੋਵੇ, ਲੇਕਿਨ ਤੁਹਾਨੂੰ ਉਹਦੇ ਤੋਂ ਜਲਨ ਹੋਵੇ, ਜੈਲਸੀ ਹੋਵੇ, ਜਾਂ ਤੁਸੀਂ ਉਹਦੇ ਤੋਂ ਇਨਸਿਕਿਉਰ ਫੀਲ ਕਰਦੇ ਹੋਵੋ, ਤੇ ਉਸ ਬੰਦੇ ਨੂੰ ਥੱਲੇ ਗਿਰਾਉਣ ਵਾਸਤੇ ਤੁਸੀਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿਓ ਜਾਂ ਉਹਦੇ ਬਾਰੇ ਬੁਰਾ ਕੁਝ ਕਹਿਣਾ ਸ਼ੁਰੂ ਕਰ ਦਿਓ, ਉਹ ਨਿੰਦਾ ਹੈ। ਨਹੀਂ, ਇਹ ਨਹੀਂ ਹੈ। ਕਿਸੇ ਨਾਲ ਸੱਚ ਦੀ ਤਰਫ ਹਾਂ ਕਰਨੀ ਜਾਂ ਕਹਿ ਦੇਣਾ ਵੀ ਤੁਸੀਂ ਗਲਤ ਹੋ, ਇਹ ਨਿੰਦਿਆ ਨਹੀਂ ਹੈ। ਥੈਂਕ ਯੂ ਵੀਰ ਜੀ। ਨੋ ਪ੍ਰੋਬਲਮ। ਹਾਂਜੀ, ਇਸ ਸ਼ਲੋਕ ਤੇ ਕੋਈ ਹੋਰ ਕੋਈ ਕੁਐਸਚਨ ਹੋਵੇ, ਜਿਹੜੀ ਚੀਜ਼ ਕੋਈ ਨਾ ਸਮਝ ਆਈ ਹੋਵੇ ਖਟ ਲਕਸ਼ਣ ਪੂਰਨ ਪੁਰਖਾ ਵਾਲੇ ਤੇ? Virji, I have a question. Virji, like you told us like 8 qualities. So sometimes it's very hard to find six qualities. Sorry, okay. Yeah. 6. Anji. So it's very hard to find these qualities, all these qualities in one person. So maybe we can just go for like if somebody has like 50% or मैं तो पहले already किया है, बिल्कुल। I already said that कि even if you don't find a अगर कोई जिज्ञासु भी होवे, जन होवे ਜਿਹੜਾ ਕਿ ਹਲੇ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਉੱਥੇ, but is trying to get there, ਉਹਨਾਂ ਦਾ ਜੀਵਨ ਦਾ ਸੰਗ ਵੀ, ਉਹਨਾਂ ਦਾ ਸੰਗ ਵੀ ਬਹੁਤ ਵੱਡਾ ਫਾਇਦੇਮੰਦ ਵਾਲਾ ਹੁੰਦਾ ਹੈ, ਬਹੁਤ ਜ਼ਬਰਦਸਤ ਫਾਇਦੇ ਵਾਲਾ। ਕਿਉਂਕਿ ਉਹ ਜੇ ਇਨਸਾਨ ਜਿਹੜੇ ਹਨ ਉਹ ਆਪਣੇ ਵਾਸਤੇ ਜੀਂਦੇ ਨਹੀਂ ਹਨ, ਉਹਨਾਂ ਦਾ ਜੀਵਨਾ ਹੋਰ ਕਿਸਮ ਦੀ ਜੀਵਨੀ ਹੁੰਦੀ ਹੈ ਉਹਨਾਂ ਦੀ। ਉਹ ਇਨਕਰੇਜਮੈਂਟ ਵੀ ਜੀਂਦੇ ਹਨ ਬੜੇ, ਉਹ ਪ੍ਰਵਾਹ ਨਹੀਂ ਕਰਦੇ ਨਾਲੇ ਕੋਈ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ, ਉਹ ਇਸ ਚੀਜ਼ ਦੀ ਵੀ ਪ੍ਰਵਾਹ ਨਹੀਂ ਕਰਦੇ ਕੋਈ, ਸੋ ਉਹਨਾਂ ਦਾ ਸੰਗ ਜਿਹੜਾ ਹੈ ਇਹ ਉਹਨਾਂ ਦੀ ਜੀਵਨੀ ਜਿਹੜੀ ਹੈ ਉਹ ਬੜੀ ਉੱਚ ਕੋਟੀ ਦੀ ਜੀਵਨੀ ਹੈ। ਫਿਰ ਉਹਦੇ ਨਾਲ ਤੇ ਫਰਕ ਤੇ ਪੈਂਦਾ ਹੈ ਨਾ ਦੀਦੀ, ਬੜਾ ਰੋਕ ਨਹੀਂ ਸਕਦੇ ਨਾ। ਹਾਂਜੀ 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 ਹਾਂਜੀ। Anybody? Nobody has any questions at all about the shlok?
I can start with my regular Ashwadi the discussion then. So Just thank you. Thank Hanji. you, Surinder ji. No problem at all. No problem. ਤੇ by the way ਸ਼ਲੋਕ ਜਿਹੜਾ ਹੈ ਮੇਰੀ ਤੇ ਇਨਕਰੇਜਮੈਂਟ ਹੀ ਹੈ, ਮੈਂ ਤੇ ਕਹਾਂਗਾ ਜ਼ਰੂਰ ਤੁਸੀਂ ਕਰੋ ਨਾ ਕਰੋ, ਕੰਠ ਕਰੋ ਇਸ ਸ਼ਲੋਕ ਨੂੰ, ਮੈਮੋਰਾਈਜ਼ ਕਰੋ ਇਸ ਸ਼ਲੋਕ ਨੂੰ, ਰੋਜ਼ ਉਚਾਰੋ ਇਸ ਸ਼ਲੋਕ ਨੂੰ, ਤੇ ਨਾਲ ਇਹ ਅਰਦਾਸ ਵੀ ਕਰੋ ਕਿ ਹੇ ਮੇਰੇ ਗੁਰੂ, ਮੇਰੇ ਜੀਵਨ ਵਿੱਚ ਕਿਹੋ ਜਿਹਾ ਬੰਦਾ ਜਾਂ ਇਹੋ ਜਿਹੇ ਪੁਰਖ ਨਾਲ ਮੁਲਾਕਾਤ ਮੇਰੀ ਵੀ ਕਰਾਓ। ਹਾਂਜੀ, ਮੈਂ ਵੀ ਦਰਸ਼ਨ ਕਰ ਸਕਾਂ ਇਸ ਮਹਾਨ ਇਹੋ ਜਿਹੇ, ਮੈਨੂੰ ਨਹੀਂ ਤੇ ਕਿਤਾਬਾਂ ਦੇ ਥਰੂ ਹੀ ਕਰਾ ਦਿਓ, ਮੈਨੂੰ ਇਨਕਰੇਜਮੈਂਟ ਕਰ ਦਿਓ ਕਿ ਉਹਨਾਂ ਦੇ ਮੈਂ ਕਲਗੀਧਰ ਚਮਤਕਾਰ ਹੀ ਪੜ੍ਹ ਲਵਾਂ, ਮੈਂ ਉਹਨਾਂ ਤੋਂ ਹੀ ਉਹਨਾਂ ਦੇ ਦਰਸ਼ਨ ਕਰ ਲਵਾਂ। ਮੈਂ ਇਹ ਅੰਦਰੋਂ ਮਨ ਚ ਜਿਹਦੀ ਆਵਾਜ਼ ਉੱਠਦੀ ਹੈ ਪ੍ਰਮਾਤਮਾ ਨੂੰ ਮਿਲਣ ਦੀ, ਇਹ ਦੱਸਦਿਆਂ ਤੁਹਾਨੂੰ ਮੈਂ ਗੱਲ ਬੜੀ ਕਲੈਰਿਟੀ ਨਾਲ। ਐਂਡ ਬਿਫੋਰ ਆਈ ਸਟਾਰਟ ਆਈ ਐਮ ਗੋਇੰਗ ਟੂ ਰੀਡ ਅ ਫੁਟਨੋਟ, just 1 second, let me go get that. I had it here a second ago. So Guru Nanak Chamatkar which actually 2 ਹਫ਼ਤੇ ਪਹਿਲੇ we have a group from ਭਵਰਾਜ ਜੀ ਦਾ ਜਿਹਦੇ ਨਾਲ ਅਸੀਂ ਕਰਦੇ ਹੁੰਦੇ ਆ twice a week, ਉਹਦੇ ਵਿੱਚ ਇੱਕ ਫੁਟਨੋਟ ਸੀ ਦਿੱਤਾ ਹੋਇਆ। ਮੈਂ ਉਹ ਫੁਟਨੋਟ ਮੈਂ ਆਪਣੀ ਕੋਈ ਨਹੀਂ ਜਾਣ ਰਿਹਾ, ਮੈਂ ਇੱਥੇ ਤੁਹਾਨੂੰ ਖਾਲੀ I'm going to just read it out the footnote, though under quotations ਹੈ ਸਾਰਾ। ਜਿਹਨੇ ਅਗਰ ਪੜ੍ਹਨਾ ਹੋਵੇ ਬਾਅਦ ਵਿੱਚ ਗੁਰੂ ਨਾਨਕ ਚਮਤਕਾਰ ਦੀ ਵੋਲਿਊਮ ਨੰਬਰ 2 ਵਿੱਚ ਪੇਜ ਨੰਬਰ 85 ਤੇ ਫੁਟਨੋਟ ਹੈ ਵਾਲਾ, anybody can go read it if they want to। ਤੇ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ let me read it out to you ਕਿ ਗੁਰੂ ਘਰ ਵਿੱਚ ਅੰਡਰ ਕੋਟੇਸ਼ਨ ਹੈ ਜੀ ਸਾਰਾ, ਹੈ ਜੀ, ਇਹ ਮੇਰੇ ਵਰਡ ਨਹੀਂ ਹੈ, ਇਹ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੇ ਵਰਡ ਹਨ। ਗੁਰੂ ਘਰ ਵਿੱਚ somebody is not muted, if Jasmine, if you can mute everybody, ਆਏ ਹਨ ਵਰਡ ਕਿ ਗੁਰੂ ਘਰ ਵਿੱਚ ਨਿਰੀ ਸਕਸ਼ਮੀ ਉਪਾਸਨਾ ਕਾਲ ਤੇ ਨਾਮ ਦੀ ਕਮਾਈ ਦਾ ਅਸੂਲ ਵੀ ਹੈ, ਪਰ ਸੰਗਤ ਵਿੱਚ ਉਪਾਸਨਾ ਦਾ ਅਸੂਲ ਵੀ ਹੈ। ਮਤਲਬ ਕਿ ਇੱਕ ਤੇ ਤੁਹਾਡੀ ਪਰਸਨਲ ਐਫਰਟ ਐਂਡ ਤੁਹਾਡੇ ਪਰਸਨਲ ਐਫਰਟ ਆਰ ਇੰਪੋਰਟੈਂਟ ਆਲਸੋ, ਕਿਉਂਕਿ ਹਮੇਸ਼ਾ ਤੋਂ ਬੰਦਾ ਕੋਈ ਨਾਲ ਨਹੀਂ ਰਹਿ ਸਕਦਾ ਤੁਹਾਡੇ, ਹਮੇਸ਼ਾ ਤੇ ਕੋਈ ਬੰਦਾ every time when you go to school your teacher is not with you all the time, there is some work that you have to do yourself also, ਹਾਂਜੀ, ਪਰਸਨਲ ਐਫਰਟ ਵੀ ਹੈ। ਤੇ ਸੰਗਤ ਵਿੱਚ ਹੀ ਉਪਾਸਨਾ ਹੈ, ਭਾਵ ਇੱਕ ਐਫਰਟ ਉਹ ਹੈ ਤੇ ਦੂਸਰਾ ਐਫਰਟ ਜਿਹੜਾ ਹੈ ਉਸ ਜਨ ਨਾਲ ਜਾਂ ਉਸ ਪੂਰਨ ਪੁਰਖ ਨਾਲ ਜਾਂ ਉਸ ਗੁਰੂ ਨਾਲ ਜਾਂ ਸਤਸੰਗਤ ਨਾਲ ਹੁੰਦਾ ਹੈ। ਫॉर एग्जांपल ਦਿੰਦੇ ਹਨ ਇੱਥੇ ਕਿ ਜੈਸੇ ਜਪਜੀ ਦਾ ਪਾਠ ਸਖਮੀ ਉਪਾਸਨਾ ਹੈ। ਜਪਜੀ ਸਾਹਿਬ ਦਾ ਪਾਠ ਤੁਹਾਡਾ ਪਰਸਨਲ ਹੈ, ਤੁਹਾਡਾ ਜਪਜੀ ਸਾਹਿਬ ਦੇ ਪਾਠ ਕਰਨ ਦੇ ਟਾਈਮ you don't need to have somebody else, so you can do it yourself and get engrossed in japji yourself, जैसे जपजी ਦਾ ਪਾਠ ਸਖਮੀ ਉਪਾਸਨਾ ਹੈ, ਪਰ ਰਹਿਰਾਸ ਦਾ ਪਾਠ ਸਖਮੀ ਵੀ ਹੈ ਤੇ ਦੀਵਾਨ ਵਿੱਚ ਬੈਠ ਕੇ ਸ਼ਰਵਨ ਕਰਨਾ ਸੰਗਤੀ ਉਪਾਸਨਾ ਵੀ ਹੈ। ਆਸਾ ਕੀ ਵਾਰ ਦਾ ਕੀਰਤਨ ਸੰਗਤੀ ਹੈ। ਸੋ ਜਿਸ ਤਰ੍ਹਾਂ ਜਪਜੀ ਦਾ ਪਾਠ ਜਿਹੜਾ ਵੇ ਉਹ ਪਰਸਨਲ ਹੈ, ਪਰ ਰਹਿਰਾਸ ਗੁਰਦੁਆਰੇ ਵੀ ਲੋਕ ਸੁਣਦੇ ਹਨ ਆ ਕੇ ਤੇ ਘਰ ਵੀ ਕਰ ਲੈਂਦੇ ਹਨ, ਪਰ ਕਈ ਚੀਜ਼ਾਂ ਸੰਗਤੀ ਹਨ, ਜਿਸ ਆਸਾ ਕੀ ਵਾਰ ਦਾ ਕੀਰਤਨ ਹੈ। ਆਸਾ ਦੀ ਵਾਰ ਦੀ ਚੌਂਕੀ ਜਿਹੜੀ ਹੈ ਉਹ ਘਰ ਨਹੀਂ ਲਗਾਈ ਜਾਂਦੀ ਜਨਰਲੀ ਸਪੀਕਿੰਗ, ਹਾਂਜੀ। Most people will not be able to sing the whole thing, and even if they were to sing it, there's a general rule ਗੁਰਦੁਆਰੇ ਚ ਲੱਗਦੀ ਹੈ, ਸੰਗਤੀ ਹੈ ਉਹ। ਪਰ ਅਗਲਾ ਪੈਰਾਗ੍ਰਾਫ ਜਿਹੜਾ ਹੈ ਅੰਡਰ ਕੋਟੇਸ਼ਨ ਉਹ ਬਹੁਤ ਇੰਪੋਰਟੈਂਟ ਹੈ, ਪਲੀਜ਼ ਲਿਸਨ ਵੈਰੀ ਕੇਅਰਫੁਲੀ। ਮੈਂ ਹੋਰ ਵਿਸਤਾਰ ਨਾਲ ਡਿਸਕ੍ਰਾਈਬ ਕਰਾਂਗਾ। ਭਾਈ ਸਾਹਿਬ ਕਹਿੰਦੇ ਹਨ, ਇਸ ਤਰ੍ਹਾਂ ਨਾਮ ਦਾ ਸੰਸਕਾਰ ਗੁਰਮੁਖ ਮੰਡਲ ਵਿੱਚ ਹੁੰਦਾ ਹੈ। ਅੱਗੋਂ ਨਾਮ ਦੀ ਕਮਾਈ ਕਰਨੀ ਹੈ। ਨਾਮ ਦੀ ਕਮਾਈ ਕਰਨੀ ਹੈ, ਪ੍ਰਮਾਤਮਾ ਨਾਲ ਪਿਆਰ ਪਾਣਾ ਹੈ, ਬਾਣੀ ਦੇ ਨਜ਼ਦੀਕ ਆਣਾ ਹੈ। ਕਿਸ ਤਰ੍ਹਾਂ ਹੁੰਦੀ ਹੈ ਉਹ? ਅੱਗੋਂ ਨਾਮ ਦੀ ਕਮਾਈ ਕਰਨੀ ਹੈ। ਇਸ ਕਮਾਈ ਕਰਦਿਆਂ ਸਹਾਇਤਾ ਦੀ ਲੋੜ ਪੈਂਦੀ ਹੈ। ਇਸ ਕਮਾਈ ਵਿੱਚ ਯੂ ਨੀਡ ਹੈਂਡ ਹੋਲਡਿੰਗ, ਹੈਲਪ ਦੀ ਲੋੜ ਪੈਂਦੀ, ਸਹਾਇਤਾ ਦੀ ਲੋੜ ਪੈਂਦੀ ਹੈ। ਉਸ ਲਈ ਨਾਮੀ ਪੁਰਖ ਦੀ ਸੰਗਤ ਦਾ ਅਸੂਲ ਹੈ, ਜਿਸ ਨੂੰ ਸਤਸੰਗ ਕਹੀਦਾ ਹੈ। ਗੁਰਮੁਖ ਦਾ ਮੇਲ, ਸਾਧ ਦਾ ਸੰਗ ਰੋਜ਼ ਮੰਗੀਦਾ ਹੈ। ਰੋਜ਼ ਅਰਦਾਸ ਵਿੱਚ ਇਹ ਵਰਡ ਆਏ ਹਨ। ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਦੇ ਵਰਡ ਜਿਹੜੇ ਹਨ ਅਰਦਾਸ ਵਿੱਚ ਬਹੁਤ ਪਹਿਲੇ ਐਡ ਕਰਾਏ ਗਏ ਵਰਡ ਹੈ। ਔਰ ਰਿਮੈਂਬਰ ਜਿਹੜੀ ਐਂਡ ਵਿੱਚ ਕਿਹਾ ਜੋ ਚੀਜ਼ਾਂ ਜਾਣਦੇ ਨੇ ਉਹ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ। ਇਹ ਕਨਕਲੂਜਨ ਹੈ ਅਰਦਾਸ ਦਾ। ਇਹ ਸਾਰੀ ਗੱਲ ਖਤਮ ਹੋਣ ਤੋਂ ਬਾਅਦ ਇਹ ਕਹੀ ਜਾਂਦੀ ਹੈ ਗੱਲ ਲਾਸਟ ਵਿੱਚ ਕਿ ਇਹ ਹੁਣ ਦੇਖ ਲਈ, ਹੁਣ ਦਿਨ ਚੜਿਆ ਹੈ, ਹੁਣ ਇਹੋ ਜਿਹੇ ਬੰਦੇ ਨਾ ਮਿਲਾਈ ਜਿਸ ਨਾਲ ਮਿਲ ਕੇ ਮੈਂ ਤੇਰੇ ਤੋਂ ਦੂਰ ਹੋ ਜਾਵਾਂ। ਹੁਣ ਇਹੋ ਜਿਹੇ ਬੰਦੇ ਦੇ ਦਰਸ਼ਨ ਨਾ ਕਰਾਈ ਜਦੋਂ ਦੇਖਦੇ ਹੀ ਝੂਠ ਨਜ਼ਰ ਆਏ ਮੈਨੂੰ।
ਹੁਣ ਦਰਸ਼ਨ ਇਹੋ ਜਿਹੇ ਬੰਦਿਆਂ ਦੇ ਕਰਾਈ ਪੂਰੇ ਦਿਨ, ਜਿਹਨੂੰ ਦੇਖਦਿਆਂ ਸੁਖਮਨੀ ਯਾਦ ਆਏ, ਜਿਹਨੂੰ ਦੇਖਦਿਆਂ ਕੀਰਤਨ ਯਾਦ ਆਏ, ਜਿਹਨੂੰ ਦੇਖਦਿਆਂ ਬਾਣੀ ਯਾਦ ਆਏ। ਇਹ ਅਰਦਾਸ ਹੈ ਸਿੱਖ ਦੀ। ਉਸ ਲਈ ਨਾਮੀ ਪੁਰਖ ਦੀ ਸੰਗਤ ਦਾ ਅਸੂਲ ਹੈ, ਜਿਸ ਨੂੰ ਸਤਸੰਗਤ ਕਹੀਦਾ ਹੈ। ਗੁਰਮੁਖ ਦਾ ਮੇਲ ਸਾਧ ਦਾ ਸੰਗ ਰੋਜ਼ ਮੰਗੀਦਾ ਹੈ। ਸੋ ਨਾਮ ਰਤੇ ਗੁਰਮੁਖ ਦਾ ਸਤਸੰਗ ਕਰਕੇ, ਨਾਮ ਦੀ ਕਮਾਈ ਵਿੱਚ ਸਹਾਇਤਾ ਪ੍ਰਾਪਤ ਕਰਕੇ ਲਿਵ ਵਿੱਚ ਅਪੜੀਦਾ ਹੈ। ਸਤਸੰਗ ਦੀ ਮਹਿਮਾ ਤੇ ਲੋੜ ਗੁਰੂ ਘਰ ਵਿੱਚ ਅਮਿਤ ਦਸੀ ਹੈ, ਪਰ ਗੁਰੂ ਦਾ ਦਰਜਾ ਦਸਾਂ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਹੈ। ਅੱਗੋਂ ਸਤਸੰਗ ਹੈ ਗੁਰਮੁਖ ਦਾ, ਗੁਰੂਆਂ ਦੀ ਗੱਲ ਅਲੱਗ ਹੈ, ਉਹ ਅਲੱਗ ਲੈਵਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਅਲੱਗ ਲੈਵਲ ਹੈ, ਦਸਾਂ ਗੁਰੂਆਂ ਦਾ ਅਲੱਗ ਲੈਵਲ ਹੈ, ਗੁਰੂ ਪੰਥ ਦਾ ਅਲੱਗ ਲੈਵਲ ਹੈ। ਲੇਕਿਨ ਅੱਗੇ ਹੈ ਸਤਸੰਗ, ਉਹ ਹੈ ਗੁਰਮੁਖਾਂ ਦਾ ਸਤਸੰਗ, ਜਿਹੜਾ ਇੱਥੇ ਮੈਂ ਡੈਫੀਨੇਸ਼ਨ ਆਈ ਹੈ ਜਿਹੜੀ। ਪਰ ਗੁਰੂ ਦਾ ਦਰਜਾ ਦਸਾਂ ਪਾਤਸ਼ਾਹੀਆਂ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਹੈ। ਅੱਗੋਂ ਸਤਸੰਗ ਹੈ ਗੁਰਮੁਖ ਦਾ, ਜੋ ਅਤ ਲੋੜੀਂਦਾ ਹੈ। ਜੋ ਅਤ ਲੋੜੀਂਦਾ ਮਤਲਬ ਬਹੁਤ ਇੰਪੋਰਟੈਂਟ ਹੈ, ਜਿਹੜਾ ਜੋ ਅਤ ਲੋੜੀਂਦਾ ਹੈ। ਫਿਰ ਅਭਿਆਸ ਹੈ ਨਾਮ ਦਾ ਤੇ ਗੁਰਬਾਣੀ ਪਾਠ ਸ਼ਰਵਨ ਤੇ ਕੀਰਤਨ ਦਾ। ਫਿਰ ਕੀਰਤਨ ਦਾ ਅਭਿਆਸ। ਤੇ ਇੱਕ ਹੋਰ ਕਲੈਰਿਟੀ ਕਰ ਦਿਆਂ ਮੈਂ, ਕੀਰਤਨ ਨੂੰ ਸਭ ਤੋਂ ਵੱਡਾ ਵਰਸ਼ਿਪ ਦਾ ਰੂਪ ਮੰਨਿਆ ਗਿਆ ਹੈ ਗੁਰੂ ਨਾਨਕ ਦੇ ਘਰ। ਇਹ ਸਭ ਤੋਂ ਵੱਡਾ ਸਿਮਰਨ ਹੈ, ਸਭ ਤੋਂ ਵੱਡਾ ਪ੍ਰਮਾਤਮਾ ਨੂੰ ਯਾਦ ਕਰਨ ਦਾ ਤਰੀਕਾ ਹੈ। ਸਭ ਤੋਂ ਵੱਡੀ ਜਗ੍ਹਾ ਇਸ ਚੀਜ਼ ਨੂੰ ਪ੍ਰਾਪਤੀ ਹੈ, ਉਸ ਚੀਜ਼ ਨੂੰ। ਇਸ ਵਾਸਤੇ ਵਰਡ ਇੱਥੇ ਆਏ ਹਨ। ਫਿਰ ਅਭਿਆਸ ਹੈ ਨਾਮ ਤੇ ਗੁਰਬਾਣੀ ਪਾਠ ਸ਼ਰਵਣ ਤੇ ਕੀਰਤਨ ਦਾ। ਵਿਸਥਾਰ ਲਈ ਦੇਖੋ ਖਾਲਸਾ ਚਮਸਾਰ ਦੀ ਦੂਸਰੀ ਪੂਰੇ ਆਰਟੀਕਲ ਦੀ ਉੱਥੇ ਵਰਣਨ ਦਿੱਤਾ ਹੈ ਵੀ ਕਿਹੜੇ ਆਰਟੀਕਲ ਵਿੱਚ ਕਿੱਥੇ ਵਰਡ ਆਏ ਹਨ ਸਾਰੇ। ਸੋ ਇਹ ਗੱਲ ਜਿਹੜੀ ਹੈ ਮੈਂ ਉੱਥੋਂ ਕੋਟ ਤੁਹਾਨੂੰ ਕਰਾਈ ਹੈ, ਭਾਈ ਸਾਹਿਬ ਭਾਈ ਗੁਰੂ ਨਾਨਕ ਚਮਤਕਾਰ ਵਿੱਚੋਂ, ਉਹਨਾਂ ਨੇ ਵੀ ਸੇਮ ਗੱਲ ਲਿਖੀ ਹੈ। ਤੇ ਦੂਸਰੀ ਬੁੱਕ ਅਗਰ 2-3 ਕਿਤਾਬਾਂ ਹੋਰ ਪੜੋਗੇ ਸਤਸੰਗ ਦੀਆਂ, ਭਾਈ ਸਾਹਿਬ ਭਾਈ ਜੋਤ ਸਿੰਘ ਦੀ ਗੁਰਮਤਿ ਨਿਰਣੇ, ਉਹਨਾਂ ਦੇ ਵੀ ਕਮਾਲ ਦਾ ਲੇਖ ਹੈ। ਪਿਆਰਾ ਸਿੰਘ ਪਦਮਰਨ ਦਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਵਿੱਚ ਪਿਆਰ ਜ਼ਬਰਦਸਤ ਲੇਖ ਹੈ ਉਹਨਾਂ ਵਿੱਚ ਹੀ ਸਤਸੰਗ ਬਾਰੇ। ਪਰ everybody is on the same opinion, ਕਿਧਰੇ ਕੋਈ ਦੂਰ ਨਹੀਂ ਹੈ। So ਅਗਰ if I want to now break it down into pieces, ਤਾਂ ਉਹ ਸਭ ਤੋਂ ਉੱਤੇ ਗੁਰੂ ਹਨ। ਤੇ ਹੁਣ ਕੌਣ ਹੈ ਗੁਰੂ? ਗੁਰਬਾਣੀ ਹੈ, ਉਹਦੇ ਮੁਕਾਬਲੇ ਕੋਈ ਵੀ ਨਹੀਂ ਹੈ। ਉਹ ਹਾਈਐਸਟ ਸਟੈਚਰ ਹੈ ਉਹਦਾ। ਗੁਰਬਾਣੀ ਤੋਂ ਦੂਰ ਹੋਏ ਨਹੀਂ ਤੇ ਕੰਮ ਸਾਰਾ ਖਰਾਬ ਹੈ ਸਾਰਾ। ਫਿਰ ਉਸ ਤੋਂ ਥੱਲੇ ਹਨ ਇਹ ਸਾਧ ਜਨ, ਜਿਨ੍ਹਾਂ ਦੀ ਡੈਫੀਨੇਸ਼ਨ ਆਈ ਹੈ, ਜਿਹੜੇ ਪੂਰਨ ਗੁਰਮੁਖ ਜਨ ਹਨ, ਜਿਹੜੇ ਬ੍ਰਹਮ ਗਿਆਨੀ ਹਨ, ਜਿਹੜੇ ਇਹਨਾਂ ਦੀ ਵੀ ਇੰਪੋਰਟੈਂਸ, ਇਹਨਾਂ ਦੀ ਇੰਪੋਰਟੈਂਸ ਕੋਈ ਘੱਟ ਨਹੀਂ ਕਿਸੇ ਤੋਂ। ਉਹ ਇਹ ਜੋ ਮੂੰਹ ਕੱਢਦੇ ਹਨ ਉਹ ਪੂਰੇ ਗੱਲ ਹੋ ਜਾਂਦੀ ਹੈ। ਮੈਂ ਕਈ ਵਾਰੀ ਕਲਾਸ ਵਿੱਚ ਬੁੱਧ ਦੇ ਆਵੇ ਦੀ ਗੱਲ ਸੁਣਾਈ ਹੈ ਨਾ ਤੁਹਾਨੂੰ, ਮੈਂ ਕਈਆਂ ਨਹੀਂ ਸੁਣੀ ਤੇ ਮੈਂ ਦੁਬਾਰਾ ਸੁਣ ਲਓ 2 ਮਿੰਟਾਂ ਚ। ਕਿ ਇੱਟਾਂ ਦੇ ਵਪਾਰ ਕਰਨ ਵਾਲੇ ਤੇ ਇੱਟਾਂ ਦਾ ਵਪਾਰ ਕਰਨ ਵਾਲੇ ਇੱਟਾਂ ਦਾ ਵਪਾਰ ਕਰਦੇ ਹਨ ਤੇ ਮਹਾਰਾਜ ਤੋਂ ਅਸੀਸ ਲੈਂਦੇ ਹਨ, ਕਹਿੰਦੇ ਹਨ ਕਿ ਜਾ ਤੇਰੀਆਂ ਇੱਟਾਂ ਠੀਕ ਭਾਅ ਤੇ ਵਿਕ ਜਾਣਗੀਆਂ, ਤੇਰਾ ਕੰਮ ਠੀਕ ਚੱਲੇਗਾ ਸਾਰਾ। ਲੰਗਰ ਕਰਵਾਇਆ ਖੁਸ਼ੀ ਵਿੱਚ, ਤੇ ਲੰਗਰ ਕਰਵਾਉਣ ਤੋਂ ਬਾਅਦ ਜਦੋਂ ਲੰਗਰ ਖਾ ਰਹੇ ਸਨ ਤੇ ਇੱਕ ਕੋਈ ਗੁਰੂ ਕਾ ਪਿਆਰਾ ਕੋ ਪੂਰਨ ਸੰਤ ਆਇਆ, ਨਾਮ ਯਾਦ ਨਹੀਂ, ਹੁਣ ਸੂਰ ਪ੍ਰਕਾਸ਼ ਨਾਂ ਲਿਖਿਆ ਹੋਇਆ ਹੈ। ਉਹਨੇ ਦਾਲ ਰੋਟੀ ਮੰਗੀ ਤੇ ਅੱਗੋਂ ਨਾ ਕਰ ਦਿੱਤੀ ਵੀ ਹੁਣ ਲੰਗਰ ਮਸਤਾਨਾ ਹੋ ਗਿਆ, ਅੱਜ ਲੰਗਰ ਵਰਤ ਗਿਆ, ਤੁਸੀਂ ਵੇਟ ਕਰੋ ਹੁਣ। ਤੇ ਅੱਗੋਂ ਆਇਆ ਵਰਡ ਕਿ ਨਹੀਂ ਜੀ, ਉਹਨੇ ਕਿਹਾ ਮੈਨੂੰ ਭੁੱਖ ਹੋਣ ਲੱਗੀ ਹੈ ਤੇ ਬਾਅਦ ਵਿੱਚ ਕੀ ਲੰਗਰ ਮੈਂ ਖਾਵਾਂਗਾ, ਭੁੱਖ ਹੋਣ ਲੱਗੀ ਹੈ। ਉਹਨੇ ਨਹੀਂ ਕਿਹਾ, ਭੁੱਖੇ ਨੂੰ ਟੋਰ ਦਿੱਤਾ। ਉਹਨੇ ਮੂੰਹ ਚੋਂ ਬਦਦੁਆ ਨਿਕਲ ਗਈ ਕਿਧਰੇ, ਜਾ ਤੇਰੇ ਆਵੇ ਕੱਚੇ ਰਹਿਣਗੇ, ਹੁਣ ਆਵੇ ਪੱਕਣਗੇ ਨਹੀਂ, ਤੇਰੀ ਇੱਟਾਂ ਕੱਚੀਆਂ ਰਹਿ ਜਾਣਗੀਆਂ। ਤੋ ਮਨ ਵਿੱਚ ਸੋਚਦਾ ਹੈ ਕਿ ਮੇਰੇ ਆਵੇ ਨੂੰ ਕੀ ਹੋਣ ਵਾਲਾ ਹੈ। ਬੁੱਧ ਦਾ ਆਵਾ ਕਹਿੰਦੇ ਹਨ ਭਾਈ ਬੁੱਧ, ਮੇਰੇ ਆਵੇ ਨੂੰ ਕੀ, ਮੈਨੂੰ ਤੇ ਗੁਰੂ ਅਜੇ ਮਹਾਰਾਜ ਦੀ ਅਸੀਸ ਹੈ। ਇਹ ਕੌਣ ਹੁੰਦਾ ਕਹਿਣ ਵਾਲਾ? ਇਹ ਜੋ ਮੈਂ ਮਰਜ਼ੀ ਪਿਆ ਕਵੇ ਮੈਂ ਮੇਰੇ ਆਵੇ ਨੂੰ ਕੁਝ ਹੋਣ ਵਾਲਾ ਕੋਈ। ਲੇਕਿਨ ਮਨ ਚ ਸ਼ੰਕਾ ਹੋਈ ਤੇ ਅਗਲੇ ਦਿਨ ਚਲਾ ਗਿਆ ਗੁਰੂ ਦਰਬਾਰ ਚ ਜਾ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ ਇਹ ਵਰਤਿਆ ਜੀ, ਇਹ ਕਹਿ ਦਿੱਤਾ ਗੁਰੂ ਕੇ ਸਿੱਖ ਨੇ, ਪਰ ਤੁਹਾਡੀ ਅਸੀਸ ਤੇ ਮੈਨੂੰ ਪਹਿਲੇ ਮਿਲੀ ਹੋਈ ਹੈ, ਤੁਹਾਡੇ ਤੋਂ ਵੱਡਾ ਹੋਰ ਕੌਣ ਹੈ? ਤੇ ਸੂਰਜ ਪ੍ਰਕਾਸ਼ ਕਥਨ ਆਏ ਹਨ, ਕਹਿੰਦੇ ਨਹੀਂ, ਉਹ ਗੁਰੂ ਨਾਨਕ ਦਾ ਸਿੱਖ ਹੈ ਉਹ, ਔਰ ਪੂਰਨ ਪੁਰਖ ਹੈ। ਮੇਰੀ ਗੱਲ ਫਿਰ ਵੀ ਟਾਲੀ ਜਾ ਸਕਦੀ ਹੈ, ਉਹਦੀ ਗੱਲ ਟਾਲੀ ਨਹੀਂ ਜਾ ਸਕਦੀ। ਹੁਣ ਤੇਰੇ ਆਵੇ ਕੱਚੇ ਹੀ ਰਹਿਣਗੇ, ਹੁਣ ਤੇਰੇ ਕੁਝ ਨਹੀਂ ਕਰ ਸਕਦਾ ਮੈਂ ਹੁਣ ਤੇਰੇ ਬਾਰੇ। ਕਹਿੰਦੇ ਨਹੀਂ, ਤੁਹਾਡੀ ਅਸੀਸ ਸੀ, ਤੁਸੀਂ ਕਿਹਾ ਸੀ। ਕਹਿੰਦੇ ਹਾਂ ਕਿਹਾ ਤੇ ਸੀ ਮੈਂ,
ਤੂੰ ਦੀ ਬਦੂਆ ਲਾ ਲੇਤੀ ਉਹਦੇ ਮੂੰਹੋਂ ਬੰਨ ਬੱਚੇ ਕਿਤੇ ਮੇਰੇ ਬਚਨ ਸ਼ਾਇਦ ਵਾਪਸ ਚਲੇ ਜਾਣ, ਲੇਕਿਨ ਇਹ ਪੂਰਨ ਗੁਰਸਿੱਖ ਦੇ ਬਚਨ ਨੇ ਵਾਪਸ ਨਹੀਂ ਹੋ ਸਕਦੇ। ਬੜੀਆਂ ਮਾਫੀਆਂ ਮੰਗੀਆਂ, ਉਹਨਾਂ ਨੇ ਕਿਹਾ ਜਾ ਤੂੰ ਮਾਫੀਆਂ ਮੰਗੀਆਂ ਹਨ ਤੇ ਜਾ, ਤੇਰੇ ਕੱਚੇ ਆਵੇ ਵੀ ਪੱਕੇ ਦੇ ਭਾਵ ਵਿਕ ਜਾਣਗੇ ਤੇਰੇ, ਲੇਕਿਨ ਆਵੇ ਰਹਿਣਗੇ ਕੱਚੇ ਹੀ ਤੇਰੇ, ਪੱਕੇ ਨਹੀਂ ਹੋਣ ਵਾਲੇ। ਉਹੀ ਗੱਲ ਹੋਈ, ਆਵੇ ਬਰਸਾਤ ਆ ਗਈ, ਪਾਣੀ ਆ ਗਿਆ, ਆਵੇ ਕੱਚੇ ਰਹਿ ਗਏ, ਇੱਟਾਂ ਪੱਕੀਆਂ ਨਾ ਭੱਠੀ ਵਿੱਚ, ਭੱਠੀ ਜਲ ਨਾ ਸਕੀ, ਅੱਧੀਆਂ ਕੱਚੀਆਂ ਪੱਕੀਆਂ ਰਹਿ ਗਈਆਂ। ਲੇਕਿਨ ਉੱਥੇ ਲਾਹੌਰ ਕਿਲੇ ਦੀ ਦਰਵਾਰ ਜਿਹੜੀ ਹੈ, some side of the wall got broken, they needed the bricks in a or ਥੋੜੇ ਲੋੜ ਪੈ ਗਈ ਜ਼ਿਆਦਾ ਉਹਨਾਂ ਨੂੰ, ਉਹਨਾਂ ਨੇ ਕੱਚੀਆਂ ਪੱਕੀਆਂ ਦੇਖੀਆਂ ਨਾ, ਉਹਨਾਂ ਨੂੰ ਇਤਨੀ ਲੋੜ ਪੈ ਗਈ ਇੱਟਾਂ ਦੀ ਕਿ ਉਹ ਕੱਚੀਆਂ ਇੱਟਾਂ ਵੀ ਪੱਕੇ ਦੇ ਭਾਅ ਵਿਕ ਗਈਆਂ। ਭਾਵ ਇਹਨਾਂ ਗੁਰਮੁਖਾਂ ਦੀ, ਇਹਨਾਂ ਸੰਤਾਂ ਦੀ, ਇਹਨਾਂ ਦੀ ਇੰਪੋਰਟੈਂਸ ਨੂੰ ਆਪਣੀ ਲਾਈਫ ਵਿੱਚ ਬਹੁਤ ਵੱਡਾ ਸਥਾਨ ਦਿਓ ਤੁਸੀਂ, ਹੋਰ ਆਪਣੇ ਜੀਵਨ ਵਿੱਚ ਦੇਖੋ ਕਿ ਜੇ ਉਹ ਜੇ ਐਕਚੁਅਲ ਚ ਨਹੀਂ ਆਉਂਦੇ ਤੇ ਕਿਤਾਬਾਂ ਦੇ ਰਾਹੀਂ ਇਹਨਾਂ ਦਾ ਗਿਆਨ ਪ੍ਰਾਪਤ ਕਰੋ। ਹੋਰ ਅੱਜ ਕੱਲ ਇੱਕ ਬੜੀ ਵੱਡੀ ਪ੍ਰੋਬਲਮ ਹੋਈ ਕਿ ਝੂਠੇ ਸੰਤ ਬੜੇ ਹੋ ਗਏ ਹਨ, ਤੇ ਤੁਸੀਂ ਸੰਤ ਦੀ ਡੈਫੀਨੇਸ਼ਨ ਜਿਹੜੀ ਹੈ, ਇਹ 6 ਦੀ ਡੈਫੀਨੇਸ਼ਨ ਦੇਖ ਕੇ ਦੇਖੋ ਵੀ ਇਹ ਵਾਕਈ ਪੂਰੇ ਉਤਰਦੇ ਹਨ ਕਿਸੇ ਚੀਜ਼ ਕਿ ਨਹੀਂ ਉਤਰਦੇ। ਤੇ ਨਾਲੇ ਇਹ ਗੱਲ ਯਾਦ ਰੱਖਣਾ ਕਿ ਇਹ ਸੰਤ ਕੋਈ ਪਹਿਰਾਵੇ ਵਾਲੇ ਸੰਤ ਨਹੀਂ ਹਨ। ਇਹ ਦੇਖੋ ਮੇਰੇ ਜੀਵਨ ਚ ਜਿਹੜੇ ਸੰਤ ਆਏ ਹਨ, ਮੇਰੇ ਜੀਵਨ ਚ ਜਿਹੜੇ ਬ੍ਰਹਮ ਗਿਆਨੀ ਆਏ ਹਨ, ਇੱਕ ਵੀ ਨਹੀਂ ਹੈ ਜਿਹੜੇ ਚੋਗੇ ਵਾਲੇ ਹੋਣ, ਸਾਰੇ ਮੇਰੇ ਤੁਹਾਡੇ ਵਰਗੇ ਹਨ। And most of them have been women in my life who have reached that age, not men either. So that tells you that gender has nothing to do with it either, you know. So ਇਸ ਗੱਲ ਦਾ ਇਹ ਸਾਰ ਹੈ ਇਸ ਅਸ਼ਪਦੀ ਦਾ। Before we start, ਹੁਣ ਤੁਹਾਨੂੰ clarity ਹੋ ਜਾਏਗੀ ਅਸ਼ਪਦੀ ਬਾਰੇ ਵੀ ਕਿਉਂ ਸਾਜਨਾ ਕੀ ਅਚਰਜ ਕਥਾ ਹੈ, ਅਚਰਜ ਕਥਾ ਕਿਉਂ ਹੈ। Does anybody have any questions on the footnote that I read though? Bhai Sahib Bhai Veer Singh Aranda. I'm not going to go into the Ashpadi too much today because we've spent so much time. We'll start on with the next week though. आज सिर्फ मैं श्लोक दी व्याख्या एक बारी दोबारा करके we will end the class. Veer ji, quick. Sorry. हाँ जी, दसो सुमी दीदी. Veer ji, my question is कि जो तुसी उन्हें दस्या कि उन्हें बदुआ देती ਤੇ ਵੀ ਸਾਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਹੈ, ਪਰ ਕਿਸੇ ਨੂੰ ਬਦਦੁਆ ਵੀ ਨਹੀਂ ਦੇਣੀ ਚਾਹੀਦੀ ਨਾ। ਉਹਨਾਂ ਦੇ ਮੂੰਹ ਨਿਕਲ ਗਈ। ਅੱਛਾ, ਉਹਨਾਂ ਦੇ ਮੂੰਹ ਤੋਂ ਨਿਕਲ ਗਈ। ਮੂੰਹ ਨਿਕਲ ਗਈ ਉਹਨਾਂ ਦੇ। ਭੁੱਖੇ ਬੰਦੇ ਭੁੱਖੇ ਸਨ। ਅੱਛਾ, ਭੁੱਖੇ ਸਨ ਤੇ ਕਹਿਣ ਲੱਗੇ ਫਿਰ ਜਾ ਫਿਰ ਮੂੰਹ ਨਿਕਲ। ਪਰ ਇਹ ਵੀ ਸਾਖੀਆਂ ਜਿਹੜੀਆਂ ਹਨ ਇਸ ਵਾਸਤੇ ਕਿਉਂਕਿ ਗੱਲ ਸਮਝਾਣੀ ਹੁੰਦੀ ਹੈ ਨਾ ਕੋਈ। ਹਾਂ ਰਾਈਟ, ਓਕੇ, ਗੱਲ ਸਮਝਾਣੀ ਹੁੰਦੀ ਹੈ। ਅੱਗੇ ਜਾ ਕੇ 13ਵੀਂ ਅਸ਼ਪਦੀ ਵਿੱਚ ਆਈ ਥਿੰਕ 13th ਹੈ ਮੇਰਾ ਖਿਆਲ, ਜਿੱਥੇ ਕਿ संत दी निंदा ते फोकस करके अष्टपदी लिखी है। संत के निंदक उत्थे फोकस अलग है। पहले संतां दी डेफिनेशन दे के सब कुछ दे के कई कोट वाली अष्टपदी तो हट के संत के निंदक ते, क्योंकि इत्थे एहो जे सत्संग करन वालियां दी कदी भी इन्हां दी बैड साइड ते नहीं आना चाहिए। इन्हां दी उन्हां दे मुंह निकल गई गल। यू आर राइट, मोस्ट ऑफ द टाइम दे विल नॉट से दैट। उन्हां दे मुंह गल निकल गई जा फिर तेरे आवे तू इतना अहंकार किया है अज, उन्हें ठीक तरह गल नहीं की होनी, मोड़ता होना वापस, मुंह च गल निकली जा फिर तेरे आवे कच्चे ही रहणगे, हुण फिर पक्के नहीं होने वाले तेरे आवे। गल समझानी सी ना, गल समझानी सी कि उहदे मन विच ऐ सी कि मैनू की होएगा, गुरु गोबिंद महाराज दे मेरे सिर ते हत्थ है, उन्हां तो वड्डा और कौन है। उन्होंने गल समझानी सी कि नहीं, ये गुरु नानक दे वड्डे सिख हैं, पूਰਨ ਪੁਰਖ ਹੈ, ਇਹਨਾਂ ਦੀ ਗੱਲ ਮੋੜ ਹੀ ਨਹੀਂ ਜਾ ਸਕਦੀ। ਜਾਂ ਜੋ ਮਰਜ਼ੀ ਤੁਸੀਂ ਕਰ ਲਓ, ਆਵੇ ਤੇਰੇ ਕੱਚੇ ਹੀ ਰਹਿਣਗੇ ਹੁਣ, ਕਿਉਂਕਿ ਹੁਣ ਉਹ ਕੋਈ ਨਹੀਂ ਕਰ ਸਕਦਾ ਕੋਈ ਗੱਲ। ਸੋ ਇਹ ਇੱਕ ਸਮਝਾਉਣ ਦਾ ਤਰੀਕਾ ਵੀ ਹੁੰਦਾ ਹੈ। ਬਟ ਯੂ ਆਰ ਰਾਈਟ, ਆਈ ਗੈਟ ਯੂਰ ਪੁਆਇੰਟ ਆਲਸੋ। I understand your point. ਹਾਂਜੀ ਵੀਰ ਜੀ, ਇੱਕ ਕੁਐਸਚਨ ਸੀਗਾ ਸਾਧ ਸੰਗਤ ਦੇ ਲਈ ਕਿ ਇੱਕ ਪਾਸੇ ਆਪਾਂ ਕਹਿੰਦੇ ਬਈ ਇਹ ਸਾਧੂ ਸੰਤ ਮਹਾਪੁਰਖ ਗੁਰਮੁਖ ਪਿਆਰੇ ਜਿਨ੍ਹਾਂ ਦੀ ਆਪ ਜੀ ਨੇ ਹੁਣੇ ਗੱਲ ਕੀਤੀ, ਇੱਕ ਹੈਗਾ ਸਾਧ ਸੰਗਤ। ਜਿਵੇਂ ਮੈਂ ਗੁਰਦੁਆਰਾ ਸਾਹਿਬ ਗਿਆ, ਗੁਰਦੁਆਰੇ ਸਾਹਿਬ ਚ ਕੀਰਤਨ ਹੋ ਰਿਹਾ, ਮੈਂ ਸਾਧ ਸੰਗਤ ਦੇ ਵਿੱਚ ਬੈਠਿਆ, ਮੈਂ ਅਖੰਡ ਕੀਰਤਨੀ ਜਥੇ ਦੇ ਸਮਾਗਮ ਤੇ ਚਲਾ ਗਿਆ, ਉੱਥੇ ਮੈਂ ਸਾਧ ਸੰਗਤ ਅਟੈਂਡ ਕਰ ਲਈ। ਉਸ ਸਾਧ ਸੰਗਤ ਦੇ ਵਿੱਚ ਤੇ ਇਹ ਜਿਹੜਾ ਐਕਚੁਅਲ ਤੁਸੀਂ ਸਾਧੂ ਜਾਂ ਮਹਾਪੁਰਖ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਕੀ ਡਿਫਰੈਂਸ ਹੈ? ਕੀ ਹੈ ਅਸ਼ਟਪਦੀ ਜਿਹੜਾ ਸਾਧ ਦੀ ਗੱਲ ਕਰਦੀ ਹੈ, ਉਹ ਸਾਧ ਸੰਗਤ ਬਾਰੇ ਗੱਲ ਤਾਂ ਨਹੀਂ ਕਰਦੀ ਜਿਹੜੀ ਆਪਾਂ ਗੁਰਦੁਆਰੇ ਜਾ ਕੇ ਕਰੀਦੀ ਹੈ? ਗੁਰਦੁਆਰੇ ਵੀ ਜਿਹੜੀ ਸਤਸੰਗਤ, ਉਹ ਵੀ ਸਤਸੰਗਤ। ਗੁਰਦੁਆਰੇ ਦੀ ਸਤਸੰਗਤ ਕਿਉਂ ਹੈ? ਕਿਉਂਕਿ ਤੁਹਾਨੂੰ ਪਤਾ ਨਹੀਂ ਕੌਣ ਬੈਠਾ ਨਾ ਨਾਲ। ਵੀਰ ਜੀ, ਜਦੋਂ ਤੁਸੀਂ ਕੀਰਤਨ ਸਮਾਗਮ ਵਿੱਚ ਗਏ ਤੇ ਉਸ ਸਮਾਗਮ ਵਿੱਚ ਇੱਕ ਬੰਦਾ ਵੀ ਉਹ ਜਿਹਾ ਬੈਠਾ ਹੋਵੇ ਨਾਲ,
ਤੇ ਗੱਲ ਤੁਹਾਡੀ ਬਣ ਗਈ ਨਾ। ਫਿਰ ਉਸ ਬੰਦੇ ਦਾ ਅਸਰ ਸਭ ਤੇ ਪੈਂਦਾ ਹੈ। ਪਰ ਸਤਸੰਗਤ ਇਹੋ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਨਾ। ਜੇ ਅਗਰ ਤੁਹਾਡਾ ਉਸ ਸੰਗਤ ਵਿੱਚ ਜਾਣ ਦੇ ਨਾਲ ਬਦਲਾਵ ਆ ਰਿਹਾ ਹੈ, ਤੁਹਾਡੇ 'ਚ ਚੇਂਜਸ ਆ ਰਹੀਆਂ ਹਨ, ਤੁਹਾਡੇ 'ਚ ਤੁਸੀਂ ਦੇਖਦੇ ਵੀ ਹੋ ਕਿ ਮੇਰੇ 'ਚ ਪੋਜ਼ਿਟਿਵ ਚੇਂਜਸ ਬਣੀਆਂ ਆਈਆਂ ਹਨ। ਜਾਂ ਜਦੋਂ ਦਾ ਮੈਂ ਕੀਰਤਨ ਸਮਾਗਮਾਂ ਤੇ ਜਾਣਾ ਸ਼ੁਰੂ ਕੀਤਾ ਹੈ, ਦੇਖੋ ਪਹਿਲੇ ਇੰਜ ਸੀ ਸਾਲ ਪਹਿਲੇ, ਹੁਣ ਦੇਖੋ ਬੜਾ ਫਰਕ ਪੈ ਗਿਆ ਯਾਰ ਮੇਰੇ 'ਚ। ਤੇ ਕੀਰਤਨ ਸਿੱਖਣ ਦਾ ਚਾਹ ਵੱਧ ਗਿਆ ਹੈ, ਬਾਣੀ ਨਾਲ ਪਿਆਰ ਵੱਧ ਗਿਆ ਹੈ ਮੇਰਾ, ਪਰਮਾਤਮਾ ਬਾਰ-ਬਾਰ ਯਾਦ ਆਉਂਦਾ ਹੈ ਮੈਨੂੰ। ਤੇ ਕਈ ਗੁਰਦੁਆਰਿਆਂ ਜਾਂਦੀਆਂ 50 ਸਾਲ ਹੋ ਗਏ ਤੇ ਉਹਨਾਂ ਦੀ ਲਾਈਫ 'ਚ ਕੋਈ ਫਰਕ ਨਹੀਂ ਪਿਆ ਹੈ ਨਾ। ਕਈਆਂ ਨੂੰ ਦਰਬਾਰ ਸਾਹਿਬ ਜਾਂਦੀਆਂ 20 ਸਾਲ ਹੋ ਗਏ, ਕਈਆਂ ਦੀ ਉਮਰ 70 ਸਾਲ ਹੋ ਗਈ ਹੈ ਗੁਰਦੁਆਰੇ ਜਾਂਦੀਆਂ, ਤੇ ਉੱਥੇ ਤੋਂ ਉੱਥੇ ਖੜੇ ਹੋਏ ਨੇ, ਤੇ ਉਹਨਾਂ ਨੇ ਕੋਈ ਸਤਸੰਗਤ ਨਹੀਂ ਕੀਤੀ ਵਾਰ, ਜੋ ਨਾਮ ਦੀ ਸਤਸੰਗਤ ਕੀਤੀ ਉਹਨਾਂ ਨੇ, ਔਰ ਕੋਈ ਅਸਰ ਨਹੀਂ ਪਿਆ। ਇਹਦੇ 'ਚ ਇਹ ਨਹੀਂ ਕਿ ਸਤਸੰਗਤ 'ਚ ਕੋਈ ਮਾੜ ਸੀ, ਉੱਥੇ ਖਰਾਬੀ ਨਹੀਂ ਸੀ, ਉਹਨਾਂ ਨੇ ਗ੍ਰਹਿਣ ਹੀ ਨਹੀਂ ਕੀਤੀ ਕੋਈ ਚੀਜ਼, ਉਹਨਾਂ ਨੇ ਕੁਝ ਲਿੱਤੀ ਹੀ ਨਹੀਂ ਉੱਥੋਂ ਕੁਝ। ਹਾਂਜੀ, ਹੁਣ ਇਹੋ ਜਿਹਾ ਕੋਈ ਗੁਰੂ ਨਾਨਕ ਚਮਤਕਾਰ ਪੜ੍ਹਨੀ ਸ਼ੁਰੂ ਕਰ ਦੇ, ਸਿਰਫ ਪੜ੍ਹ ਲਵੇ ਤੇ ਮੰਨੇ ਹੀ ਨਾ ਗੱਲ, ਉਸ ਗੱਲ ਦੇ ਕੋਈ ਫਾਇਦਾ ਹੀ ਨਾ ਉਠਾਏ, ਸਿਰਫ ਪੜ੍ਹਦਾ ਹੀ ਰਹੇ ਹੋ। ਮੇਰੇ ਵਰਗੂ ਹਰ ਹਫ਼ਤੇ 2 ਵਾਰੀ ਆ ਕੇ ਭਵਰਾਜ ਨਾਲ ਬੈਠ ਜਾਏ ਪੜ੍ਹਨ ਵਾਸਤੇ, ਔਰ 20 ਸਾਲ 10 ਸਾਲ ਪੜ੍ਹਦਾ ਰਹੇ, ਤਾਂ ਇੱਕ ਗੱਲ ਨਾ ਸੁਣੇ ਜਿਹੜੀ ਉੱਥੇ ਲਿਖੀ ਹੋਈ ਹੈ, ਤੇ ਕੀ ਹੋਇਆ ਫਿਰ ਉਹਦਾ? ਉਹ ਕੋਈ ਫਾਇਦਾ ਨਾ ਹੋਇਆ। ਤਾਂ ਆਪਣੇ ਇਹ ਤੁਹਾਨੂੰ ਕੁਐਸਚਨ ਤੁਸੀਂ ਆਪਣੇ ਆਪ ਆਨਸਰ ਕਰ ਸਕਦੇ ਹੋ ਕਿ ਮੇਰੇ 'ਚ ਬਦਲਾਵ ਆਇਆ। By the way, if anybody wants to get more help on this topic, ਭਾਈ ਕਾਹਨ ਸਿੰਘ ਨਾਭਾ ਵੱਡੇ ਆਥਰ ਹੋਏ, ਉਹਨਾਂ ਦੇ ਇੱਕ ਆਰਟੀਕਲ ਲਿਖਿਆ ਹੈ ਗੁਰਮਤ ਮਾਰਤੰਡ ਵਿੱਚ, ਤੁਸੀਂ ਪੜ੍ਹ ਸਕਦੇ ਹੋ ਸਿਮਰਨ ਦੇ ਉੱਤੇ। ਉੱਤੇ ਫੁੱਟਨੋਟਸ ਬੜਾ ਸੋਹਣਾ ਭਾਈ ਸਾਹਿਬ ਸਮਝਾਉਂਦੇ ਹਨ ਕਿ ਜਿਨ੍ਹਾਂ ਦੇ ਲਾਈਫ 'ਚ ਬਦਲਾਵ ਨਹੀਂ ਆਇਆ ਤਾਂ ਸਮਝ ਲਓ ਕੋਈ ਸਤਸੰਗ ਨਹੀਂ ਕੀਤਾ ਉਹਨਾਂ ਨੇ, ਕੋਈ ਕੁਝ ਨਹੀਂ ਕੀਤਾ ਉਹਨਾਂ ਨੇ। ਜਿਨ੍ਹਾਂ ਦੀ ਲਾਈਫ 'ਚ ਕੋਈ ਚੇਂਜਸ ਨਹੀਂ ਆਈਆਂ, ਜਿਨ੍ਹਾਂ ਨੂੰ ਪ੍ਰਮਾਤਮਾ ਨਾਲ ਪਿਆਰ ਹਾਲੇ, ਕੋਈ ਵਿਰਾਗ ਨਹੀਂ, ਕੋਈ ਕੁਝ ਨਹੀਂ। 10 ਸਾਲ ਗੁਰੂ ਨਾਨਕ ਚਮਤਕਾਰ ਹੀ ਪੜ੍ਹ ਲਿੱਤੀ ਤੇ ਕਲਗੀਧਰ ਚਮਤਕਾਰ ਵੀ ਪੜ੍ਹ ਲਿੱਤੀ, ਤੇ ਕੋਈ ਫਰਕ ਹੀ ਨਾ ਪਿਆ ਲਾਈਫ ਵਿੱਚ। What is that? That's just reading. That means nothing. ਉਹ ਚੈੱਕ ਦਾ ਬਾਕਸ ਕੀਤਾ ਉਸਨੇ ਬੰਦੇ ਨੇ ਕਿ ਹਾਂ, ਕੋਈ ਬੰਦਾ ਕਵੇ ਤੇ ਪੁੱਛ ਲਵੇ ਹਾਂਜੀ ਕਲਗੀਧਰ ਚਮਤਕਾਰ ਪੜ੍ਹੀ ਹੈ ਜੀ ਮੈਂ, ਤੇ ਉੱਥੋਂ ਕੋਈ ਸਿੱਖਿਆ ਨਹੀਂ ਹੋਇਆ, ਕੋਈ ਮੇਰੇ ਮਨ 'ਚ ਕੋਈ ਇਫੈਕਟ ਨਹੀਂ ਹੋਇਆ ਕੋਈ ਮੇਰੇ, ਸੋ ਉਹ ਕੋਈ ਉਹਦਾ ਕੋਈ ਤੁਸੀਂ ਦੇਖ ਸਕਦੇ ਹੋ ਵੀਰ ਜੀ ਸਤਸੰਗ। ਹਾਂ ਬਿਲਕੁਲ, ਇੱਥੇ ਸਤਸੰਗ ਦਾ ਮਤਲਬ ਹੈ ਸੰਤ ਬੰਦਿਆਂ ਦਾ ਸੰਗ, ਗੁਰਦੁਆਰੇ ਦਾ ਸਤਸੰਗ ਵੀ ਸਤਸੰਗ ਹੈ, ਕੀਰਤਨ ਸਮਾਗਮ ਦਾ ਵੀ ਸਤਸੰਗ ਹੈ। ਤੁਹਾਡੇ ਵਾਸਤੇ ਸਤਸੰਗ ਤਾਂ ਹੈ ਜਦੋਂ ਪੋਜ਼ਿਟਿਵ ਚੇਂਜਸ ਤੁਹਾਡੀ ਲਾਈਫ 'ਚ ਆਉਣ, ਤਾਂ ਉਹ ਸਤਸੰਗ। ਠੀਕ ਹੈ ਵੀਰ ਜੀ। ਸਤਸੰਗ ਔਰ ਸਾਧ ਸੰਗ 'ਚ ਕੋਈ ਫਰਕ ਹੈ? ਸਤਸੰਗ ਔਰ ਸਾਧ ਸੰਗ ਨਹੀਂ, ਕੋਈ ਫਰਕ ਨਹੀਂ ਖਾਸ, ਕੋਈ ਇੱਕੋ ਹੀ ਚੀਜ਼ ਹੈ। ਸਤ ਦਾ ਸੰਗ ਕਰਨਾ, ਸਾਧ ਦਾ ਸੰਗ ਕਰਨਾ, ਭਾਵ ਆਪਣੇ ਲਾਈਫ ਵਿੱਚ ਪੋਜ਼ਿਟਿਵ ਚੇਂਜਸ ਲੈ ਕੇ ਆਉਣੀਆਂ, ਕਿਸੇ ਵੀ ਤਰੀਕੇ ਨਾਲ ਆਉਣ। ਲੇਕਿਨ ਅਨਫੋਰਚੂਨੇਟਲੀ ਕੱਲਿਆਂ ਨਹੀਂ ਕਰ ਸਕਦੇ ਤੁਸੀਂ ਇਹ, ਬਸ ਇਹ ਹੈ ਗੱਲ ਨਾ। ਕੱਲਿਆਂ ਕੋਈ ਬੰਦਾ ਆਮ ਚੀਜ਼ ਐਸਟੈਬਲਿਸ਼, ਦੇਖ ਲਓ ਲਾਈਫ ਵਿੱਚ ਕੋਈ ਵੀ ਚੀਜ਼ ਕਰਨੀ ਹੋਵੇ ਤੇ ਕੱਲਿਆਂ ਥੋੜਾ ਨਾ ਹੋ ਸਕਦੀ ਹੈ, ਹਮੇਸ਼ਾ ਹੈਲਪ ਦੀ ਲੋੜ ਪੈਂਦੀ ਹੈ, ਹਮੇਸ਼ਾ ਹੈਂਡ ਹੋਲਡਿੰਗ ਹੁੰਦੀ ਹੈ। ਕੋਈ ਵੀ ਛੋਟਾ ਬੱਚਾ ਹੋਵੇ, ਮਾਂ ਦੀ ਕਿੰਨੀ ਲੋੜ ਪੈਂਦੀ ਹੈ ਉਹਨੂੰ, ਪਿਓ ਦੀ ਲੋੜ ਪੈਂਦੀ ਹੈ, ਫਿਰ ਸਕੂਲ ਜਾਂਦਾ ਟੀਚਰ ਦੀ ਲੋੜ ਪੈਂਦੀ ਹੈ, ਹਰ ਜਗ੍ਹਾ ਲੋੜ ਪੈਂਦੀ ਹੈ ਟੀਚਰ ਦੀ, ਹਰ ਜਗ੍ਹਾ ਲੋੜ ਪੈਂਦੀ ਹੈ ਸਪੋਰਟ ਸਿਸਟਮ ਦੀ। ਤੇ ਸਪਿਰਚੁਅਲ ਰੀਮ ਵਿੱਚ ਵੀ ਸੇਮ ਇਸ਼ੂਜ਼ ਹਨ, ਕੋਈ ਫਰਕ ਨਹੀਂ, ਬਿਲਕੁਲ ਸੇਮ, ਬਿਲਕੁਲ। ਹਾਂਜੀ, ਥੈਂਕ ਯੂ ਜੀ। ਸੁਰਿੰਦਰ ਜੀ ਇੱਕ ਸਵਾਲ ਮੇਰਾ ਵੀ have a question. ਹਾਂਜੀ, one by one you can ask them and then maybe we'll not do the shlok, even we will do the shlok next week. ਹਾਂਜੀ, ਅੱਛਾ, ਮੇਰਾ ਸਵਾਲ ਹੈ ਸੀ ਕਿ ਹੁਣੇ ਤੁਸੀਂ ਕਹਿ ਰਹੇ ਸੋ ਨਾ ਕਿ ਜਿਵੇਂ ਕਲਗੀਧਰ ਚਮਤਕਾਰ ਪੜ੍ਹ ਲਿਆ, ਪਰ ਜੇ ਉਹਨੂੰ ਮੰਨਿਆ ਨਹੀਂ, ਉਹਨੂੰ ਧਿਆਨ ਨਹੀਂ ਦਿੱਤਾ ਉਹਦੇ ਤੇ ਆਪਣੇ 'ਚ ਕੋਈ ਚੇਂਜ ਨਹੀਂ ਲਿਆਂਦੀ, ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਐਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਜਿਵੇਂ ਕੀਤਾ, ਜਸਟ ਰਿਸਾਈਟ ਕੀਤਾ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਕੇ ਕੀਤਾ, ਦੋਵਾਂ ਦੇ ਕੀ ਫਾਇਦੇ ਹੋਣਗੇ? ਫਾਇਦੇ ਤੇ ਬੜੇ, ਜੇ ਸਮਝ ਕੇ ਕਰੇਗਾ ਤੇ ਫਾਇਦੇ ਬੜੇ ਹਨ। ਹੁਣ ਇਹਦਾ ਮਤਲਬ ਇਹ ਨਹੀਂ ਕੱਢਣਾ ਕਿ ਸੁਰਿੰਦਰ ਸੈਡ ਉਹ ਜੇ ਸਮਝ ਨਹੀਂ ਆ ਰਹੀ ਤਾਂ ਪਾਠ ਹੀ ਬੰਦ ਕਰ ਦਿਓ ਕੱਲ ਤੋਂ। ਨਹੀਂ, that's not what I'm saying ਜੀ। ਜਦ ਪਾਠ ਜ਼ਰੂਰ ਕਰੋ, ਪਾਠ ਕਰਨਾ ਉਹਦੇ ਆਪਣੇ ਫਾਇਦੇ ਹਨ ਪਾਠ ਕਰਨ ਦੇ, ਪਰ ਜੇ ਅਗਰ ਸਮਝ ਕੇ ਕਰੋਗੇ, ਜੇ ਅਗਰ ਗੁਰੂ ਮਹਾਰਾਜ ਦੇ ਤੁਸੀਂ ਉਹਨਾਂ ਦੇ ਉਪਦੇਸ਼ ਨੂੰ ਸਮਝ ਕੇ ਕਰੋਗੇ ਤੇ ਤੁਹਾਡੇ ਜੀਵਨ ਵਿੱਚ ਜ਼ਿਆਦਾ ਫਾਇਦੇ ਹੋ ਸਕਦੇ ਹਨ। ਤੁਹਾਨੂੰ ਤੁਸੀਂ ਆਪਣੇ ਤੋਂ ਸਮਝ ਪਾਓਗੇ ਕਿ ਕੌਣ ਹੈ ਮੰਨਣ ਵਾਲਾ, ਕੌਣ ਹੈ ਸੁਣਨ ਦੇ ਕੀ ਹੈ, ਸੁਣਨ ਵਾਲਾ ਕੌਣ ਹੈ, ਸੁਣਿਆ ਕੀ ਹੈ ਤੇ ਮੰਨੇ ਕੀ ਹੈ, ਖੰਡ ਕੀ ਹਨ, ਹਾਂਜੀ ਕਿਉਂ ਹਨ ਪਹਿਲੀਆਂ 5 ਪੌੜੀਆਂ ਦਾ ਸੰਦੇਸ਼ ਕੀ ਹੈ, ਹੁਕਮ ਕੀ ਹੈ, ਨਾਮ ਕੀ ਹੈ, ਇਹ ਅਗਰ ਸਮਝ ਕੇ ਕਰੋਗੇ ਤੇ ਉਹਦੇ ਫਾਇਦਾ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਕੋਈ।
ਪਰ ਜਿਹੜੇ ਨਹੀਂ ਕਰਦੇ ਸਮਝ ਕੇ, ਕਈ ਦੂਸਰੀ ਦਲੀਲ ਇਹ ਦਿੰਦੇ ਹਨ, ਦੂਸਰੀ ਆਰਗੂਮੈਂਟ ਇਹ ਦਿੰਦੇ ਹਨ ਕਿ ਬੰਦਾ ਹੁਣ ਡਾਕਟਰ ਕੋਲ ਜਾਂਦੇ ਆ, ਦਵਾਈ ਲੈਂਦੇ ਆ, ਹਾਂਜੀ ਡਾਕਟਰ ਬੜੇ ਬੈਠੇ ਨੇ ਤੇ ਬੈਟਰ ਬੀ ਕੇਅਰਫੁਲ ਵਾਟ ਆਈ ਸੇ, ਜਿਹੜੇ ਦਵਾਈ ਅਸੀਂ ਕਦੀ ਪੁੱਛਿਆ ਤੇ ਨਹੀਂ ਵੀ ਕੈਮੀਕਲ ਕੰਪੋਜੀਸ਼ਨ ਕੀ ਹੈ ਇਸ ਦਵਾਈ ਦੀ। ਹੁਣ ਇਹ ਮੈਂ ਬੜੇ ਆਥਰ ਇਹ ਵੀ ਕਹਿੰਦੇ ਹਨ ਅਸੀਂ ਲੈ ਲੈਂਦੇ ਹਾਂ ਦਵਾਈ ਨਾਲ ਠੀਕ ਹੋ ਜਾਂਦਾ ਬੰਦਾ, ਤੇ ਬੰਦਾ ਜਪਜੀ ਪੜੀ ਜਾਏ ਠੀਕ ਹੈ, ਪੜੀ ਜਾਏ ਜਪਜੀ, ਨਿਤਨੇਮ ਵੀ ਕਰੇ, ਪਰ ਜੇ 50 ਸਾਲ ਹੋ ਗਏ ਜਪਜੀ ਪੜਦੇ ਆ, ਜੇ 50 ਸਾਲ ਹੋ ਗਏ ਨਾਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਆ, ਤੇ ਵੈਰਾਗ ਦੇ 2 ਅਥਰੂ ਨਹੀਂ ਡੁੱਲਦੇ ਪ੍ਰਮਾਤਮਾ ਦੇ ਵਿਯੋਗ ਵਿੱਚ ਹਾਲੇ ਵੀ, ਤੇ ਆਈ ਐਮ ਸੌਰੀ ਟੂ ਸੇ ਕਿ ਉਹ ਪਾਠ ਤੁਹਾਡੇ ਬਹੁਤੇ ਫਾਇਦੇਮੰਦ ਨਹੀਂ ਹੋ ਸਕੇ ਤੁਹਾਨੂੰ। ਹਾਂਜੀ ਉਹ ਕੋਈ ਉਹਦਾ ਜੇ ਹਲੇ ਵੀ ਤੁਹਾਨੂੰ ਕਦੀ ਮਿਸ ਹੀ ਨਹੀਂ ਹੋਇਆ ਪ੍ਰਮਾਤਮਾ, ਤੁਹਾਡਾ ਜਾਣ ਦਾ ਟਾਈਮ ਆ ਜਾਏ, 70 ਸਾਲ 80 ਸਾਲ ਦੀ ਉਮਰ ਹੋ ਜਾਏ, ਹੁਣ ਟਾਈਮ ਟੂ ਸੇ ਗੁੱਡ ਬਾਈ ਨਾਓ, ਤੇ ਗੁੱਡ ਬਾਈ ਦੇ ਟਾਈਮ ਵੀ ਮਿਸ ਨਾ ਹੋਵੇ, ਉਹ ਕਦੀ ਕੋਈ ਖਿਆਲ ਹੀ ਨਾ ਆਏ ਉਸ ਪਾਸੇ ਕਦੀ ਉਸ ਬੰਦੇ ਨੂੰ, ਤੇ ਉਸਨੇ ਕੀ ਪਾਠ ਕੀਤਾ ਫਿਰ, ਕੀ ਕੀਤਾ ਉਸਨੇ, ਉਹਨੇ ਤੇ ਗਵਾ ਲਿੱਤਾ ਕੰਮ ਸਾਰਾ ਆਪਣਾ। That was not the Guru's point at all. रट के कीता जाए, जितनी कोशिश हो सकती है प्लीज पाठ ਨੂੰ समझ के करो, पर ਇਹਦਾ मतलब नहीं कि पाठ करना छोड़ दियो। हाँ जी पाठ जरूर करो, ना भी समझ आए ता भी करो, पर जे समझ के करोगे तो ਉਹਦੇ फायदे बहुत ज्यादा है। हाँ जी one more question I think somebody has, then we'll end। ਅਸੀਂ ਗੁਰਦੁਆਰੇ ਜਾਂਦੇ ਹਾਂ, ਸਾਧ ਸੰਗਤ ਕਰਦੇ ਹਾਂ, ਤੇ ਇਹ 2 ਫਰਕ ਦੇਖੋ ਤਾਂ ਪਤਾ ਲੱਗ ਜਾਏਗਾ, ਤੁਸੀਂ ਹਜ਼ੂਰੀ ਵਿੱਚ ਬੈਠੇ ਹੋ ਜਾਂ ਹਾਜ਼ਰੀ ਭਰਨ ਗਏ ਹੋ। ਥੈਂਕ ਯੂ। ਉਹਨੂੰ ਦੱਸ ਦਿਓ, ਹਾਂਜੀ ਦੱਸ ਦਿਓ ਜਗਜੀਤ ਦੀਦੀ, ਸਮਝਾ ਦਿਓ, ਤੁਸੀਂ ਸਮਝਾਓ ਨਾ ਇਸ ਕਨਸੈਪਟ ਨੂੰ। ਹਾਂਜੀ ਹਾਜ਼ਰੀ ਹੈਗੀ ਹੈ ਤੁਹਾਡੀ ਤਨ ਨਾਲ, ਤੁਸੀਂ ਬੈਠੇ ਹੋ ਸੁਣ ਰਹੇ ਹੋ, ਪਰ ਤੁਹਾਡਾ ਧਿਆਨ ਅੱਗੇ ਪਿੱਛੇ ਵੀ ਘੁੰਮ ਰਿਹਾ ਹੈ। ਜਿਹੜਾ ਹਜ਼ੂਰੀ ਵਿੱਚ ਬੈਠਾ ਹੈ ਧਿਆਨ ਨਾਲ ਸੁਣਦਾ ਹੈਗਾ ਤੇ ਗੁਰੂ ਮਹਾਰਾਜ ਦਾ ਹੁਕਮ ਕੀ ਹੈ, ਕਿ ਮੈਸੇਜ ਦੇ ਰਿਹਾ, ਮੈਂ ਉਸਨੂੰ ਅਪਲਾਈ ਵੀ ਕਰਨਾ, ਸੋ ਉਹਦਾ ਧਿਆਨ ਅੱਗੇ ਪਿੱਛੇ ਨਹੀਂ ਜਾਏਗਾ, ਉਹ ਹਜ਼ੂਰੀ ਚ ਹੈ। ਤੇ ਬਾਕੀ ਅੱਗੇ ਪਿੱਛੇ ਜਿਹੜਾ ਘੁਮਾ ਕੇ ਦੇਖਦੇ ਕੌਣ ਆਇਆ, ਕਿਸਨੇ ਕੀ ਪਾਇਆ, ਕਿਸਨੇ ਕੌਣ ਕਿਸ ਤਰ੍ਹਾਂ ਆਇਆ, ਉਹ ਵਾਲਾ ਫਿਰ ਤਨ ਦੀ ਹਾਜ਼ਰੀ ਹੈ ਬਸ। Paji, my question was about being effective in the Sangat who has different emotional and mental capacity, right? Somebody who is starving and have no job, sitting in the same Sangat with somebody who is well-to-do and is looking for peace. What's the best and the most effective way to do that? If you are not at peace with yourself though, and let's say something is bothering you, Vijay, definitely it is going to have an effect. फर्क यही है कि the only thing you can do is do an ardas to the Guru, that's about it, कि मेरे दुख दूर करो तुसी, जो मेरे नाल हो रहा है, जो मेरी जॉब नहीं है या मेरा कुछ है। And believe me Veer ji, don't have this misconception in your mind though कि ਜਿਹੜੇ ਬੰਦੇ ਜਿਹੜੇ ਖੁਸ਼ ਬੜੇ ਬੈਠੇ ਨੇ, ਜਾਂ ਜਿਨ੍ਹਾਂ ਕੋਲ ਜੌਬਸ ਹਨ, ਜਾਂ ਜਿਨ੍ਹਾਂ ਦੇ ਅਮੀਰ ਹਨ ਘਰ ਤੋਂ, ਤੇ ਉਹਨਾਂ ਦਾ ਧਿਆਨ ਬੜਾ ਲੱਗਿਆ ਹੋਇਆ ਉੱਥੇ, ਹਾਂਜੀ ਉਹ ਬੜੇ ਪ੍ਰਮਾਤਮਾ ਦੇ ਨਾਮ 'ਚ ਬੜੇ ਟਿੱਕੇ ਹੋਏ ਹਨ, ਜਾਂ ਬੜੇ ਵਿਯੋਗ ਵਿੱਚ ਬੜੇ ਵੈਰਾਗ 'ਚ ਬੈਠੇ ਹੋਣੇ, ਇਹੋ ਜਿਹੀ ਗੱਲ ਨਹੀਂ ਹੈ। ਸੋ ਇਹੋ ਜਿਹੇ ਬੰਦਾ ਜਦੋਂ ਜਾਂਦਾ, ਜਿਹੜਾ ਮਨ ਦੁਖੀ ਹੋਵੇ, ਫਿਰ ਉਹ ਅਰਦਾਸ ਕਰੇ। ਅਰਦਾਸ ਵੀ ਬੜੀ ਤਾਕਤ ਹੈ। ਅਰਦਾਸ ਕਰੇ ਪ੍ਰਮਾਤਮਾ ਅੱਗੇ ਕਿ ਮੇਰੇ ਦੁੱਖ ਦੂਰ ਕਰੋ ਤੁਸੀਂ, ਮੇਰੇ ਕੋਲ ਜੌਬ ਨਹੀਂ ਆ, ਜਾਂ ਮੇਰੀਆਂ ਇਹ ਇਸ਼ੂਜ਼ ਹਨ, ਮੇਰੀਆਂ ਇਸ਼ੂਜ਼ ਨੂੰ ਤੁਸੀਂ ਮਿਟਾਉਣਾ ਹੈ, ਤੁਸੀਂ ਮੈਨੂੰ ਰਸਤਾ ਦਿਖਾਓ, ਤੁਸੀਂ ਮੈਨੂੰ ਸੰਗ ਦਿਖਾਓ, ਤੁਸੀਂ ਮੇਰੇ ਤੇ ਕਿਰਪਾ ਕਰੋ। ਤੇ ਜਦੋਂ ਮੇਰੇ ਤੇ ਕਿਰਪਾ ਕਰਦੇ ਹੋ ਹੇ ਮੇਰੇ ਗੁਰੂ, ਮੇਰਾ ਪਿਆਰ ਤੁਹਾਡੇ ਨਾਲ ਕੱਟੇ ਨਾ, ਤੁਹਾਡਾ ਮੇਰੇ 'ਚ ਦੁੱਖ ਆਏ ਹਨ ਜੀਵਨ ਵਿੱਚ, ਮੇਰੇ ਦੁੱਖਾਂ ਵਿੱਚ ਤੁਹਾਡਾ ਸੰਗ ਕੱਟੇ ਨਾ, ਮੇਰਾ ਤੁਹਾਡਾ ਸੰਗ ਬਣਿਆ ਰਵੇ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ ਬਣਿਆ ਰਵੇ, ਦੁੱਖ ਵਿੱਚ ਵੀ ਬਣਿਆ ਰਵੇ। ਤੁਸੀਂ ਮੇਰੇ ਹਮੇਸ਼ਾ ਮੇਰੇ ਨਾਲ ਰਹੋ, ਤੁਸੀਂ ਮੇਰੇ ਨਾਲ ਰਹਿ ਕੇ ਮੇਰੇ ਸੁੱਖ ਦੁੱਖਾਂ ਦੇ ਹਿੱਸੇਦਾਰ ਬਣੋ, ਤੇ ਮੈਨੂੰ ਇਹਨਾਂ ਦੁੱਖਾਂ ਚੋਂ ਕੱਢੋ ਤੁਸੀਂ। ਇਹ ਅਰਦਾਸ ਕਰੇ। ਔਰ ਇਹ ਨਾ ਸੋਚਿਓ ਵੀਰ ਜੀ ਕਿ ਕਦੀ ਜਿਹੜਾ ਬੰਦਾ ਤੁਹਾਡੇ ਨਾਲ ਬੜਾ ਜਿਹੜਾ ਸੁਖੀ ਬੈਠਾ ਹੈ ਘਰੋਂ, ਤੇ ਉਹਦੇ ਵਿਰਾਗ ਦੇ ਅਥਰੂ ਫੁੱਟ ਕੇ ਰੋ ਰਹੇ ਨੇ ਉਹਦੇ ਅੱਗੇ, ਤੇ ਪਰਮਾਤਮਾ ਨੂੰ ਦਿਨ ਯਾਦ ਕਰਕੇ ਤੇ ਨਾ ਮਿਲਣ ਦੇ ਵਿਯੋਗ ਵਿੱਚ ਉਹ ਮਰ ਰਿਹਾ ਹੋ। Don't have that. Believe me, I've been involved with the gurdwaras and teaching for a very long time, and I have been through a lot, taught a lot of people, and have taught myself through others. That is not the case at all. There are very, very few people, ਬਹੁਤ ਘਾਟੇ ਹੋ ਜੇ ਬੰਦੇ ਹਨ ਜਿਹੜੇ ਸਵੇਰੇ ਉੱਠਦੇ ਹਨ ਤੇ ਇਸ ਗੱਲ ਦਾ ਫਿਕਰ ਹੁੰਦਾ ਜਿਨ੍ਹਾਂ ਨੂੰ ਕਿ ਯਾਰ ਮੈਂ 50 ਸਾਲ ਦਾ ਹੋ ਗਿਆ ਤੇ ਯਾਰ ਪਤਾ ਨਹੀਂ 30 ਸਾਲ ਜੀਣਾ ਤੇ ਯਾਰ ਮੇਰਾ ਕੀ ਹੋਏਗਾ, ਯਾਰ ਮੈਨੇ ਹਾਲੇ ਤੱਕ ਇਸ ਪਾਸੇ ਕੋਈ ਤਰੱਕੀ ਨਹੀਂ ਹੋਈ ਕੋਈ,
कहने कोई मिस नहीं करता मैं, कोई नाम दी तरफ मेरी कोई झुकाव नहीं है ज्यादा, बड़ा फिक्र होए इस गल नूं दा। बहुत बहुत घट हैं दुनिया जो जे बंदे, बहुत वेरी वेरी फ्यू पीपल यू विल फाइंड इन योर लाइफ that are truly concerned about this aspect of their life कि यार मैं जाना है, मैं चला जाऊंगा 10-20 साल बाद, ना रवां शायद इत्थे, मैं पैसे कमा लेते, घर भी वड्डे कर लेते, सारा कुछ इत्थे रह जाना है, ते जिहड़ी असली कमाई मेरी होई नहीं कोई, ते मैं की करांगा हुण अगे। हां जी, ए फिक्र जड़ा वा, ए ध्यान जड़ा वा, ए घट लोगां च आंदा है बड़ा। सुखमनी पढ़न वाले ध्यान ज्यादा आंदा है, सुखमनी दे जाप करन वाले नु बार-बार गुरु चेते करांदे हैं इस गल नूं। एक रेसिपी है इस अष्टपदी दी कि जे तुहाडी लाइफ विच इहो दे बंदे आणगे ते देखो पहली लाइन विच ही कितनी क्लैरिटी है कि साथ के संग मुख उज्जल होत। तुहाडा तुहाडी एक एवर लास्टिंग ऑप्टिमिज्म तुहाडी लाइफ विच आ जांदी है इहो जे बंदियां दे संग करन नाल। इहो जे बंदियां दे संग करन नाल ਤੁਹਾਨੂੰ ਕਦੀ ਕੋਈ ਲਾਈਫ ਵਿੱਚ ਗਿਰਾਵਟ ਨਜ਼ਰ ਨਹੀਂ ਆਉਂਦੀ, ਹਮੇਸ਼ਾ ਹਰ 네ਗੇਟਿਵ ਚੀਜ਼ ਵਿੱਚ ਵੀ ਪੋਜ਼ਿਟਿਵਿਟੀ ਨਾਲ ਭਰ ਜਾਂਦਾ ਹੈ ਬੰਦਾ। ਉਹ ਬੰਦਾ ਕਿਉਂ? ਕਿਉਂਕਿ ਅਗਲੀ ਲਾਈਨ ਵਿੱਚ ਦਾ ਆਨਸਰ ਹੈ ਕਿ ਸਾਧ ਸੰਗ ਮਲ ਸਗਲੀ ਖੋਤ, ਸਾਰੀ ਗੰਦਗੀ ਕੱਢ ਲੈਂਦਾ ਇਹੋ ਜਿਹਾ ਬੰਦਾ ਤੁਹਾਡੀ ਲਾਈਫ ਵਿੱਚ, ਸਾਰੀ 네ਗੇਟਿਵਿਟੀ ਕੱਢ ਕੇ ਬਾਹਰ ਰੱਖ ਦਿੰਦਾ ਉਹ। ਇਤਨੀ ਤਾਕਤ ਹੈ ਸਤਸੰਗਤ ਵਿੱਚ, ਇਤਨੀ ਤਾਕਤ ਹੈ ਇਹਨਾਂ ਜਨਾਂ ਵਿੱਚ, ਇਹਨਾਂ ਜਨਾਂ ਦੇ ਮਿਲਾਪ ਨਾਲ। ਸੋ that is my humble my effort to explain you, Virji. Anji, somebody else also had a question. Let me try to answer. एक गल ਜਿਹੜੀ ਤੁਸੀਂ ਕਹਿ ਰਹੇ ਸੀ ਕਿ ਇਹ ਗੁਰੂ ਅਰਜਨ ਪਾਤਸ਼ਾਹ ਨੇ ਵੀ ਸੱਤਾ ਬਲਵੰਡ ਵਾਸਤੇ ਉਹਨਾਂ ਦੇ ਵਿੱਚੋਂ ਵੀ ਨਿਕਲ ਗਈ ਸੀ ਜ਼ਬਾਨ ਦੇ ਵਿੱਚੋਂ ਕਿ ਫਿੱਟ ਜਾਏ, ਫਿੱਟ ਗਏ ਹਨ। ਹਾਂਜੀ, ਸੋ ਇਹ ਜਿਹੜੀ ਗੱਲ ਹੈ ਗੁਰੂਆਂ ਨੇ ਵੀ ਕਹੀ ਹੈ। ਸੋ ਅਗਰ ਉਹ ਜਨ ਕੋਲੋਂ ਨਿਕਲ ਗਈ ਉਹ ਗੱਲ ਕਿ ਤੇਰੀ ਇੱਟਾਂ ਕੱਚੀਆਂ ਰਹਿ ਜਾਣਗੀਆਂ, ਤੇ ਇਹ ਉੱਥੇ ਉਹ ਗੱਲ ਨਿਕਲੀ ਨਹੀਂ ਹੈ। ਉੱਥੇ ਕੋਈ ਅਪਸ਼ਗੁਨ ਨਹੀਂ ਨਿਕਲੇ। ਉੱਥੇ ਜਦੋਂ ਆਪਣੇ ਗੁਰੂ ਦੀ ਅਪਮਾਨ ਜਦੋਂ ਦੇਖਿਆ ਉਹਨਾਂ ਨੇ, ਤੇ ਤੁਸੀਂ ਆਈ ਥਿੰਕ ਤੁਸੀਂ ਉਹਨੂੰ ਬਦਲ ਦਿੱਤਾ, ਤੁਸੀਂ ਯੂ ਟੁਕ ਇਟ ਇਨ ਅ ਰੋਂਗ ਕੰਟੈਕਸਟ देयर द होल थिंग। ਉੱਥੇ ਤੁਸੀਂ ਇਹ ਗੱਲ ਦੱਸੀ ਨਹੀਂ ਪਹਿਲੇ ਕਿ ਕਿਉਂ ਹੋਇਆ ਉਹ ਗੱਲ। ਜਦੋਂ ਗੁਰੂ ਨਾਨਕ ਦੇਵ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਹਾਂਜੀ, ਆਪਣੀ ਗੁਰੂ ਦੀ ਨਿੰਦਿਆ ਜਦੋਂ ਕੀਤੀ, तो उन्होंने ये भी नहीं किया, उन्होंने ये किया कि ये फिट गए हैं, मतलब कि ये खराब हो गए हैं। ये निंदा नहीं है, एक अपशकुन नहीं किया उन्होंने कोई। So that is wrong what you just said. That is not what happened. ये ਜਦੋਂ ਗੱਲ ਉਹਨਾਂ ਨੇ, ਜਦੋਂ ਮੂੰਹੋਂ ਗੱਲ ਇਹ ਨਿਕਲੀ ਕਿ ਗੁਰੂ ਨਾਨਕ ਨੂੰ ਕੌਣ ਪੁੱਛਦਾ ਸੀ, ਜਦੋਂ ਸੱਤੇ ਬਲਵੰਡ ਨੇ ਇਹ ਅਪਸ਼ਗੁਨ ਬਚਨ ਕੇ, ਇਹ ਤੇ ਭਾਈ ਮਰਦਾਨੇ ਦੇ ਕਾਰਨ ਹੀ ਉਹਨਾਂ ਦੀ ਸਾਰੀ ਜੈਕਾਰ ਹੋਈ। ਜਦੋਂ ਇਹ ਮੰਚ ਜਦੋਂ ਨਿਕਲੇ, ਜਦੋਂ ਗੁਰੂ ਨਾਨਕ ਮਹਾਰਾਜ ਦੀ ਤਰਫ ਉਹਨਾਂ ਦੇ ਇਹੋ ਜਿਹੇ ਨੀਵੇਂ ਵਰਡ ਜਦੋਂ ਦੇ ਮੂੰਹ ਨਿਕਲੇ, ਜਦੋਂ ਤਾਂ ਉਹਨਾਂ ਨੇ ਇੱਕੋ ਹੀ ਗੱਲ ਹੱਥ ਜੋੜ ਕੇ ਕਹੀ ਕਿ ਇਹ ਫਿੱਟ ਗਏ ਹਨ। ਇਹਨਾਂ ਨੇ ਉਹਨੇ ਹੋਰ ਕੁਝ ਨਹੀਂ ਕਿਹਾ। ਉਹਨਾਂ ਨੇ ਕੁਝ ਇਹ ਨਹੀਂ ਕਿਹਾ ਕਿ ਤੁਸੀਂ ਮਰ ਜਾਓ ਜਾਂ ਤੁਸੀਂ ਚਲੇ ਜਾਓ ਜਾਂ ਕੁਝ ਹੋਰ ਹੋ ਜਾਏ ਤੁਹਾਨੂੰ। ਮਨ ਉੱਚੋਂ ਇੱਕੋ ਹੀ ਗੱਲ ਨਿਕਲੀ ਕਿ ਤੁਸੀਂ ਫਿੱਟ ਗਏ ਹੋ, ਮਨ ਤੁਸੀਂ ਖਰਾਬ ਹੋ ਗਏ ਹੋ, ਯੂ ਡਨ। ਤੇ ਇਹ ਗੱਲ ਤੇ ਖਾਲੀ ਉੱਥੇ ਤੇ ਨਹੀਂ ਗਈ। 13ਵੀਂ ਅਸ਼ਟਪਦੀ ਪੜ੍ਹੋ ਨਾ ਜ਼ਰਾ, ਇਹ ਉੱਥੇ ਜਾਣ ਦੀ ਲੋੜ ਕੀ ਹੈ? उतनी दूर जान दी, इतने साखियां पढ़ने की लोड़ नहीं है। 13 अष्टपदी सुखमनी दी एग्जामिन करो, क्लास तो बाद जरा पढ़ियो दोबारा वीर जी। ते एहो जियां नेगेटिविटी विच बंदा जांदा है, ਜਿਹੜੀ देखो एक बंदा एहो जिहा है ਜਿਹੜੀ दूसरे ਨੂੰ इनकरेज करता है इस तरफ लगन दी, ते एक बंदा है ਜਿਹੜਾ इनकरेज ना करदा भी, इनकरेज नहीं करदा भी, ना इनकरेज करदा है ते ना डिस्करेज करदा है, वो भी ठीक है। ਤੇ ਇੱਕ ਬੰਦਾ ਹੋਵੇ ਜਿਹੜੇ ਸਤਸੰਗਤ ਦੀ ਨਿੰਦਿਆ ਕਰੇ, ਗੁਰੂ ਮਹਾਰਾਜ ਦੇ ਖਿਲਾਫ ਜਾਂ ਉਹਨਾਂ ਦੇ ਸਨਮਾਨ ਦੇ ਖਿਲਾਫ ਕੋਈ ਗੱਲ ਕਰੇ, ਉਹ ਤੇ ਹੋਰ ਅਪਰਾਧ ਹੈ ਬਹੁਤ ਵੱਡਾ। ਆਪ ਨਾ ਕਰਨਾ ਹੋਰ ਗੱਲ ਹੈ, ਦੂਸਰੇ ਨੂੰ ਨਾ ਪ੍ਰੇਰਣਾ ਉਹ ਵੀ ਠੀਕ ਹੈ। ਆਪ ਨਾ ਜਪਣਾ ਠੀਕ ਹੈ, ਦੂਸਰਿਆਂ ਨੂੰ ਨਹੀਂ ਪ੍ਰੇਰਣਾ ਉਹ ਵੀ ਠੀਕ ਹੈ, ਹਾਂਜੀ। ਲੇਕਿਨ ਦੂਸਰਿਆਂ ਨੂੰ ਗੁਰੂਆਂ ਦੇ ਖਿਲਾਫ ਭੜਕਾਏ, ਦੂਸਰਿਆਂ ਨੂੰ ਗੁਰੂਆਂ ਦੀ ਨਿੰਦਿਆ ਕਰੇ ਜਿਹੜਾ, ਉਹ ਤੇ ਉੱਥੇ ਤੇ ਮੈਂ ਕਹਿੰਦਾ ਉੱਥੇ ਤੇ ਵਰਡ ਸਿਰਫ ਫਿੱਟ ਕੇ ਆਇਆ ਹੈ ਵਰਡ। ਇਹ ਜਰਾ 13ਵੀਂ ਅਸ਼ਟਪਦੀ ਪੜ੍ਹ ਕੇ ਦੇਖੋ, ਜਰਾ ਪਤਾ ਲੱਗੇ ਤੁਹਾਨੂੰ ਵੀ ਕਿਹੋ ਜਿਹੇ ਦੁੱਖ ਲੱਗਣਗੇ ਉਸਨੂੰ, ਕਿਹੋ ਜਿਹੇ ਦੁੱਖ ਲੱਗਣਗੇ ਉਸ ਪੜ੍ਹ ਕੇ। ਤੁਹਾਡੇ ਚਿਹਰੇ ਤੇ हैरान रह जाओगे वीर जी ਜਦੋਂ 13ਵੀਂ ਅਸ਼ਟਪਦੀ ਬੰਦਾ ਪੜਦਾ ਹੈ कि संत के निंदक को सरब रोग, ये वर्ड आए हैं उथे, ठीक, उथे रोग दा गग्गा भी मुक्ता है। सारे एक रोग नहीं, उन्होंने सारे रोग लगड़े हैं उसमें।
ਮਾਨਸਿਕ ਵੀ ਲੱਗਣਗੇ, ਫਿਜ਼ੀਕਲ ਐਲੀਮੈਂਟਸ ਵੀ ਆਣਗੀਆਂ। ਸੋ ਇਹ ਇੱਕ ਗੱਲ ਆਪ ਨਾ ਕਰਨੀ, ਦੂਸਰਾ ਨੂੰ ਐਨਕਰੇਜ ਕਰਨਾ, that is different। ਪਰ ਆਪ ਐਕਟਿਵਲੀ ਸੰਤਾਂ ਨੂੰ ਜਾਂ ਇਹਨਾਂ ਪੂਰਨ ਪੁਰਖਾਂ ਨੂੰ, ਇਹਨਾਂ ਪੂਰਨ ਪੁਰਖਾਂ ਦੀ ਨਿੰਦਿਆ ਕਰਨੀ ਜਾਂ ਇਹਨਾਂ ਬਾਰੇ ਬੁਰਾ ਅਪਸ਼ਗਨ ਕਹਿਣੇ ਘੋਰ ਅਪਰਾਧ ਹੈ, ਬਹੁਤ ਵੱਡਾ ਘੋਰ ਅਪਰਾਧ ਹੈ। ਔਰ 13ਵੀਂ ਅਸ਼ਟਪਦੀ ਵਿੱਚ ਉਸ ਅਪਰਾਧ ਦੀ ਨਿਰੂਪਣ ਕਰਦੇ ਹਨ ਮਹਾਰਾਜ, ਥੈਂਕ ਗॉड ਆਪ ਖੁਦ ਕਰ ਗਏ ਹਨ ਉਸ ਗੱਲ ਨੂੰ। ਜਾਂ ਸੰਕੀ ਥੈਂਕ ਯੂ ਕਿ ਸੰਤ ਕੇ ਦੁਖਨ ਆਰਜਾ ਘਟੇ ਵੀ ਲਿਖਿਆ ਹੋਇਆ ਹੈ ਨਾਲ, ਉਮਰ ਘਟ ਜਾਂਦੀ ਹੈ ਇਹਨਾਂ ਲੋਕਾਂ ਦੀ। ਸੋ ਹਾਂਜੀ, I'm not going to discuss it's a pretty emotional topic today. I'm not going to discuss the rest of the Ashwadi. I'm going to just wait 2 more minutes for any questions or anything regarding his concept there, and then we're going to end the class. उससे एक लाइन और भी आई है ना कि नानक संत पावे ता उसका भी होए मोह। जे निंदक देवी ते कृपा हो जावे, होई है ना निंदक ते कृपा सत्ते बलवंड दे उत्ते ते कृपा किदे थ्रू होई है? वो भी गुरमुख जना दा थवारे होई है ना, जेड़े आप खोते ते पुठे बैठ के आए हैं। भाई लद्दा नाम याद आ गया मैनू उन्हां दा, सुर है ना, काली काला मुंह पोत के भाई लद्दा बैठे हैं ना खोते दे, है ना, ता माफ कराया है ना उन्हां नू। हाँ, एहो जे संतां विच इतनी ताकत है, जे निंदक भी होवे ते निंदकां नू सीधे रस्ते, जे निंदक भी कवे आके, निंदक भी कवे मेरे कोल भुल हो गई है, गलती हो गई है मेरे कोलों, मैनू बख्श दिओ, ते इन्हां दे दिल विच ए मेरे तुहाडे वर्गे नहीं है ना वीर जी कि एक कोई बुरी गल कह देवे ते 50 साल याद रखदे हन, फलाणे ने ये गल कही सी मैनू जी। इन्हां दे विच खिमा वाला बड़ा वड्डा गुण हुंदा है। इन्हां विच फॉरगिवनेस वाली बड़ी वड्डी ताकत हुंदी है। ये वड्डे तो वड्डा घोर अपराध माफ कर दिंदे हन। भाई लद्दा जी दी जीवन नूं देखो ना, वो भी पूਰਨ पुरख सन, ताई माफ कराड़ आए ना लाहौर तो खोते ते काला मुंह पोत के पुठे बैठे हैं उतों। इत्थे ही नहीं, सूर्य प्रकाश तक लिखा होया है कि पिछे जिसा बंदे ढोलकियां मारते हैं ना मने, जैसे कि पागल आ रहा है कोई, ते पूर्ण संत सन आप। ते महाराज जो खबर गई ना कौन आया है, कहते लद्दा आ रहा है बाहर, ते पढ़ के देखियो सूर्य प्रकाश। सो इन्हां बंदियां च फिर ये बंदे होर किस्म दे ने भी जी, मेरे तुहाडे वर्गे नहीं है ना। हाँ, इन्हां दे मन विच दया बड़ी हुंदी है। तो घोर अपराधी नूं भी माफ कर दिंदे हन, माफ कराया ना सत्ते बलवंड नूं। ते उस मुंह तो, जिस मुंह तो निंदिया निकली सी, है सत्ते बलवंड दी वार गुरु ग्रंथ साहिब महाराज दी बाणी विच दर्ज कीती है ना। ते जे मन च हुंदा है कि तुसी गुरु की निंदिया कीती, असी बाणी नहीं तुहाडी चढ़ाणी, ये निंदक दे मुंह हैं जे, असी नहीं तुहाडे मुंह लगना। तुहाडे जिस मुंह निंदा कीती सी उसी मुंह उस्तति कीती है ना। आज उसी उस्तति दे देखो, तुसी देखो ते उस बाणी विच दर्जा दिता है ना, उस मत्था टेकदे हो ना सत्ते बलवंड की वार नूं भी, जदों गुरु ग्रंथ साहिब महाराज दी बाणी नूं मत्था टेकदे हो। सो ये संत पुरखां दे गुण हैं वड्डे। हाँ जी, Vijay, you had a question and then I'm going to end. हाँ जी, मैं एक क्वेश्चन पूछ सकना। मैं I continue to be amazed by your energy जी, and by the ability कि तुसी गुरु साहब दे पैरां दे विच बिठा दिंदे हो सानू लिया के, ते you help us hopefully imbibe these lessons. Thank you very much. Question is, तुसी zikr kita si साध संगत and satsang, and there was a question previously and मेरा दिमाग थोड़ा जिहा उत्थे फस गया कि सत संगत, सत दा मतलब सच भी अपना हुंदा है, ते would it be the same जिवें आपां कह ते दिंदे आ साध संगत and सत्संग, बट सत्संग दा मतलब ये नहीं हो सकदा कि सच दा संग? ये थोड़ा जिहा मैनूं क्लीयर कर दिओ जी। फर्क नहीं है वीर जी, बहुता फर्क नहीं है। एज जगजीत जी earlier pointed out कि बहुता फर्क नहीं है, ऑलमोस्ट द सेम वर्ड है। सत दा संग करना माने बाणी दा संग करना, परमात्मा दा संग करना, परमात्मा दे जना दा संग करना। साध दा संग माने परमात्मा दे जुड़े हुए व्यक्ति दा संग करना। ते सत्संग ते साध संग कोई फर्क नहीं है वर्ड वीर जी, कोई
अगर डिफरेंस हैन भी हैन ते इतना माइन्यूट है कि इज नो पॉइंट इवन डेल्विंग इनटू इट। या वाटर और आइस वाला फर्क है। बस वीर जी ये है कि बदलाव आ रहा है ते सत्संग है, चेंजेस हो रही हैं ते सत्संग है, चेंजेस नहीं हो रही ते सत्संग नहीं है। और अपने आप नूं धोखा जिन्ना मर्जी दे जाओ, तुसी दे ही जाओ धोखा 20 साल 30 साल 40 साल 50 साल 60 साल 70 साल जब तक जींदे हो 80 साल, एक दिन ते जाना है इथों, एक दिन ते फेस करना है ना गुरु नानक को। एक दिन तक कोई मिलेगा ना, एक दिन तक कोई लेखा जोखा होना है। एक दिन तक कोई होएगा ना, है ना। उथे ये तो नहीं है ना कोई तुसी जो मर्जी करी जाओ ते होना नहीं तुहाडे नाल कोई, वो तो नहीं गल है ना कोई। ते जेड़े अपने आप नूं संभाल लेंदे हैं पहले ते देख लेंदे हैं कि मेरे चेंजेस आंदियां पियां, वो समझ जांदे हैं। ते कई who want to live with themselves in this falsehood कि हो जाएगा जी, कभी हो जाए, फिर एक टाइम आंदा फिर कुछ नहीं हो सकता, फिर there is too late for things। और एक टाइम आंदा तुसी ना समझ सकदे हो कुछ, ना कीर्तन सीख सकदे हो, ना बाणी दे मतलब गहरे समझ सकदे हो, ना इना डुंगाइयां विच जा सकदे हो, ना सुखमनी दी डुंगाइयां विच जा सकदे हो। माइंड तुहाडा उन्ना फोकस नहीं कर पांदा बिकॉज माइंड वृद्ध हो जाता है उस वेले। सो जे 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 कहोगे ते चंगी गल है। सो ये हुण अगले 3 अष्टपदियां जिहड़ियां हैं ये सत्संगत ते फोकस है। ब्रॉड टॉपिक जिहड़ा अगलियां 3 अष्टपदियां दा सारा फोकस सत्संग ते सत्संगत ते उन्हां दी महिमा ते, सत्संगत दी महिमा ते, संतां दी महिमा वे, साधां दी, ब्रह्म ज्ञानियां दी, उन्हां दे नाल बैठण दा, सत्संगत विच आण दा। ते ये तो जरा कदी सर्च करके देखियो सत्संगत दे वर्ड गुरु ग्रंथ साहिब महाराज दी बाणी विच कितने रेफरेंसेस मिलणगे तुहानू पता नहीं, हंड्रेड्स ऑफ रेफरेंसेस मिलणगे तुहानू बाणी विच ते, हंड्रेड्स ऑफ रेफरेंसेस ब्रह्म ज्ञानियां बारे। और मैं एक गल होर दस दियां, भाई साहब भाई वीर सिंह बड़ा सोहना लिखदे ने संथ्या विच, जितनी सिर्फ सलाह गुरबाणी विच होई है ना परमात्मा दे नाम जपण वालियां दी, जितनी सिर्फ सलाह होई है ना गुरबाणी विच, जितनी गुरु ग्रंथ साहिब महाराज दी बाणी दा दर्जा जिन्हां नूं उच्चा दिता है ना, उतना किसी होर धर्म दी बाणियां ने किसी ने नहीं दिता। होर बहुत उच्चा दर्जा दिता है उन्हां नूं, जेड़े जेड़े आप जपे अवरा नाम जपावे दी कैटेगरी च आंदे हैं जेड़े हैं जी। बहुत उच्ची जीवनी उन्हां दी मन्नी गई, बहुत उच्चे सच, बहुत उच्ची दर्जा उन्हां परमा उत्थे तक लिख दिता गया है कि ए ओ भगवान ओ कुलवंत की वर्ड आए, ओ तनवंत कुलवंत पतवंत आए हैं वर्ड। 23rd अष्टपदी दे टुवर्ड्स द एंड पैराग्राफ जड़ा लिखा ने ना, जड़ा कदी पढ़ के देखियो उस पैराग्राफ नु, कदी कदी फोकस करके पढ़ियो उस पैराग्राफ नु, जेड़ी 23वीं अष्टपदी दे टुवर्ड्स द एंड जड़ा 8वां स्टैंजा जड़ा लिखा ने, जड़ा ओ तनवंत कुलवंत पतवंत जीवन मुक्त जिस हृदय भगवान, धन 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 जने आया आ वर्ड आए हैं। बहुत 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 महिमा उन्हां जनां दी, उन्हां परमात्मा दे नेड़े आने वालियां दी जनां दी बहुत वड्डी महिमा गुरु ग्रंथ साहिब महाराज दी बाणी विच दित्ती गई है। ते ए 3 अष्टपदियां उत्थे ही फोकस हैं सारियां। हां जी, इस गल नूं पल्ले बन लो अज। सो हां जी, लास्ट क्वेश्चन दीदी एंड देन आई एम गोइंग टू एंड। ਵੀਰ ਜੀ ਮੇਰਾ ਕੁਐਸਚਨ ਹੈਗਾ ਕਿ ਸਤਸੰਗ ਆਪਾਂ ਰੂਟੀਨ ਦੇ ਵਿੱਚ ਆਪਦੇ ਚ ਦਿਆ ਰੱਖਣੀ, ਧਰਮ ਆਉਣਾ, ਸਾਰਿਆਂ ਦੇ ਵਿੱਚ ਪ੍ਰਮਾਤਮਾ ਨੂੰ ਦੇਖਣਾ, ਆਪਦੇ ਆਪ ਚ ਬਹੁਤ ਸੰਤੋਖ ਰੱਖਣਾ, ਮਰਿਆਦਾ ਵਿੱਚ ਰਹਿਣਾ, ਉਹ ਵੀ ਇੱਕ ਤਰ੍ਹਾਂ ਦਾ ਆਪਣੇ ਅੰਦਰ ਸਤਸੰਗ, ਗੁਰੂ ਦੇ ਗੁਣਾਂ ਦੇ ਵੱਡਿਆਂ ਦਾ ਸਤਿਕਾਰ ਕਰਨਾ, ਦੂਸਰੇ ਨੂੰ ਚੰਗੀ ਤਰ੍ਹਾਂ ਸਮਝਣਾ। ਬਿਲਕੁਲ ਬਿਲकुल है 100%। और जे मैं कहना दीदी ते तुसी कल्ले रहंदे होवो किधरे, ਹਾਂਜੀ ਮਹਾਰਾਜ ਜਦੋਂ ਜਾਣ ਲੱਗੇ, ਜਦੋਂ ਜੋਤੀ ਜੋਤ ਸਮਾਏ ਨੰਦੇੜ ਤੇ ਉੱਥੇ ਵੀ ਇਹ ਕੁਐਸਚਨ ਆਇਆ, ਮਹਾਰਾਜ ਤੁਹਾਡੇ ਦਰਸ਼ਨ ਕਿੰਜ ਹੋਣਗੇ, ਤੁਸੀਂ ਚੱਲੇ ਹੋ ਹੁਣ। ਉੱਥੇ ਆਏ ਨੇ ਬੜੇ ਬੜੇ, ਉੱਥੇ ਜਰਾ ਪੜ੍ਹ ਕੇ ਦੇਖੋ ਭਾਈ ਨੰਦ ਲਾਲ ਜੀ ਦੀ ਬਾਣੀ, ਉਹਦੇ ਸਾਰੇ ਡਿਸਕ੍ਰਿਪਸ਼ਨ ਆਈ ਹੈ। ਮਹਾਰਾਜ ਤੁਸੀਂ ਚੱਲੇ ਹੋ ਹੁਣ ਕੀ ਹੋਏਗਾ। ਫਿਰ ਉੱਥੇ ਬਚਨ ਆਏ, ਠੀਕ ਹੈ ਜੀ ਜੇ ਮੈਂ ਚੱਲਿਆ ਕੋਈ ਮੇਰੇ ਦਰਸ਼ਨ ਬਾਣੀ ਚ ਕਰੋ, ਗ੍ਰੰਥ ਨੂੰ ਪੜੋਗੇ ਤੇ ਮੇਰੇ ਦਰਸ਼ਨ ਹੋਣਗੇ। ਉਹਨਾਂ ਨੇ ਕਿਹਾ ਨਹੀਂ, ਉਹ ਨਹੀਂ, ਤੁਹਾਡੇ ਸਰੀਰ ਨੂੰ ਛੂਹਣਾ ਹੋਵੇ ਫਿਰ ਕੀ ਕਰਾਂਗੇ ਅਸੀਂ। फिर उत्थे वर्ड आए हाँ, फिर जे 5 सिख होवन जेड़े पूर्ण होवन, उन्हां दे दर्शन करोगे ते मेरे, समझ लो उन्हां नूं छूओगे ते मेरे। ठीक है, जे 5 ना होवन फिर उन्होंने कहा फिर ठीक है जी इक्को ही होवे तां भी ठीक है। ओदे जे कोई इक्को ही ना होवे फिर होए ही ना कोई, फिर की करांगे असीं दसो।
ਸਿੱਖ ਵੀ ਸਿਆਣੇ ਸਨ ਨਾ ਬੜੇ। ਫਿਰ ਕਹਿੰਦੇ ਫਿਰ ਆਪਣੇ ਆਪ ਨੂੰ ਦੇਖੀ, ਫਿਰ ਆਪਣੇ ਆਪ ਨੂੰ ਮੇਰੇ ਵਰਗਾ ਬਣਾ, ਆਪਣੇ ਆਪ ਨੂੰ ਦੀਦਾਰੀ ਬਣਾ। ਐਵਰੀ ਡੇ ਤੁਸੀਂ ਪ੍ਰੈਕਟਿਸ ਕਰੋ ਇਦਾਂ ਦੀ, ਯੂ نو ਤੁਹਾਡੇ ਚ ਧਰਮ ਮਰਿਆਦਾ ਆ ਜਾਊਗੀ ਧਰਮ ਖੰਡ ਵਾਲੀ। ਬਿਲਕੁਲ। ਤੇ ਹੌਲੀ ਹੌਲੀ ਤੁਸੀਂ ਆਪਦੇ ਆਪ ਨੂੰ ਪਰ ਇਹ ਹੈ ਕਿ ਦੂਸਰਾ ਕਿਸੇ ਦੀ ਹੈਲਪ ਹੋ ਜਾਏ ਤੇ ਈਜ਼ੀ ਹੋ ਜਾਂਦਾ ਟਾਸਕ। ਨਹੀਂ ਉਹ ਵੀ ਹੋ ਜਾਵੇ ਤੇ ਈਜ਼ੀ ਹੋ ਜਾਂਦਾ। ਦੈਟਸ ਆਲ। ਹਾਂਜੀ ਹਾਂਜੀ, this was the last question ਜੀ। we're going to see everybody next week though। ਮੈਂ ਟਾਈਮਿੰਗ ਜ਼ਰਾ ਹੁਣ ਮੈਂ ਵੀਰ ਜੀ ਨਾਲ ਡਿਸਕਸ ਕਰਕੇ maybe I'll change it by an hour's time ਤੇ we'll take it from there। and ਤੁਸੀਂ ਮੈਂ ਤੁਹਾਨੂੰ ਜੇ ਟਾਈਮਿੰਗ ਬਦਲੇ ਕਲਾਸ ਦੇ ਤੇ 1 ਘੰਟਾ ਅਗਰ ਪਹਿਲੇ ਹੋਈ ਤੇ I would let everybody know। I will put that on the chat group। ਤੇ ਜੇ ਮੇਰੇ ਕੋਲ ਕੋਈ ਨਾ ਆਇਆ ਸੁਨੇਹਾ ਤੇ ਫਿਰ ਮਤਲਬ ਸੇਮ ਹੀ ਹੈ ਟਾਈਮ। ਹਾਂਜੀ ਤੇ I will try to communicate that with you। ਹਾਂਜੀ ਤੇ ਭੁੱਲ ਚੁੱਕ ਕਿਹਾ ਕੋਈ ਮਾਫ ਕੋਈ ਮੂੰਹ ਗੱਲ ਨਿਕਲ ਗਈ ਹੋਏ ਹੋ ਜੀ, ਕੋਈ ਕਈ ਵਾਰੀ ਨਹੀਂ ਕੋਈ ਮੂੰਹ ਗੱਲ ਨਿਕਲ ਜਾਂਦੀ ਹੈ ਜੀ, ਸੋ ਉਹਦੀ ਮਾਫੀ ਮੈਨੂੰ। ਤੇ ਬਾਕੀ ਤੁਸੀਂ ਹੁਣ ਇਸ ਬਾਰੇ ਫੋਕਸ ਕਰਨਾ ਤੇ ਸਾਰੀ ਅਸ਼ਪਦੀ ਖੁਦ ਪੜ੍ਹਨਾ ਤੇ ਪੜ੍ਹ ਕੇ ਤੇ ਫਿਰ ਇਸ ਗੱਲ ਦਾ ਮਹਿਸੂਸ ਕਰਨਾ ਕਿ ਕਿਤਨੀ ਵੱਡੀ ਉਹਨਾਂ ਨੇ ਸਾਧੂ ਦੇ ਸੰਗ ਦੀ ਤੇ ਸਾਧੂ ਦੇ ਸੰਗ ਦੀ ਮਹੱਤਮ ਕਿਤਨਾ ਵੱਡਾ ਇਸ ਅਸ਼ਪਦੀ ਦੱਸਿਆ ਹੈ ਕਿ 8 ਪੂਰੇ ਸਟੈਂਜ਼ਾ ਚ ਬਿਆਨ ਕਰ ਦਿੱਤੇ ਹਨ ਸਾਧ ਦੇ ਸੰਗ ਬਾਰੇ। ਕਿਧਰੇ ਇੱਕ ਵਰਡ ਨਹੀਂ ਆਇਆ ਵੀ ਸਾਧੂ ਕਿਹੋ ਜਿਹਾ ਹੈ, ਇੱਥੇ ਕੋਈ ਗੱਲ ਨਹੀਂ ਆਈ ਉਸ ਵਕਤ। ਉਹ ਬ੍ਰਹਮਗਿਆਨੀ ਦੀ ਅਸ਼ਪਦੀ ਚ ਆਏਗੀ ਅੱਗੇ ਜਾ ਕੇ। ਉਹ ਗੱਲ ਬਾਅਦ ਚ ਕਰਨਗੇ, ਪਹਿਲੇ ਦੱਸਦੇ ਹਨ ਕਿ ਅੱਜ ਇਹਨਾਂ ਦਾ ਸੰਗ ਕਰਕੇ ਤੇ ਦੇਖੋ। ਇਹ ਅਚਰਜ ਕਥਾ ਸ਼ੁਰੂ ਕਰਦੇ ਹਨ ਉੱਥੋਂ। ਇਹਨਾਂ ਦਾ ਸੰਗ ਕਰੋ ਕਿ ਦੇਖੋ ਕੀ ਹੋਏਗਾ ਤੁਹਾਡੇ ਨਾਲ, ਕੀ ਮੈਜਿਕ ਹੋਏਗਾ ਤੁਹਾਡੇ ਨਾਲ। ਉਹਦੇ ਉੱਤੇ ਫੋਕਸ ਹੈ ਸਾਰੀ ਅਸ਼ਪਦੀ। So when we meet next time, we will continue with the same thought process। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। Thank you ਤੁਹਾਡਾ ਬਹੁਤ ਬਹੁਤ। I'm going to stay there for another minute or so before I go। Thank you ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।